ਲਓ ਜੀ, ਸਰਦਾਰ ਪਰਮਵੀਰ ਸਿੰਘ ਜੀ ਬਾਠ ਸਾਹਿਬ, ਅੱਜ ਤੇ ਅੱਖਾਂ ਖੁੱਲੀਆਂ ਤੁਹਾਡੀਆਂ? ਨਹੀਂ ਕੱਲ ਵਾਲੀਆਂ ਨੀਂਦਾਂ ਆਪਾਂ ਲਾ ਲੀਆਂ। ਨਹੀਂ ਨੀਂਦਾਂ ਲਾਈਆਂ ਕਿ ਨਹੀਂ, ਵਧੀਆ ਤਰੀਕੇ ਨਾਲ ਕੰਮ ਹੋਇਆ। ਪਰ ਵੈਸੇ ਇਸ ਵਕਤ ਆਪਾਂ ਜਿੱਥੇ ਬੈਠੇ ਆਂ ਦੱਸ ਦਈਏ ਜੀ ਕਿ ਹੁਣ ਤੁਸੀਂ ਤਾਂ ਨਹੀਂ ਦੇਖ ਪਾ ਰਹੇ, ਪਰ ਜਮਾਂ ਸਾਡੇ ਸਾਹਮਣੇ ਆਸਟ੍ਰੇਲੀਆ ਦੀ ਸੜਕ ਗੁਜ਼ਰ ਰਹੀ ਆ ਤੇ ਸਾਨੂੰ ਕੋਈ ਪੀ ਪੀ ਪਾਂ ਪਾਂ ਦੀ ਆਵਾਜ਼ ਹੀ ਨਹੀਂ ਆ ਰਹੀ। ਨਹੀਂ ਦੇਖੋ, ਇੱਕ ਗੱਲ ਤਾਂ ਵਧੀਆ ਹੋਈ ਨਾ ਕਿ ਆਪਾਂ ਜਦੋਂ ਪੰਜਾਬ 'ਚੋਂ ਪ੍ਰੋਗਰਾਮ ਕਰਦੇ ਸੀ, ਇੱਕੋ ਹੀ ਸਟੂਡੀਓ 'ਚ ਬਹਿ ਕੇ ਕਰੀ ਜਾਂਦੇ ਸੀ। ਰੋਜ਼ ਵੱਖਰੀ ਤਰ੍ਹਾਂ ਦਾ ਸੋਫਾ ਤੇ ਪਿੱਛੇ ਵੱਖਰੀ ਤਰ੍ਹਾਂ ਦੀ ਕੰਧ ਤੇ ਮੂਹਰੇ ਵੱਖਰੀ ਤਰ੍ਹਾਂ ਦਾ ਦ੍ਰਿਸ਼। ਕੁਝ ਤਾਂ ਤਬਦੀਲੀ ਜਿਹੜੀ ਜ਼ਿੰਦਗੀ 'ਚ ਚਾਹੀਦੀ ਸੀ ਨਾ, ਉਹ ਸਾਨੂੰ ਮਿਲੀ ਹੈ। ਪਰ ਸਭ ਤੋਂ ਵੱਡੀ ਤਬਦੀਲੀ ਜਿਹੜੀ ਹੈ ਆਸਟ੍ਰੇਲੀਆ ਦੇ ਲੋਕਾਂ ਦੇ ਰਹਿਣ ਸਹਿਣ ਦੀ, ਉਹਨਾਂ ਦੇ ਅਨੁਸ਼ਾਸਨਬੱਧ ਹੋਣ ਨੇ ਜਿਹੜੀ ਉਹ ਦਿੱਤੀ ਹੈ। ਦੇਖਦੇ ਹਾਂ ਕਿ ਆਪਾਂ ਕਿੰਨੀ ਕੁ ਦੇਰ ਚੇਤਾ ਰੱਖਦੇ ਹਾਂ। ਇਹ ਨਜ਼ਾਰਾ ਬਹੁਤ ਆਇਆ ਵੈਸੇ ਬਾਠ ਸਾਹਿਬ ਦੇਖ ਕੇ ਨਾ, ਮੈਨੂੰ ਐਂ ਲੱਗਿਆ ਵੀ ਯਾਰ ਇੰਨੀ ਧਰਤੀ ਵਿਹਲੀ ਪਈ ਆ ਵੀ ਕਮਾਲ ਹੀ ਆ। ਤੁਸੀਂ ਨੋਟ ਕੀਤਾ ਜਦੋਂ ਆਪਾਂ ਅੱਜ ਫਿਰਦੇ ਆਉਂਦੇ ਸੀ ਤਾਂ ਉਹ ਕਿਵੇਂ ਪੱਥਰ ਕੱਢ ਕੱਢ ਕੇ ਤੇ ਵਾਹੀ ਯੋਗ ਜ਼ਮੀਨ ਬਣਾਈ ਜਾ ਰਹੀ ਹੈ। ਤੇ ਮੈਂ ਨਾ ਆਪਣੇ ਕੋਲੇ ਬਣਾਈਆਂ ਜ਼ਮੀਨਾਂ ਪਈਆਂ ਤੇ ਆਪਾਂ ਜਾੜੀ ਜਾਂਦੇ ਹਾਂ ਤੇ ਫਿਰ ਵੀ ਇਹ ਲੋਕ ਮਤਲਬ ਇਹ ਐਂ ਲੱਗਦਾ ਵੀ ਜਿਵੇਂ ਪੰਜਾਬ, ਜਿਵੇਂ ਕਹਿੰਦੇ ਨਹੀਂ ਵੀ ਪੰਜਾਬੋਂ ਗਏ ਸੀ ਤੇ ਯੂਪੀ ਆ ਕੇ ਤੇ ਜੰਗਲ ਜੁੰਗਲ ਪੁੱਟ ਕੇ ਤੇ ਉੱਥੇ ਆਪਣੇ ਪੰਜਾਬੀਆਂ ਨੇ ਪੈਲੀਆਂ ਬਣਾਈਆਂ ਜਾਂ ਗੁਜਰਾਤ ਜਾ ਕੇ ਬਣਾਈਆਂ, ਉੱਦਾਂ ਹੁਣ ਇੱਧਰ ਆ ਕੇ ਜਾਂ ਇੱਥੋਂ ਦੀ ਜਿਹੜੀ ਨਵੀਂ ਪਨੀਰੀ ਜਾਂ ਜਿਹੜੇ ਨਵੇਂ ਲੋਕ ਵਸ ਰਹੇ ਨੇ ਉਹ ਫਾਰਮ ਬਣਾ ਰਹੇ ਉਸੇ ਤਰ੍ਹਾਂ। ਤੇ ਮੈਨੂੰ ਲੱਗਦਾ ਵੀ ਆਉਣ ਵਾਲੇ 40-50 ਸਾਲਾਂ ਤੱਕ ਹੀ ਪੰਜਾਬ ਲੱਗਿਆ ਕਰੂਗਾ ਪੂਰਾ। ਦੇਖੋ, ਵੱਡੇ ਵੱਡੇ ਮੈਲਬਰਨ ਵਰਗੇ ਜਿਹੜੇ ਸ਼ਹਿਰ ਨੇ, ਬਾਹਰ ਜਿਹੜੀ ਨਵੀਂ ਕਲੋਨੀ ਘੱਟ ਹੁੰਦੀ ਜਿਹਨੂੰ ਸਬਰਬ ਕਹਿੰਦੇ ਨੇ ਸ਼ਹਿਰ, ਉੱਥੇ ਬਹੁਤੇ ਘਰ ਪੰਜਾਬੀਆਂ ਦੇ। ਟੈਕਸੀ ਕਿਸੇ ਨੂੰ ਹੱਥ ਦੇ ਲਓ, ਊਬਰ ਸੱਦ ਲਓ, ਕੋਈ ਹੋਰ ਸੱਦ ਲਓ, ਬਹੁਤੇ ਵਿੱਚੋਂ ਪੰਜਾਬੀ। ਰੈਸਟੋਰੈਂਟਾਂ ਦੇ ਵਿੱਚ ਕੰਮ ਕਰਦੇ ਬਹੁਤ ਸਾਰੇ ਵਿਦਿਆਰਥੀ ਜਿਹੜੇ ਆ, ਟਰੱਕ ਵੀ ਉਹ ਵੀ ਪੰਜਾਬੀਆਂ ਦੇ। ਸੋ ਕਹਿਣ ਦਾ ਭਾਵ ਹੈ ਕਿ ਇੱਥੇ ਆ ਕੇ ਇੱਕ ਦਿਨ ਵੀ ਨਹੀਂ ਮਹਿਸੂਸ ਹੋਇਆ ਵਿਦੇਸ਼ ਦੇ ਵਿੱਚ ਆਏ ਆ। ਹਰ ਤੀਸਰਾ ਬੰਦਾ ਜਿਹੜਾ ਪੰਜਾਬੀ ਹਿੰਦੀ ਬੋਲੀ ਜਾਂਦਾ। ਬਿਲਕੁਲ ਸਹੀ ਗੱਲ। ਸੋ ਇਹ ਵਧੀਆ ਲੱਗਿਆ ਜੀ ਸਾਨੂੰ ਇੱਥੇ ਆ ਕੇ। ਤੇ ਪਰ ਅਸੀਂ ਕੋਸ਼ਿਸ਼ ਕੀਤੀ ਆ ਵੀ ਸਾਡਾ ਰਾਬਤਾ ਇਹ ਨਾ ਹੋਵੇ ਕਿ ਵੀ ਇੰਡੀਆ ਤੋਂ ਚੱਕ ਕੇ ਮਾਲ ਕੇ ਇੱਥੇ ਲੈ ਤੇ ਅਸੀਂ ਰਾਬਤਾ ਤੋੜ ਕੇ ਬਹਿ ਜਾਈਏ। ਪ੍ਰੋਗਰਾਮ ਪ੍ਰਾਈਮ ਫੋਕਸ ਉਸੇ ਤਰ੍ਹਾਂ। ਸੋ ਸਾਨੂੰ ਖਬਰਾਂ ਦੇ ਉੱਪਰ ਸਾਡੀ ਨਿਗਾਹ ਉਸੇ ਤਰ੍ਹਾਂ ਨੇ। ਖਬਰਾਂ ਤੋਂ ਗੱਲ ਆਈ ਵੀ ਜਿਹੜੀ ਚੀਜ਼ ਦਾ ਕਿਆਫਾ ਯਟਾ ਲਾਇਆ ਸੀ ਨਾ, ਉਹ ਫਿਰ ਨਿਕਲ ਆਈ। ਨਹੀਂ ਦੇਖੋ, ਸਿਆਸੀ ਤੌਰ ਤੇ ਸੱਟ ਤਾਂ ਵੱਜਣੀ ਆ। ਹੁਣ ਤੁਸੀਂ ਇਹ ਨਾ ਕਹਿ ਦਿਓ ਕਿ ਨਵੇਂ ਕੋਈ ਉਮੀਦਵਾਰ ਆ ਗਿਆ ਫਿਰ ਮੇਰੇ ਲਈ ਔਖਾ ਹੋ ਜੂ। ਨਹੀਂ ਤੇ ਆਏ ਆਪਾਂ ਦੇਖੋ, ਮੈਨੂੰ ਇਹ ਲੱਗਦਾ ਵੀ ਜੇ ਆਪਣਾ ਕੋਈ ਪੁਰਾਣਾ ਉਹ ਫੋਕਸ ਕੱਢ ਕੇ ਦੇਖ ਲਈਏ ਤੇ ਆਪਾਂ ਕਿਹਾ ਸੀ ਕਿ ਵੀ ਬਾਦਲ ਪਰਿਵਾਰ ਐਤਕੀ ਹੋ ਸਕਦਾ ਖੁਦ ਇਲੈਕਸ਼ਨ ਲੜੇ, ਕਿਉਂਕਿ ਵੱਡੀ ਲੈਵਲ ਦੇ ਉੱਪਰ। ਆਪਾਂ ਤਾਂ ਖੈਰ ਵੱਡੇ ਬਾਦਲ ਸਾਹਿਬ ਦਾ ਕਿਆਫਾ ਲਾਇਆ ਸੀ, ਉਹ ਤਾਂ ਨਹੀਂ। ਪਰ ਸੁਖਬੀਰ ਬਾਦਲ ਸਾਹਿਬ ਦਾ ਐਲਾਨ ਹੋ ਗਿਆ ਫਿਰੋਜ਼ਪੁਰੋਂ ਤੇ ਬਠਿੰਡਾ ਤੋਂ ਹਰਸਿਮਰਤ ਬਾਦਲ ਹੋਰੀ। ਦੇਖੋ ਸੰਧਾਲੀਆ ਸਾਹਿਬ, ਗੱਲ ਇਹ ਹੈ ਕਿ ਇਸ ਵੇਲੇ ਬੀਬੀ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੋਵਾਂ ਦਾ ਨਾਮਾਂ ਦਾ ਐਲਾਨ ਕਿਹਨੇ ਕੀਤਾ? ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ। ਇਸ ਕਰਕੇ ਛਤਰਛਾਇਆ ਉਹਨਾਂ ਦੀ। ਸੀਟਾਂ 10 ਆਈਆਂ ਸੀ ਅਕਾਲੀਆਂ ਦੇ ਹਿੱਸੇ, ਉਹਦੇ ਵਿੱਚੋਂ 20% ਸੀਟਾਂ ਦੇ ਉੱਤੇ ਬਾਦਲ ਪਰਿਵਾਰ ਚੋਣ ਲੜ ਰਿਹਾ ਜੀ। 10 ਦੇ ਵਿੱਚੋਂ 2 ਤੇ। ਹੁਣ ਮੁਕਾਬਲਾ ਹੋਊਗਾ ਸਖਤ, ਫਸਣਗੇ ਕੁੰਡੀਆਂ ਦੇ ਸਿੰਘ। ਤੇ ਦੇਖੋ, ਹੈਰਾਨੀ ਦੀ ਗੱਲ ਕਿ ਪਿਛਲੇ ਦਿਨਾਂ ਤੋਂ ਇਹਨਾਂ ਦੋਵਾਂ ਹਲਕਿਆਂ ਦੇ ਵਿੱਚ ਪ੍ਰਚਾਰ ਤੇਜ਼ ਕੀਤਾ ਹੋਇਆ ਸੀ। ਹੁਣ ਇਹਦਾ ਮਤਲਬ ਹੈ ਕਿ ਜੇ ਦੋਵੇਂ ਸੀਟਾਂ ਜਿੱਤ ਲਈਆਂ ਬਾਦਲ ਪਰਿਵਾਰ ਦੀ, ਬੱਲੇ ਬੱਲੇ। ਜੇ ਦੋਵਾਂ ਦੇ ਵਿੱਚੋਂ ਇੱਕ ਜਿੱਤ ਲਈ ਤਾਂ ਵੀ ਬੱਲੇ ਬੱਲੇ, ਕਿ ਭਾਈ ਅਜੇ ਤੱਕ ਵੀ ਕਾਇਮ ਆ। ਤੇ ਦੋਵੇਂ ਹਾਰਨ ਵਾਲੀ ਗੱਲ ਤਾਂ ਹਾਲ ਦੀ ਘੜੀ ਜਿਹੜੀ ਹੈ ਉਹ ਔਖੀ ਲੱਗਦੀ, ਕਿਉਂਕਿ ਜ਼ੋਰ ਅਗਲਿਆਂ ਨੇ ਲਾਉਣਾ। ਪਰ ਇੱਕ ਗੱਲ ਹੈ, ਤੁਸੀਂ WhatsApp ਸ਼ਾਇਦ ਨੋਟ ਕੀਤਾ ਹੋਵੇ, ਸੁਖਪਾਲ ਖਹਿਰਾ ਹੋਰੀ ਜਦੋਂ ਬਠਿੰਡੇ ਗਏ ਆ ਤਾਂ ਉਹਨਾਂ ਦਾ ਮਨ ਸੀ ਵੀ ਭਾਈ ਮੈਂ ਬੀਬੀ ਬਾਦਲ ਨੂੰ ਹਰਾਉਣਾ ਜੀ। ਰਾਜਾ ਵੜਿੰਗ ਹੋਰਾਂ ਨੂੰ ਜਿੱਦਣ ਦੇ ਅਨਾਊਂਸ ਹੋ ਗਿਆ ਕੰਮ, ਉਹ ਆਪ ਵੀ ਤੁਹਾਨੂੰ ਪਤਾ ਉਹ ਇੱਕ ਦਿਨ ਇੱਕ ਘਰ 'ਚ ਵੀ ਰੁਕੇ ਸੀ ਮਾਤੜ ਪਰਿਵਾਰ ਦੇ, ਕਹਿੰਦੇ ਵੀ ਰੋਟੀ ਵੀ ਇੱਥੇ ਤੇ ਮੰਜਾ ਵੀ ਇੱਥੇ। ਹੁਣ ਇਹੋ ਜਿਹੇ ਡਰਾਮੇ ਇਸ ਮੌਕੇ 'ਤੇ ਆ ਕੇ ਕਰਕੇ ਤੁਹਾਨੂੰ ਲੱਗਦਾ ਵੀ ਕੁਛ ਹੱਲ ਹੋ ਜੂ? ਕਿਉਂਕਿ ਜੇ ਆਪਾਂ ਹਰਸਿਮਰਤ ਬਾਦਲ ਹੋਰਾਂ ਦੀ ਗੱਲ ਕਰੀਏ ਤਾਂ ਸੁੱਖ ਨਾਲ 10 ਸਾਲ ਹੋ ਗਏ ਉਹਨਾਂ ਦਾ ਸੇਮ ਹਲਕਾ। ਨਹੀਂ, ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਉਹ ਇੱਦਾਂ ਦੇ ਪਰਿਵਾਰ ਪੰਜਾਬ 'ਚ ਹੈਗੇ ਆ। ਮੈਨੂੰ ਨਹੀਂ ਲੱਗਦਾ, ਕਿਉਂਕਿ ਉਹ ਤਾਂ ਕਿਤੇ ਬਾਹਰ ਦੀ ਫੋਟੋ ਹੋ ਸਕਦੀ ਹੈ, ਕਿਸੇ ਹੋਰ ਸੂਬੇ ਦੀ। ਪੰਜਾਬ ਦੀ ਤਾਂ ਹੈ ਹੀ ਨਹੀਂ। ਕਿਉਂਕਿ ਜਦੋਂ 97 'ਚ ਬਾਦਲ ਸਾਹਿਬ ਮੁੱਖ ਮੰਤਰੀ ਬਣੇ, ਉਹ ਵੀ ਕਹਿੰਦੇ ਸੀ ਮੈਂ ਪੰਜਾਬ ਦਾ ਵਿਕਾਸ ਬਹੁਤ ਕੀਤਾ। ਫਿਰ ਕਪਤਾਨ ਸਾਹਿਬ 2002 'ਚ ਆਏ ਸੀ, ਉਹ ਵੀ ਕਹਿੰਦੇ ਮੈਂ ਗਰੀਬੀ ਰੇਖਾ ਤੋਂ ਸਾਰੇ ਉੱਪਰ ਚੱਕ ਦਿੱਤੇ। ਉਹਦੇ ਤੋਂ ਬਾਅਦ ਫਿਰ ਜਿਹੜੇ ਬਾਦਲ ਸਾਹਿਬ 2 ਵਾਰੀ ਰਹੇ, ਉਹ ਵੀ ਕਹਿੰਦੇ ਸੀ ਵਿਕਾਸ ਬੜਾ ਕੀਤਾ। ਹੁਣ 2 ਸਾਲਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਫਿਰ ਕਹਿੰਦੇ ਮੈਂ ਵਿਕਾਸ ਬੜਾ ਕੀਤਾ। ਉਹ ਪਰਿਵਾਰ ਪੰਜਾਬ ਦਾ ਨਹੀਂ ਹੋ ਸਕਦਾ। ਇੱਕ ਮੈਂ ਰੋਕ ਦੇਵਾਂ, ਤੁਹਾਨੂੰ ਲੱਗਦਾ ਹੋਣਾ ਵੀ ਸਾਡੇ ਪਿੱਛੇ ਅਚਾਨਕ ਤੋਂ ਬੱਤੀ ਜੀ ਕਿਵੇਂ ਜਗ ਪਈ? ਇਹ ਬੱਤੀ ਨਹੀਂ ਜਗ ਰਹੀ। ਅੱਜ ਅਸੀਂ ਬਿਲਕੁਲ ਸਾਹਮਣੇ ਸਾਡੇ ਸੂਰਜ ਹੈ, ਬੱਦਲਾਂ ਦੇ ਨਾਲ ਅਟਕੇਲੀਆਂ ਕਰ ਰਿਹਾ। ਹੁਣ ਉਹ ਥੋੜ੍ਹਾ ਨਿਕਲ ਆਇਆ ਤਾਂ ਕਰਕੇ ਥੋੜ੍ਹਾ ਚਾਨਣ ਜਿਹਾ ਵੱਧ ਗਿਆ ਹੋਣਾ। ਤੇ ਅਸੀਂ ਨੈਚੁਰਲ ਮਾਹੌਲ ਦੇ ਵਿੱਚ ਅੱਜ ਬਹਿ ਕੇ ਇਹ ਪ੍ਰੋਗਰਾਮ ਕਰ ਰਹੇ ਹਾਂ। ਅਸੀਂ ਕੋਸ਼ਿਸ਼ ਕੀਤੀ ਵੀ ਸਟੂਡੀਓ 'ਤੇ ਸਾਰੀ ਉਮਰ ਹੀ ਕਰਨਾ ਯਾਰ, ਜਿੱਥੇ ਆਏ ਉੱਥੋਂ ਦਾ ਮਾਹੌਲ ਚਾਲ ਤੇ ਇੰਜੋਏ ਕਰੀਏ। ਨਹੀਂ ਦੇਖੋ, ਜਿੱਥੇ ਜਿੱਥੇ ਅਸੀਂ ਤੁਰਦੇ ਸਾਡਾ ਪਰਛਾਵਾਂ ਤਾਂ ਨਾਲ ਹੀ ਜਾਣਾ ਨਾ। ਇਹ ਕੋਈ ਗਾਣਾ ਸੀ, ਉਹ ਸੁਣਾਓ ਮਾੜਾ ਜਿਹਾ। ਨਹੀਂ, ਮੈਂ ਤਾਂ ਉਹ ਸੁਣਾਉਣਾ। ਮੈਂ ਪ੍ਰਾਇਮਰੀ ਸਕੂਲੇ ਪਹੁੰਚ ਗਿਆ। ਸੂਰਜਾ ਸੂਰਜਾ ਫੱਟੀ ਸਕਾ, ਸਾਡੀ ਕੋਠੀ ਦਾਣੇ ਪਾ। ਉਹ ਨਹੀਂ ਯਾਰ, ਉਹ ਕਿਧਰੋਂ ਆ ਗਿਆ? ਉਹ ਨਹੀਂ ਮੈਂ ਤੁਰਾਂ ਤੇ ਮੇਰਾ ਨਾਲ ਤੁਰੇ ਪਰਛਾਵਾਂ। ਜਿੰਦੇ ਮੇਰੀ
ਹਾਂ ਹੇਕ ਤਾਂ ਤੁਸੀਂ ਲਾਉਣੀ, ਮੈਂ ਤਾਂ ਕੋਰਸ ਦੇਣਾ ਸੀ ਸੱਚ। ਨਹੀਂ ਮੇਰੇ ਕੋਲੋਂ ਗੱਲ ਨਹੀਂ ਬਣਨੀ, ਆਪਾਂ ਸਿੰਗਿੰਗ ਵਾਲਾ ਕੰਮ ਆਪਣਾ ਢਿੱਲਾ ਥੋੜਾ ਜਿਹਾ। ਆਪਾਂ ਆਸਾ ਸਿੰਘ ਮਸਤਾਨਾ ਨੂੰ ਨਾ ਆਪਣੇ ਆਪ ਤੇ ਬਹੁਤਾ ਪ੍ਰਭਾਵੀ ਨਾ ਹੋਣ ਦੀ, ਆਪਾਂ ਅੱਗੇ ਨੂੰ ਤੁਰੀਏ। ਆਪਾਂ ਬੀਬੀ ਬਾਦਲ ਦੀ ਗੱਲ ਕਰਦੇ ਸੀ। ਕਰ ਲਓ। ਦੇਖੋ ਹੁਣ ਨਾ ਇਹਨਾਂ ਦੋਵਾਂ ਹਲਕਿਆਂ ਦੇ ਵਿੱਚ ਕਮਾਲ ਦੀਆਂ ਟੱਕਰਾਂ ਹੋਣਗੀਆਂ, ਕਹਿੰਦੇ ਨੇ ਹੌਟ ਸੀਟਸ ਹੋ ਗਈਆਂ ਹੁਣ ਦੋਨੇ ਤੱਤੀਆਂ। ਹੁਣ ਬੀਬੀ ਹਰਸਿਮਰਤ ਕੌਰ ਬਾਦਲ ਦਾ ਬਠਿੰਡਿਓਂ ਮੁਕਾਬਲਾ ਇੱਕ ਪਾਸੇ ਸੁਖਪਾਲ ਸਿੰਘ ਖਹਿਰੇ ਦੇ ਨਾਲ, ਦੂਜੇ ਪਾਸੇ ਮੁਕਾਬਲਾ ਬੀਬੀ ਬਲਜਿੰਦਰ ਕੌਰ ਦੇ ਨਾਲ, ਤੀਸਰੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ। ਹੁਣ ਇਹ ਚਾਰਾਂ ਦੇ ਵਿੱਚ, ਕਿਉਂਕਿ ਕੋਈ ਵੀ ਨਹੀਂ ਕਹਿੰਦਾ ਅਸੀਂ ਘੱਟ, ਤੇ ਪਤਾ ਇੱਥੋਂ ਤੱਕ ਵੀ ਲੱਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਚਾਰਾਂ ਦੇ ਹੱਕ 'ਚ ਸਾਰੇ ਪੰਜਾਬ 'ਚੋਂ ਚਾਰਾਂ ਪਾਰਟੀਆਂ ਦੇ ਵਲੰਟੀਅਰ ਜਾਣਗੇ। ਬਿਲਕੁਲ ਸਹੀ। ਤੇ ਨਾਲ ਦੀ ਨਾਲ ਜੇ ਆਪਾਂ ਗੁਆਂਢ ਦੇ ਵਿੱਚ ਫਿਰੋਜ਼ਪੁਰ ਚਲੇ ਜਾਈਏ, ਉੱਥੇ ਸੁਖਬੀਰ ਸਿੰਘ ਬਾਦਲ ਨੂੰ ਸਭ ਤੋਂ ਵੱਡੀ ਟੱਕਰ ਪਤਾ ਕਿਹਨੇ ਦੇਣੀ ਹੈ? ਸ਼ੇਰ ਸਿੰਘ ਘੁਬਾਇਆ ਨੇ। ਤੁਹਾਨੂੰ ਯਾਦ ਆ ਨਿੱਕੇ ਘੁਬਾਇਆ ਸਾਹਿਬ ਦਾ ਬਿਆਨ ਜੀ? ਉਹਨਾਂ ਦੇ ਜਿਹੜਾ ਇੱਕ ਵਰਡ ਸੀ ਬੜਾ ਮਕਬੂਲ ਹੋਇਆ ਸੀ, ਉਹ ਕਹਿੰਦੇ ਵੀ ਇੱਕ ਨਾ ਸੁਖਬੀਰ ਬਾਦਲ ਸਾਹਿਬ ਐਲਾਨ ਤਾਂ ਕਰਨ, ਜੁੱਲੀ ਬਿਸਤਰਾ ਚੁਕਾ ਕੇ ਭੇਜਾਂਗੇ। ਹੁਣ ਪਤਾ ਨਹੀਂ ਜੁੱਲੀ ਬਿਸਤਰਾ ਉਹ ਚੁਕਾਉਂਦੇ ਨੇ ਜਾਂ ਫਿਰ ਜੁੱਲੀ ਬਿਸਤਰਾ ਇੱਧਰ ਹੀ ਗੋਲ ਹੋ ਜਾਂਦਾ ਕਿਤੇ। ਦੇਖੋ ਦਵਿੰਦਰ ਸਿੰਘ ਘੁਬਾਇਆ ਹੋਰੀ ਬਹੁਤ ਵੱਡੇ ਬੰਦੇ ਨੇ, ਛੋਟੀ ਉਮਰੇ ਵੱਡੇ ਬਣ ਗਏ, ਇੱਕ ਤਾਂ ਐਮਐਲਏ ਬਣ ਗਏ। ਇਹ ਤਾਂ ਪਤਾ ਨਹੀਂ ਕਿ ਭਾਈ ਇਲੈਕਸ਼ਨ ਦੇ ਰਿਜ਼ਲਟ ਨੇ ਜੁੱਲੀ ਬਿਸਤਰਾ ਕਿਹਦਾ ਚੁਕਾਉਣਾ, ਪਰ ਭਾਈ ਤੁਸੀਂ ਅਦਾਲਤ ਦੇ ਵਿੱਚ ਜਾ ਕੇ ਕੇਸ ਸੰਭੋ। ਬਿਲਕੁਲ ਸਹੀ। ਜਿੱਥੇ ਉਮਰ ਦਾ ਕੇਸ ਹੈ, ਕਿਤੇ ਅਦਾਲਤ ਜੁੱਲੀ ਬਿਸਤਰਾ ਆਪਦਾ ਨਾ ਇਕੱਠਾ ਕਰਾ ਦੇਵੇ, ਫਿਰ ਮੁੜ ਕੇ ਬੰਨਣ ਨੂੰ ਜਿਹੜਾ ਨਾ ਰੱਸਾ ਵੀ ਨਹੀਂ ਲੱਭਦਾ ਹੁੰਦਾ ਕਿਤੇ। ਅੱਛਾ ਵੈਸੇ ਇੱਕ ਗੱਲ ਹੈ ਨਾ, ਉਹ ਜਿਹੜਾ ਇੱਕ ਗਾਣਾ ਬਣਿਆ ਮੈਨੂੰ ਲੱਗਦਾ ਇੱਥੇ ਜ਼ਿਆਦਾ ਫਿੱਟ ਨਹੀਂ ਵੱਜਦਾ, ਉੱਥੇ ਉਮਰਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰਾ ਪਰਿਵਾਰ ਪੁੱਛਣਾ। ਤੁਸੀਂ ਪ੍ਰਭਾਤ ਫੇਰੀ ਤੇ ਆਏ ਆ? ਨਹੀਂ ਮੈਂ ਤਾਂ ਟਿਊਨ ਲਾਈ ਹੈ, ਬਣਦੀ ਹੈ ਕਿ ਨਹੀਂ ਬਣਦੀ? ਨਹੀਂ ਠੀਕ ਹੈ, ਮੈਂ ਤੁਹਾਨੂੰ ਇਹ ਦੱਸ ਦਿਆਂ ਜੀ, ਆਉਣ ਵਾਲੇ ਲੰਬੇ ਸਮੇਂ ਤੋਂ ਰਿਆਜ਼ ਕਰ ਰਹੇ ਨੇ ਤੜਕੇ ਉੱਠ ਕੇ, ਤੇ ਹਾਜ਼ਰੀਨ ਨਾਜ਼ਰੀਨ, ਗੁਰੂ ਜੀ ਨੇ ਕਿਹਾ ਤੇ ਮੈਂ ਪੇਸ਼ ਕਰਨ ਜਾ ਰਿਹਾ ਤੁਹਾਡੀ ਸਾਰਿਆਂ ਦੀ ਡਿਮਾਂਡ ਤੇ ਜੀ, ਹੈ ਨਾ। ਇਦਾਂ ਉਹ ਜ਼ਰੂਰੀ ਹੁੰਦਾ ਕਰਨਾ ਇਦਾਂ ਥੋੜਾ। ਮੈਂ ਤਾਂ ਇਹਨਾਂ ਨੂੰ ਇਹ ਵੀ ਕਿਹਾ ਸੀ ਕਿ ਜੇ ਤੁਸੀਂ ਬਹੁਤ ਵੱਡੇ ਕਲਾਕਾਰ ਬਣ ਗਏ ਨਾ, ਜਾਂ ਤਾਂ ਮੈਨੂੰ ਆਪਣੇ ਪ੍ਰੋਗਰਾਮ ਬੁੱਕ ਕਰਨ ਤੇ ਰੱਖ ਲਿਓ, ਤੇ ਜਾਂ ਫਿਰ ਮੈਂ ਤੁਹਾਡਾ ਸਟੇਜ ਸੈਕਟਰੀ ਬਣ ਜਾਣਾ। ਨਹੀਂ ਗੱਲ ਨਹੀਂ ਬਣਨੀ ਬਾਟ ਸਾਹਿਬ, ਉੱਥੇ ਚਾਹੀਦਾ ਬੰਦਾ ਜੀਜ਼ਾ ਜੀ ਕਹਿਣ ਵਾਲਾ। ਤੁਸੀਂ ਜਨਾਬ ਜੀਜ਼ਾ ਜੀ ਆਏ ਨਹੀਂ, ਦੁੱਲਾ ਸਾਹਿਬ ਦੀ ਜੀਜ਼ੀ, ਤੇ ਤੁਸੀਂ ਉੱਥੇ ਚੰਗੀ ਤਰ੍ਹਾਂ ਬੋਲੀ ਜਾਣਾ। ਉਹਨਾਂ ਕਹਿਣਾ ਯਾਰ ਇਹ ਬੰਦਾ ਖਬਰਾਂ ਹੀ ਦੇਈ ਜਾਂਦਾ, ਮਾਹੌਲ ਚਾਲ ਸਾਡਾ ਰੌਣਕ ਮੇਲੇ ਵਾਲਾ, ਤੇ ਤੁਸੀਂ ਕੋਈ ਨਾ ਕੋਈ ਸੀਰੀਅਸ ਗੱਲ ਕਰਦੇ ਨੇ ਉਹਨਾਂ ਢਾਹ ਲੈਣਾ, ਕਿਉਂਕਿ ਜੀਜ਼ਾ ਜੀ ਨੂੰ ਗੁੱਸਾ ਆ ਗਿਆ। ਕਈ ਬੰਦਿਆਂ ਨੂੰ ਭੁਲੇਖਾ ਹੁੰਦਾ ਕਿ ਕਲਾਕਾਰ ਉਹਨਾਂ ਨੇ ਬਣੀ ਜਾਣਾ। ਚਲੋ ਆਪਾਂ ਅੱਗੇ ਨੂੰ ਫਿਰੋਜ਼ਪੁਰ ਵੱਲ ਫੇਰ ਤੁਰਦੇ ਹਾਂ। ਮਾੜੀ ਕੀਤੀ ਨਾ। ਨਹੀਂ ਮੈਂ ਸਾਰੀ ਉਮਰ ਇਹੋ ਕੰਮ ਹੀ ਕਰਨਾ। ਮੈਂ ਕਿਹਾ ਠੰਡੂ ਰਾਤ ਇੱਕ ਨਾ ਆਪਾਂ ਕਿਤੇ ਉਹੀ ਗੱਲ ਨਾ ਹੋਵੇ। ਗੱਲ ਤਾਂ ਸੁਣੋ, ਆਪਾਂ ਕਿਤੇ ਗਾਉਣ ਵਾਲੇ ਬਣ ਜਾਈਏ ਨਾ, ਸੁੱਖ ਨਾ ਦੇਖ ਬਾਹਰਲੇ ਮੁਲਕਾਂ 'ਚ ਆਪਾਂ ਘੁੰਮਣਾ ਸਰਦਾਰ ਜੀ ਨਾਲ, ਮਾਡਲਾਂ ਸ਼ਾਡਲਾਂ ਤੇ ਮਾਰਕ ਬਿਊਟੀ ਪਰ। ਅੱਛਾ ਹੋਰ ਸੁਣੋ, ਆਪਾਂ ਨੂੰ ਪੰਜਾਬੀ ਫਿਲਮ 'ਚ ਵੀ ਕਿਸੇ ਨਾ ਕਿਸੇ ਨੇ ਲੈ ਲੈਣਾ ਜੇ ਆਪਣਾ ਰੁਕ ਆ ਜੇ ਤੇ, ਏਦਾਂ ਕਿਸੇ ਨੇ ਕੀ ਲੈਣਾ। ਨਹੀਂ ਮੈਂ ਤਾਂ ਇਹ ਵੀ ਸੋਚਦਾ ਵੀ ਮੇਰੀ ਨੌਕਰੀ ਤਾਂ ਹੈ ਨਹੀਂ, ਕਿਉਂਕਿ ਮੈਨੂੰ ਤਾਂ ਕਿਸੇ ਨੇ ਬਾਉਂਸਰ ਵੀ ਨਹੀਂ ਰੱਖਣਾ। ਨਹੀਂ ਹੀਰੋ ਨਹੀਂ ਆ ਸਕਦੇ ਤੁਸੀਂ। ਬਾਟ ਸਾਹਿਬ ਸੋਚੋ ਤੇ ਸਹੀ, ਕਲਪਨਾ ਕਰੋ। ਮਤਲਬ ਚਲੋ 4.5 ਐਬਸ ਤੁਹਾਡੇ ਬਣ, ਕਿਉਂਕਿ ਮੈਂ 8 ਨਹੀਂ ਕਹਿੰਦਾ, ਕਿਉਂਕਿ ਉਹ ਤਾਂ ਮੈਨੂੰ ਪਤਾ ਬਣਨੇ ਨਹੀਂ। 4.5 ਮੈਂ ਤਾਂ ਕਹਿਣਾ ਵੀ ਚਲੋ 4 ਤਾਂ ਲਗਭਗ ਬਣ ਹੀ ਜਾਣਗੇ ਔਖੇ ਸੌਖੇ, ਅੱਧਾ ਕੁ ਤੁਸੀਂ ਹੋਰ ਮਿਹਨਤ ਨਾਲ ਬਣਾ ਲਓ ਨਾ। ਮੈਨੂੰ 3 ਮਹੀਨੇ ਪਹਿਲਾਂ ਦੱਸ ਦਿਓ, ਭਾਰਤ ਦੇ ਬਾਜ਼ਾਰਾਂ ਦੇ ਵਿੱਚੋਂ ਬੜਾ ਪਾਊਡਰ ਸ਼ਾਊਡਰ ਕਹਿੰਦੇ ਇਦਾਂ ਦਾ ਮਿਲਦਾ, ਮਹੀਨੇ ਦੇ ਵਿੱਚ ਹੀ ਬੰਦਾ ਜਿਹੜਾ ਤੁਹਾਡੇ ਤੋਂ ਵੀ ਉੱਚਾ ਲੰਬਾ ਹੋ ਜੂ। ਕਿਡਨੀਆਂ ਨਾ ਬਹਾ ਕੇ ਬਹਿ ਜਾਓ ਕਿਤੇ ਐਵੇਂ ਖਾ ਕੇ ਇਹੋ ਜਿਹਾ ਕੁਝ ਬਾਬਾ ਜੀ, ਉਹ ਵਧੀਆ ਚੀਜ਼ ਨਹੀਂ ਹੁੰਦੀ ਕੋਈ। ਚਲੋ ਆਪਾਂ ਹੁਣ ਇੱਧਰੋਂ ਫਿਰ ਫਿਰੋਜ਼ਪੁਰ ਨੂੰ ਚੱਲ ਜਾਂਦੇ ਹਾਂ। ਮੁੜਦੇ ਨਹੀਂ ਤੁਸੀਂ ਉਧਰੋਂ? ਹੈ ਮੈਂ ਫਿਰੋਜ਼ਪੁਰੋਂ ਹੋ ਕੇ ਆਉਣਾ, ਕਿਉਂਕਿ ਬਾਰਡਰ ਵਾਲਾ ਏਰੀਆ, ਕਿੰਨੂਆਂ ਦਾ ਏਰੀਆ, ਉੱਥੇ ਕਿਸਾਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ, ਤੇ ਸੁਖਬੀਰ ਸਿੰਘ ਬਾਦਲ ਹੋਰੀ ਕੈਂਡੀਡੇਟ ਅਕਾਲੀ ਦਲ ਬਾਦਲ ਤੇ ਭਾਜਪਾ ਦੇ ਮੁਕਾਬਲਾ ਜਿਹੜਾ ਉਹਨਾਂ ਦਾ ਸ਼ੇਰ ਸਿੰਘ ਘੁਬਾਇਆ ਦੇ ਨਾਲ। ਤੇ ਸ਼ੇਰ ਸਿੰਘ ਘੁਬਾਇਆ ਉਹ ਬੰਦੇ ਜਿਨ੍ਹਾਂ ਨੇ ਕੁਝ ਸਾਲ ਪਹਿਲਾਂ ਇਹ ਕਹਿ ਕੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਲਈ ਜਲਾਲਾਬਾਦ ਦੀ ਸੀਟ ਖਾਲੀ ਕੀਤੀ ਸੀ ਕਿ ਭਾਈ ਸਾਡੀ ਪਾਰਟੀ ਦੇ ਵੱਡੇ ਲੀਡਰ ਨੇ, ਤੇ ਲੋਕਾਂ ਨੂੰ ਜਾ ਕੇ ਕਹਿੰਦੇ ਪਤਾ ਕੀ ਸੀ, ਇਹਨਾਂ ਤੋਂ ਵਧੀਆ ਨਹੀਂ ਹੋ ਸਕਦਾ ਕੋਈ, ਇਹਨਾਂ ਨੂੰ ਵੋਟਾਂ ਪਾਇਓ। ਸਮਝ ਲਓ ਤੁਸੀਂ ਸ਼ੇਰ ਸਿੰਘ ਘੁਬਾਇਆ ਨੂੰ ਵੋਟਾਂ ਪਾਉਨੇ ਹੋ। 3 ਵਾਰੀ ਉਹਨਾਂ ਦੇ ਹੱਕ 'ਚ ਪ੍ਰਚਾਰ ਕਰਨ ਵਾਲੇ ਸ਼ੇਰ ਸਿੰਘ ਘੁਬਾਇਆ ਹੁਣ ਕਿਹੜੇ ਮੂੰਹ ਦੇ ਨਾਲ, ਕਿਹੜੀ ਭਾਸ਼ਾ ਦੇ ਨਾਲ, ਕਿਹੜੇ ਤਰਕਾਂ ਦੇ ਨਾਲ, ਕਿਹੜੇ ਸਬੂਤਾਂ ਦੇ ਨਾਲ, ਕਿਹੜੇ ਪ੍ਰਮਾਣਾਂ ਦੇ ਨਾਲ ਹੁਣ ਸੁਖਬੀਰ ਸਿੰਘ ਬਾਦਲ ਨੂੰ ਮਾੜਾ ਕਹਿਣਗੇ, ਇਸ ਗੱਲ ਦਾ ਵੀ ਇੰਤਜ਼ਾਰ ਰਹੂਗਾ। ਤੇ ਦੂਸਰੀ ਗੱਲ, ਜਦੋਂ ਸੁਖਬੀਰ ਸਿੰਘ ਬਾਦਲ ਕਹਿਣਗੇ ਕਿ ਸ਼ੇਰ ਸਿੰਘ ਘੁਬਾਇਆ ਨੂੰ ਵੋਟ ਨਾ ਪਾਇਓ, ਤਾਂ ਲੋਕੀ ਕਿਤੇ ਨਾ ਕਿਤੇ ਸਵਾਲ ਕਰ ਹੀ ਲੈਣਗੇ ਕਿ ਤੁਸੀਂ ਬੰਦੇ ਨੂੰ ਕਈ ਵਾਰੀ ਐਮਐਲਏ ਬਣਾਇਆ, ਕਈ ਵਾਰੀ ਐਮਪੀ ਬਣਾਇਆ, ਕਿ ਉਦੋਂ ਇਹਦੀਆਂ ਨਾ ਪੱਖੀ ਗੱਲਾਂ ਜਿਹੜੀਆਂ ਨੇ ਉਸ ਘੜੇ ਦੇ ਉੱਤੇ ਪਲੇਟ ਰੱਖੀ ਹੋਈ ਸੀ। ਹੁਣ ਉੱਥੋਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨੇ ਜਿਹੜੀ ਹੈ ਕਾਮਰੇਡਾਂ ਨੂੰ ਸੀਟ ਛੱਡੀ ਹੈ, ਹੰਸਰਾਜ ਗੋਲਡਨ ਹੋਰੀ ਸ਼ਾਇਦ ਉੱਥੋਂ ਉਮੀਦਵਾਰ ਨੇ। ਇਹਦੇ ਤੋਂ ਇਲਾਵਾ ਜਿਹੜੇ ਨੇ ਕਾਕਾ, ਇੱਕ ਛੋਟਾ ਨਾਂ ਨਹੀਂ ਹੈ ਕਿਉਂਕਿ ਕਿਸਾਨ ਪਰਿਵਾਰ ਦੇ ਨਾਲ ਸੰਬੰਧ ਰੱਖਦੇ, ਹਰਜਿੰਦਰ ਸਿੰਘ ਕਾਕਾ, ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ। ਮਿਹਨਤ ਉਹਨਾਂ ਨੇ ਪਿਛਲੇ ਸਮੇਂ 'ਚ ਬੜੀ ਕੀਤੀ, ਪਰ ਫਿਰ ਵੀ ਲੱਗਦਾ ਫਿਰੋਜ਼ਪੁਰ ਤੋਂ ਵੱਧ ਫਸਮਾ ਮੁਕਾਬਲਾ ਜਿਹੜਾ ਉਹ ਬਠਿੰਡੇ ਦੇ ਵਿੱਚ ਹੋਣ ਦੀ ਸੰਭਾਵਨਾ ਐਤਕੀ ਬਾਕੀ ਸਾਰੀਆਂ ਸੀਟਾਂ ਤੋਂ ਧਿਆਨ ਹਟ ਕੇ ਬਠਿੰਡਾ ਤੇ ਫਿਰੋਜ਼ਪੁਰ ਤੇ ਲੱਗਾ ਰਹੂਗਾ। ਬਿਲਕੁਲ ਸਹੀ ਗੱਲ। ਵੈਸੇ ਆਪਾਂ WhatsApp ਪਹਿਲਾਂ ਵੀ ਜ਼ਿਕਰ ਕੀਤਾ ਸੀ, ਮੇਰਾ ਖਿਆਲ ਆਪਾਂ ਜੋਤਸ਼ੀ ਵਾਲੀ ਗੱਲ ਮੈਂ ਵਾਰ-ਵਾਰ ਤਾਂ ਕਹਿਣਾ ਵੀ ਸ਼ਾਇਦ ਕਿਸੇ ਵੇਲੇ ਹੁੰਦਾ ਵੀ ਯਾਰ ਜੇ ਆਹ ਕੰਮ ਨਾ ਚੱਲਿਆ ਤੇ ਆਪਾਂ
ਉਹ ਨਗ ਜੇ ਮੰਤਰੀ ਤਾਂ ਦੱਸਣ ਵਾਲਾ ਚਲਾ ਹੀ ਸਕਦੇ ਆ ਨਾ। ਤੁਸੀਂ ਦੇਖੋ ਆਪਾਂ ਕਿਹਾ ਸੀ ਕਿ ਵੀ ਬਹੁਤ ਸਾਰੇ MLA ਜਿਹੜੇ ਨੇ ਵਿਧਾਨ ਸਭਾ 'ਚ ਬਾਹਰ ਆਉਣ ਨੂੰ ਫਿਰਦੇ ਆ। ਸੁਖਬੀਰ ਬਾਦਲ ਸਾਹਿਬ ਜਲਾਲਾਬਾਦ ਤੋਂ, ਬੀਬੀ ਬਲਜਿੰਦਰ ਕੌਰ, ਨਾਲ ਹੁਣ ਰਾਜਾ ਵੜਿੰਗ ਹੋਰੀ ਵੀ ਆ ਗਏ। ਜੇ ਤੁਸੀਂ ਇੱਧਰ ਵਾਲੇ ਪਾਸੇ ਨੂੰ ਗੇੜਾ ਸਿਮਰਜੀਤ ਬੈਂਸ ਹੋਰੀ, ਡਾਕਟਰ ਰਾਜਕੁਮਾਰ ਚੱਬੇਵਾਲ, ਬੜੇ ਬੰਦੇ ਨੇ ਮਤਲਬ ਜਿਹੜੇ ਅਲੱਗ-ਅਲੱਗ ਪਾਰਟੀਆਂ। ਸ਼ਾਇਦ ਆਪਾਂ ਹੋਰ ਵੀ ਕੋਈ ਭੁੱਲ ਰਹੇ ਕਿ ਨਹੀਂ। ਅਮਰਿੰਦਰ ਰਾਜਾ ਵੜਿੰਗ ਤਾਂ ਮੁਕਾਬਲੇ 'ਚ ਹੈਗੇ ਹੀ ਨੇ। ਸੁਖਪਾਲ ਖਹਿਰਾ ਸਾਹਿਬ ਦਾ ਨਾਂ ਲੈ ਲਿਆ ਮੈਂ। ਨਹੀਂ, ਖਹਿਰਾ ਸਾਹਿਬ ਤੋਂ ਬਾਅਦ ਤੁਸੀਂ ਮਾਸਟਰ ਬਲਦੇਵ ਸਿੰਘ ਜੈਤੋ ਦਾ ਚੇਤਾ ਕਿੱਦਾਂ ਭੁਲਾ ਸਕਦੇ? ਬਿਲਕੁਲ ਸਹੀ ਗੱਲ ਹੈ। ਹੁਣ ਮਤਲਬ ਕਈ ਬੰਦੇ ਨੇ ਜੀ ਆਉਣ ਵਾਲੇ ਸਮੇਂ 'ਚ ਇਹ ਜਿਹੜੀਆਂ ਚੋਣਾਂ ਨਿਬੜਨੀਆਂ ਨੇ, ਅੜਦਾ ਜਾਂ ਕਿਉਂ ਮੈਂ? ਨਹੀਂ ਦੇਖੋ, ਮੈਂ ਤੁਹਾਨੂੰ ਦੱਸ ਦਿਆਂ ਜੀ, ਇੱਥੇ ਲੋਕ ਚਾਹ 'ਚ ਪੱਤੀ ਪਾਉਂਦੇ ਨੇ ਘੱਟ, ਤੇ ਇਹ ਡਰਾਈਵਰਾਂ ਵਾਲੀ ਪੀਂਦੇ ਜੀ। ਕਾਨੇ ਗੜਵੀ ਜਿਹਨੂੰ ਇਹ ਕਾਨੇ ਗੜਵੀ ਚਾਹ ਕਿਹੋ ਜਿਹੀ ਹੁੰਦੀ ਪਤਾ? ਮੈਂ ਕਦੀ ਪੀਤੀ ਨਹੀਂ। ਕਾਨੇ ਗੜਵੀ ਚਾਹ ਮੈਂ ਤੁਹਾਨੂੰ ਐਕਸਪਲੇਨ ਕਰਦਾ। ਕਾਨੇ ਗੜਵੀ ਚਾਹ ਹੁੰਦੀ ਆ ਕਿਉਂਕਿ ਜਿਹਦੇ 'ਚ ਪੱਤੀ ਵੀ ਠੋਕੇ ਹੋਵੇ ਤੇ ਮਿੱਠਾ ਵੀ ਠੋਕੇ ਹੋਵੇ, ਕਿਉਂਕਿ ਮਿੱਠੇ ਨਾਲ ਚਾਹ ਗਾੜੀ ਹੋ ਜਾਣੀ ਆ, ਦੁੱਧ ਨਾਲ ਵੀ ਸੰਘਣੀ ਹੋ ਜਾਣੀ। ਉਹ ਕਹਿੰਦੇ ਵੀ ਕਾਨਾ ਐਂ ਵਿੱਚ ਖਿਲਾਰੀਏ ਤੇ ਐਂ ਸਿੱਧਾ ਖਲੋ ਜਾਵੇ, ਇੰਨੀ ਸੰਘਣੀ ਹੋ ਜਾਵੇ, ਉਹਨਾਂ ਨੇ ਕਾਨੇ ਗੜਵੀ ਚਾਹ। ਉਹ ਕਹਿੰਦੇ ਵੀ ਇੱਕ ਵਾਰ ਪੀ ਲਓ ਤੇ ਫਿਰ 90 ਮੀਲ ਤੱਕ ਨਹੀਂ ਲੋੜ ਪੈਂਦੀ। 90 ਮੀਲ ਵਾਲੀ ਚਾਹ ਵੀ ਕਹਿੰਦੇ ਉਹਨੂੰ, ਹੈ ਨਾ। 90 ਮੀਲ ਵਾਲੀ ਚਾਹ ਦਾ ਮਤਲਬ ਪਤਾ ਲੱਗਿਆ ਨਾ। ਨਹੀਂ, ਕੱਲ ਦਾ ਜਿਹੜਾ ਫੋਕਸ ਕੀਤਾ ਸੀ, ਉਹ ਤੋਂ ਪਹਿਲਾਂ ਮੈਂ ਸੋਚਿਆ ਸੀ ਕਿ 90 ਮੀਲ ਵਾਲੀ ਚਾਹ ਤੁਹਾਨੂੰ ਪਿਲਾ ਦਈਏ, ਘੱਟੋ ਘੱਟ ਅੱਖਾਂ ਤਾਂ ਖੁੱਲੀਆਂ ਰਹਿਣ। ਨਹੀਂ, ਉਹ ਆਪਾਂ ਤਾਂ ਨਹੀਂ ਪੀਤੀ ਨੇ ਕਿਉਂਕਿ 90 ਮੀਲ ਵਾਲੀ ਚਾਹ ਆਪਾਂ ਉਦੋਂ ਪੀ ਲੈਂਦੇ, ਫਿਰ ਨੀਂਦ ਨਹੀਂ ਆਉਣੀ ਤੇ ਫਿਰ ਸਵੇਰੇ ਫਿਰ ਨਹੀਂ ਉੱਠਿਆ ਜਾਣਾ। ਚਲੋ ਸੰਧਾਲੀਆ ਸਾਹਿਬ, ਇੱਕ ਗੱਲ ਜਿਹੜੇ ਆਪਾਂ ਨਾ 5-7 ਤੋਂ MLA ਨਾਲ ਗਿਣ ਦਿੱਤੇ। ਦੇਖੋ ਭਾਈ, ਪੰਜਾਬ ਦੇ ਲੋਕੋ ਗੱਲ ਹੈਗੀ ਸਿੱਧੀ ਪੱਧਰੀ। ਤੁਸੀਂ ਰੈਲੀਆਂ 'ਚ ਜਾਣਾ ਜਾਇਓ, ਤੁਹਾਡੀ ਮਰਜ਼ੀ। ਤੁਸੀਂ ਕਿਸੇ ਦੇ ਪੋਸਟਰ ਆਪਣੇ ਘਰ ਦੀ ਕੰਧ ਤੇ ਲਾਉਣੇ ਲਾਇਓ, ਤੁਹਾਡੀ ਮਰਜ਼ੀ। ਤੁਸੀਂ ਕਿਸੇ ਦੀ ਰੈਲੀ ਦੇ ਵਿੱਚ, ਮੀਟਿੰਗ ਦੇ ਵਿੱਚ ਪ੍ਰਚਾਰ ਡੋਰ ਟੂ ਡੋਰ ਕਰਨਾ, ਤੁਸੀਂ ਕਿਸੇ ਨੂੰ ਸੋਸ਼ਲ ਮੀਡੀਆ ਤੇ ਪ੍ਰਮੋਟ ਕਰਨਾ, ਤੁਹਾਡੀ ਮਰਜ਼ੀ। ਪਰ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਨੇ ਵੀ MLAs ਨੂੰ ਟਿਕਟ ਦਿੱਤੀ, ਕਾਂਗਰਸ ਨੇ ਵੀ MLA ਨੂੰ ਟਿਕਟ ਦਿੱਤੀ, ਕਾਂਗਰਸ ਪਾਰਟੀ ਤੋਂ ਬਾਅਦ ਅਕਾਲੀਆਂ ਨੇ ਵੀ ਵਿਧਾਇਕਾਂ ਨੂੰ ਟਿਕਟ ਦਿੱਤੀ, ਆਪ ਨੇ ਵੀ ਦਿੱਤੀ। ਹਾਂਜੀ, ਆਮ ਆਦਮੀ ਪਾਰਟੀ ਨੇ ਵੀ ਦਿੱਤੀ, ਬੀਬੀ ਬਲਜਿੰਦਰ ਕੌਰ ਹੋਰਾਂ ਨੂੰ। ਹੁਣ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੀਆਂ ਜਿੰਨੀਆਂ ਵੀ ਪਾਰਟੀਆਂ ਕਹਿੰਦੀਆਂ ਕਿ ਅਸੀਂ ਕ੍ਰਾਂਤੀ ਕਰਨੀ ਹੈ, ਕਿਸਾਨ ਨੂੰ ਸਮੱਸਿਆ ਚੋਂ ਕੱਢਣਾ, ਬੇਰੁਜ਼ਗਾਰ ਨੂੰ ਨੌਕਰੀ ਦੇਣੀ, ਪੰਜਾਬ ਨੂੰ ਵਿੱਤੀ ਤੌਰ ਤੇ ਘਾਟੇ ਚੋਂ ਬਾਹਰ ਕੱਢਣਾ, ਕਰਜ਼ੇ ਵਾਲਾ ਜਿਹੜਾ ਭਾਰ ਹੈ ਉਹਨੂੰ ਘੱਟ ਕਰਨਾ, ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸੰਧਾਲੀਆ ਸਾਹਿਬ, ਉਹਦੇ ਤੋਂ ਇੱਕ ਗੱਲ ਬਿਲਕੁਲ ਸਾਫ਼ ਤੇ ਸਪਸ਼ਟ ਹੁੰਦੀ ਹੈ ਕਿ ਭਾਈ ਪੰਜਾਬ ਦਾ ਚੇਤਾ ਕਿਸੇ ਨੂੰ ਘੱਟ ਹੀ ਆਉਂਦਾ। 18 ਲੱਖ ਵੋਟ ਹੋਵੇ ਇੱਕ ਹਲਕੇ 'ਚ, ਤੁਹਾਨੂੰ MLA ਲੱਭੇ, ਤੁਹਾਨੂੰ ਹੋਰ ਕੋਈ ਆਪਣੀ ਪਾਰਟੀ ਦਾ ਵਰਕਰ ਲੱਭਦਾ ਹੀ ਨਹੀਂ। ਤੁਹਾਨੂੰ ਇਸ ਗੱਲ ਤੋਂ ਅਹਿਸਾਸ ਹੀ ਨਹੀਂ ਹੁੰਦਾ ਕਿ ਭਾਈ ਜਿਹੜੇ ਤੁਹਾਡੇ ਪਿੱਛੇ ਜੁੱਤੀਆਂ ਦੇ ਜਿਹੜੇ ਉਹ ਤਲੇ ਘਸਾਈ ਜਾਂਦੇ ਆ, ਜਿਨ੍ਹਾਂ ਦੇ ਚੱਪਲਾਂ ਦੇ ਵਿੱਚੋਂ ਸਟੈਪ ਨਿਕਲ ਕੇ ਵੀ ਟੁੱਟ ਗਏ, ਕਿ ਉਹ ਟਿਕਟਾਂ ਦੇ ਹੱਕਦਾਰ ਨਹੀਂ? ਤੁਹਾਨੂੰ ਅਮੀਰ ਬੰਦੇ, ਤੁਹਾਨੂੰ ਲੋਕਾਂ ਦੇ ਪਹਿਲਾਂ ਚੁਣੇ ਹੋਏ ਪ੍ਰਤੀਨਿਧੀ ਲੱਭਦੇ ਆ। ਸੋ ਇਹ ਵੈਸੇ ਵਧੀਆ ਚੀਜ਼ ਆ, ਅਸੀਂ ਐਤਕੀ ਜ਼ਿਕਰ ਕੀਤਾ ਸੀ ਤੇ ਬਾਕੀ ਹੁਣ ਇਸ ਤੋਂ ਬਾਅਦ ਇਹ ਕਹਾਣੀ ਕਿੱਧਰ ਨੂੰ ਜਾਂਦੀ ਹੈ ਜੀ, ਉਸ ਤੋਂ ਬਾਅਦ ਲੋਕ ਫੈਸਲਾ ਕਰਨਗੇ। ਪਰ ਕੁੱਲ ਮਿਲਾ ਕੇ ਹੁਣ ਮਤਲਬ ਫਸਵਾਂ ਮੁਕਾਬਲਾ ਬਣ ਗਿਆ। ਫਿਰੋਜ਼ਪੁਰ ਤੇ ਵੀ ਨਿਗਾਹ ਰਹੂਗੀ, ਬਠਿੰਡੇ ਤੇ ਵੀ ਨਿਗਾਹ ਰਹੂਗੀ, ਲੁਧਿਆਣੇ ਤੇ ਵੀ ਰਹੂਗੀ, ਖਡੂਰ ਸਾਹਿਬ ਤੇ ਤਾਂ ਹੈਗੀ ਆ, ਸੰਗਰੂਰ ਤੇ ਵੀ ਨਿਗਾਹ ਰਹਿਣੀ ਆ। ਤੇ ਹੋਰ ਕਿਹੜਾ ਏਰੀਆ ਤੁਹਾਨੂੰ ਲੱਗਦਾ ਵੀ ਤੱਤਾ ਹੋ ਸਕਦਾ? ਮੈਨੂੰ ਤਾਂ ਐਂ ਲੱਗਦਾ ਕਿ ਜੇ ਸਭ ਤੋਂ ਤੱਤੀ ਕੋਈ ਚੀਜ਼ ਹੋਣੀ ਆ ਨਾ, ਉਹ ਸੱਚੀ ਮੁੱਚੀ ਇਸ ਵੇਲੇ ਜਾਂ ਤਾਂ ਬਰਨਾਲਾ, ਜਿਹਦੇ ਵਿੱਚ ਸੰਗਰੂਰ ਦਾ ਹਿੱਸਾ ਨਾ ਉਹ ਬਰਨਾਲਾ, ਤੇ ਜਾਂ ਫਿਰ ਉਧਰ ਖਡੂਰ ਸਾਹਿਬ। ਉਹ ਤਾਂ ਮੈਂ ਕਹਿ ਹਟਿਆ ਸਰਦਾਰ ਸਾਹਿਬ, ਮੈਂ ਤੈਨੂੰ ਕਲੂ ਦਿੱਤਾ, ਪਰਚੀ ਨਹੀਂ ਫੜਦੇ ਤੁਸੀਂ। ਵੈਸੇ ਮੈਂ ਹਿਸਾਬ ਲਿਆ ਤੁਹਾਡੇ ਫੇਲ ਹੋਣ ਦਾ ਕਾਰਨ ਇਹੋ ਸੀ ਬਾਠ ਸਾਹਿਬ। ਤੁਸੀਂ ਕਹੋ ਵੀ ਮੈਨੂੰ ਤੱਤਾ ਇੱਕ ਹੋਰ ਲੱਗਦਾ, ਉਹ ਤੱਤਾ ਹੋਣਾ ਗੁਰਦਾਸਪੁਰ, ਕਿਉਂਕਿ ਸਨੀ ਦਿਓਲ ਰਾਣੇ ਉਹ ਕਹਿੰਦੇ ਵੀ ਨਲਕੇ ਪੁੱਟੂਗਾ ਮੈਂ ਆ ਕੇ। ਫੋਟੋ ਬਹੁਤ ਵਾਇਰਲ ਹੋਈ ਆ ਆਪਣੇ ਉਹ ਪ੍ਰਧਾਨ ਜਿਹੜੇ BJP ਵਾਲੇ। ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਪਹਿਲੀ ਗੱਲ ਹੈ ਕਿ ਬਹੁਤੇ ਘਰਾਂ 'ਚ ਨਲਕੇ ਹੈ ਨਹੀਂ। ਦੂਸਰੀ ਗੱਲ, ਜੇ ਕੋਈ ਨਲਕਾ ਹੈਗਾ ਤਾਂ ਅਸੀਂ ਹੈਂਡਲ ਪਹਿਲੇ ਵੇਚ ਛੱਡੇ, ਕਿਉਂਕਿ ਨਲਕੇ ਪਾਣੀ ਛੱਡ ਗਏ ਆ। ਤੀਸਰੀ ਗੱਲ ਹੈ, ਜੇ ਨਲਕੇ ਪੁੱਟ ਦੇਣਗੇ ਤਾਂ ਚੰਗਾ, ਅਸੀਂ ਸਰਕਾਰੀ ਟੂਟੀ ਦਾ ਕਨੈਕਸ਼ਨ ਲੈ ਲਾਂਗੇ, ਨਲਕੇ ਦੇ ਵਿੱਚੋਂ ਪਾਣੀ ਕਿਹੜਾ ਚੱਜ ਦਾ ਆਉਂਦਾ। ਬਾਕੀ ਇਹ ਵੀ ਗੱਲ ਹੈ, ਹੁਣ ਸਨੀ ਦਿਓਲ ਦੇ ਵਿੱਚ ਵੀ ਪਹਿਲਾਂ ਵਾਲੀਆਂ ਗੱਲਾਂ ਹੈ ਨਹੀਂ ਭਾਈ। ਉਹਨਾਂ ਨੂੰ ਵੀ ਕਹਿਣਾ ਕਿ ਭਾਈ ਨਲਕਾ ਜਿਹੜਾ ਇੰਨੀ ਛੇਤੀ ਨਾਲ ਪੱਟਣ ਲੱਗ ਪਿਓ, ਨਾੜ ਨੂੜ ਕੋਈ ਚੜ ਜੂ, ਹੁਣ ਪਹਿਲਾਂ ਵਾਲੀ ਗੱਲ ਰਹੀ ਨਹੀਂ। ਬਾਕੀ ਮੈਨੂੰ ਇੱਕ ਗੱਲ ਦਾ ਲੱਗਦਾ, ਜੇ ਧਰਮਿੰਦਰ ਸਾਹਿਬ ਹੇਮਾ ਮਾਲਿਨੀ ਦੇ ਹੱਕ ਦੇ ਵਿੱਚ ਉਹ ਜਾ ਕੇ ਪ੍ਰਚਾਰ ਕਰ ਸਕਦੇ ਦੂਜੇ ਸੂਬੇ 'ਚ, ਸਨੀ ਦਿਓਲ ਦੇ ਹੱਕ 'ਚ ਤਾਂ ਆਉਣਗੇ। ਬਿਲਕੁਲ ਸਹੀ, ਬੌਬੀ ਦਿਓਲ ਨੂੰ ਵੀ ਆਉਣਾ ਪਊਗਾ, ਹੋਰ ਕਈ ਬੰਦੇ ਨੇ ਜਿਹੜੇ ਆਉਣਗੇ। ਪਰ ਇੱਕ ਗੱਲ ਸੰਧਾਲੀਆ ਸਭ ਕਮਾਲ ਦੀ ਹੋਈ ਹੈ, ਹੁਣ ਗੁਰਦਾਸਪੁਰ ਦੇ ਵਿੱਚੋਂ 2 ਲੱਖ ਵੋਟਾਂ ਦੇ ਫਰਕ ਦੇ ਨਾਲ ਕੌਣ ਹਰਿਆ ਸੀ? BJP। ਉਸ ਗੁਰਦਾਸਪੁਰ ਤੋਂ ਭਾਵੇਂ ਸਨੀ ਦਿਓਲ ਦਾ ਅਜੇ ਤੱਕ ਐਲਾਨ ਨਹੀਂ ਹੋਇਆ ਕਿ ਭਾਈ ਉਹ ਉਮੀਦਵਾਰ ਹੋਣਗੇ, ਪਰ ਕਿਉਂਕਿ ਅੰਮ੍ਰਿਤਸਰ ਤੋਂ ਟਿਕਟ ਆਲਰੇਡੀ ਹਰਦੀਪ ਸਿੰਘ ਪੁਰੀ ਨੂੰ ਭਾਰਤੀ ਜਨਤਾ ਪਾਰਟੀ ਦੇ ਚੁੱਕੀ ਹੈ। ਬਿਲਕੁਲ ਸਹੀ। ਹੁਸ਼ਿਆਰਪੁਰ ਦਾ ਹਲਕਾ ਰਾਖਵਾਂ ਆ, ਇਸ ਕਰਕੇ ਗੁਰਦਾਸਪੁਰ ਹੀ ਇੱਕੋ ਇੱਕ ਹਲਕਾ ਐਸਾ ਬਚਦਾ ਜਿੱਥੋਂ ਭਾਰਤੀ ਜਨਤਾ ਪਾਰਟੀ ਚਾਹ ਰਹੀ ਹੈ ਕਿ ਜਿਵੇਂ ਕਿਸੇ ਵੇਲੇ ਬੀਬੀ ਸੁਖਵੰਤ ਕੌਰ ਭਿੰਡਰ ਦਾ ਜਿਹੜਾ ਬਹੁਤ ਵੱਡਾ ਕਾਂਗਰਸੀ ਕਿਲਾ ਸੀ, ਉਹਨੂੰ ਢਾਉਣ ਦੇ ਲਈ ਵਿਨੋਦ ਖੰਨੇ ਨੂੰ ਲਿਆਂਦਾ ਸੀ, ਤੇ ਹੁਣ ਜਾਖੜ ਸਾਹਿਬ ਦੀਆਂ ਜਿਹੜੀਆਂ ਨੀਹਾਂ ਨੇ ਉਹਦੇ ਵਿੱਚ ਪਾਣੀ ਪਾਉਣ ਦੇ ਲਈ, ਉਹਨਾਂ ਨੀਹਾਂ ਨੂੰ ਕੱਚਿਆਂ ਤੇ ਕਮਜ਼ੋਰ ਕਰਨ ਦੇ ਲਈ ਹੋ ਸਕਦਾ ਕਿ ਭਾਰਤੀ ਜਨਤਾ ਪਾਰਟੀ ਸਨੀ ਦਿਓਲ ਨੂੰ ਲੈ ਕੇ ਆਵੇ। ਚਲੋ ਮੈਨੂੰ ਇੱਕ ਗੱਲ ਹੋਰ ਵੀ ਲੱਗਦੀ ਹੈ, ਜਿੰਨੇ ਕਲਾਕਾਰ ਨੇ, ਗਾਇਕ ਨੇ, ਸਾਡੇ
ਕਲਾਵਾਂ ਦੇ ਖੇਤਰ ਦੇ ਵਿੱਚ ਜਿਹੜੇ ਨਿਪੁੰਨ ਨੇ ਤੇ ਲੋਕ ਜਿਨ੍ਹਾਂ ਨੂੰ ਪਸੰਦ ਕਰਦੇ ਆ ਜੀ। ਉਹਨਾਂ ਨੂੰ ਇੱਕ ਗੱਲ ਦਾ ਚੇਤਾ ਰੱਖਣਾ ਚਾਹੀਦਾ, ਕਿਉਂਕਿ ਸਾਰੀਆਂ ਪਾਰਟੀਆਂ 'ਚ ਹੀ ਕਲਾਕਾਰ ਆਏ ਆ ਬਿਲਕੁਲ ਸਹੀ। ਕਿ ਭਾਈ ਲੋਕ ਤੁਹਾਡੀ ਕਲਾ ਨੂੰ ਪਸੰਦ ਕਰਦੇ ਆ, ਲੋਕ ਤੁਹਾਨੂੰ ਆਦਰਸ਼ ਮੰਨਦੇ ਆ, ਪਰ ਤੁਸੀਂ ਇਸ ਕਰਕੇ ਕਿ ਭਾਈ ਹੁਣ ਕੰਮ ਘਟ ਗਿਆ, ਪੈਸੇ ਤਾਂ ਤੁਹਾਡੇ ਕੋਲ ਬਥੇਰੇ ਨੇ, ਸਿਆਸੀ ਤੌਰ ਦੇ ਉੱਤੇ ਲੋਕਾਂ ਦੇ ਨਾਲ ਧੋਖਾ ਨਾ ਕਰਿਓ, ਨਹੀਂ ਤਾਂ ਝਰੀਟ ਜਿਹੜੀ ਹੈ ਨਾ ਉਹ ਫਿਰ ਸਾਫ਼ ਨਹੀਂ ਹੋਣੀ। ਬਿਲਕੁਲ ਸਹੀ ਗੱਲ। ਬਾਕੀ ਐਤਕੀ ਵੈਸੇ ਬਾਠ ਸਾਹਿਬ ਇੱਕ ਗੱਲ ਤੇ ਜਾਪਦੀ ਹੈ ਕਿ ਵੀ ਕਈ ਥਾਵਾਂ ਦੇ ਉੱਪਰ ਕਈ ਤਰ੍ਹਾਂ ਦਾ ਜੂਆ ਸਾਰੀਆਂ ਪਾਰਟੀਆਂ ਖੇਡ ਤਾਂ ਰਹੀਆਂ ਨੇ, ਉਹ ਚਾਹੇ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰ ਲਈ, ਕਿਉਂਕਿ ਜਿੱਦਾਂ ਕਾਂਗਰਸ ਪਾਰਟੀ ਨੇ ਹੁਣ ਐਮਐਲਏ ਰਾਜਾ ਵੜਿੰਗ ਸਿਟਿੰਗ ਐਮਐਲਏ ਹੈ ਜੀ। ਹੁਣ ਜਿਹੜੀ ਪਾਰਟੀ ਦੀ ਸਰਕਾਰ ਹੋਵੇ, ਤੁਸੀਂ 13 ਦੀਆਂ 13 ਸੀਟਾਂ ਦਾ ਦਾਅਵਾ ਕਰੀ ਜਾਓ ਤੇ ਉਹਦੇ ਬਾਵਜੂਦ ਵੀ ਤੁਹਾਨੂੰ ਇਸ ਤਰ੍ਹਾਂ ਕਰਨਾ ਪਵੇ ਵੀ ਕੈਂਡੀਡੇਟ ਨਹੀਂ ਲੱਭਣਾ ਜਾਂ ਲੱਭ ਨਹੀਂ ਰਿਹਾ, ਤਾਂ ਉਹ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਤਾਂ ਹੈਗੀ ਆ ਵੀ ਮੁਕਾਬਲਾ ਫਸਵਾਂ ਤੇ ਹਰੇਕ ਬੰਦਾ ਸਕੀਮ ਜ਼ਰੂਰ ਲਾ ਰਿਹਾ ਵੀ ਐਤਕੀ ਦਾ ਕਿੱਦਾਂ ਲਾਉਣਾ। ਦੇਖੋ ਮੈਂ ਨਾ ਭਗਵੰਤ ਮਾਨ ਦਾ ਜ਼ਿਕਰ ਇੱਥੇ ਤੁਹਾਡੀ ਗੱਲ ਦੇ ਨਾਲ ਕਰ ਦੇਣਾ, ਕਿਉਂਕਿ ਤੁਹਾਡੀਆਂ 2.5 ਮੇਰੀ 1.5 ਤਾਂ ਚਾਹੀਦੀ ਹੈ ਨਾ। ਹੁਣ ਭਗਵੰਤ ਮਾਨ ਸਾਹਿਬ ਦਾ ਇੱਕ ਬਿਆਨ ਆਇਆ ਜੀ, ਉਹ ਕਹਿੰਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਵਾਂ ਲੀਡਰ ਹੈ, ਅਮਰਿੰਦਰ ਸਿੰਘ ਰਾਜਾ ਵੜਿੰਗ ਗੈਰ ਗੰਭੀਰ ਲੀਡਰ ਹੈ, ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜਾ ਉਹ ਗੈਰ ਤਜਰਬੇਕਾਰ ਲੀਡਰ ਹੈ ਤੇ ਉਹਨੂੰ ਕਾਂਗਰਸ ਨੇ ਕੈਪਟਨ ਸਾਹਿਬ ਨੇ ਟਿਕਟ ਇਸ ਕਰਕੇ ਦਿੱਤੀ ਹੈ ਕਿਉਂਕਿ ਉਹ ਬਾਦਲ ਪਰਿਵਾਰ ਨੂੰ ਜਿਤਾਉਣਾ ਚਾਹੁੰਦੇ ਆ। ਫਿਰ ਉਹਨਾਂ ਉਦਾਹਰਨ ਦੇ ਦਿੱਤੀ ਜੀ, ਕਹਿੰਦੇ ਪਿਛਲੀ ਵਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ 'ਚ ਨਹੀਂ ਸੀ ਪਹੁੰਚਣੇ, ਜੇ ਕੈਪਟਨ ਅਮਰਿੰਦਰ ਸਿੰਘ ਲੰਬੀਓਂ ਜਾ ਕੇ ਚੋਣ ਨਾ ਲੜਦੇ ਤੇ ਰਵਨੀਤ ਬਿੱਟੂ ਜਲਾਲਾਬਾਦੋਂ ਨਾਲ ਚੋਣ ਲੜਦੇ। ਉਸੇ ਇਵਜ਼ ਦੇ ਵਿੱਚ ਕਹਿੰਦੇ ਜੇ ਸਿੰਘ ਹੋਰਾਂ ਨੂੰ ਪਟਿਆਲਾ ਸ਼ਹਿਰੀ ਤੋਂ ਅਕਾਲੀਆਂ ਨੇ ਬਿਲਕੁਲ ਸਪੋਰਟ ਨਹੀਂ ਸੀ ਕੀਤਾ ਕਿ ਭਾਈ ਕੈਪਟਨ ਅਮਰਿੰਦਰ ਸਿੰਘ ਉੱਪਰ ਨੂੰ ਚਲੇ ਜਾਣ। ਐਤਕੀ ਵੀ ਭਗਵੰਤ ਮਾਨ ਨੇ ਇਹ ਦੋਸ਼ ਲਾ ਦਿੱਤਾ ਕਿ ਉਹ ਸ਼ੇਰ ਸਿੰਘ ਘੁਬਾਇਆ ਜਿਹੜਾ ਸਾਰੀ ਉਮਰ ਅਕਾਲੀਆਂ ਦੇ ਵਿੱਚ ਰਿਹਾ ਤੇ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਨਹੀਂ ਸੀ, ਉਹਨੂੰ ਕੈਪਟਨ ਸਾਹਿਬ ਨੇ ਫਿਰੋਜ਼ਪੁਰ ਤੋਂ ਟਿਕਟ ਇਸ ਕਰਕੇ ਦਵਾਈ ਆ ਕਿ ਭਾਈ ਸੁਖਬੀਰ ਸਿੰਘ ਬਾਦਲ ਜਿੱਤ ਜਾਣ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਈ ਸੀਨੀਅਰ ਕਾਂਗਰਸੀ ਛੱਡ ਕੇ ਬਠਿੰਡਿਓਂ ਇਸ ਕਰਕੇ ਚੋਣ ਲੜਾਈ ਹੈ ਤਾਂ ਜੋ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਵਿਧਾਨ ਸਭਾ ਤੋਂ ਬਾਅਦ ਹੁਣ ਲੋਕ ਸਭਾ ਦੀਆਂ ਤੀਸਰੀ ਵਾਰੀ ਪੌੜੀਆਂ ਜਿਹੜੀਆਂ ਉਹ ਚੜ ਜਾਣ। ਵੈਸੇ ਇੱਕ ਗੱਲ ਹੈ ਬਾਠ ਸਾਹਿਬ, ਇਹ ਗੱਲ ਤਾਂ ਹੈ, ਆਪਾਂ ਸੱਥਾਂ ਵਾਲੀ ਗੱਲ ਕਰਦੇ ਹੁੰਦੇ, ਸੱਥਾਂ 'ਚ ਇਸ ਚੀਜ਼ ਦੀ ਚਰਚਾ ਤਾਂ ਛਿੜ ਪਈ ਹੈ ਕਿਉਂਕਿ ਘੁਬਾਇਆ ਸਾਹਿਬ ਨੂੰ ਪਤਾ ਵੀ ਜੇ ਹਾਰ ਜਾਣ ਤੇ ਅੱਗੇ ਕਿਹੜਾ ਬੰਦਾ ਸਾਡੇ ਨਾਲ ਸੀ, ਕਾਲੀਆਂ ਦਾ ਬੰਦਾ ਕਾਲੀਆਂ ਦੇ ਖਿਲਾਫ ਹੀ ਖਿਲਾਰਤਾ, ਮਤਲਬ ਉਹ ਘਰ 'ਚ ਲੜਾਈ ਇੱਕ ਤਰ੍ਹਾਂ ਨਾਲ। ਤੇ ਦੂਜੀ ਜੇ ਬਠਿੰਡੇ ਵਾਲੀ ਗੱਲ ਉਹਨੂੰ ਲੱਗਦੀ ਹੈ ਵੀ ਉਹ ਹਰਸਿਮਰਤ ਬਾਦਲ ਹੋਰਾਂ ਜਿੱਤ ਹੀ ਜਾਣਾ ਤੇ ਆਪਾਂ ਨੂੰ ਫਰਕ ਕੋਈ ਨਹੀਂ ਹੈਗਾ, ਐਵੇਂ ਕੋਈ ਦੂਜਾ ਬੰਦਾ ਹੋਰ ਹਰਾਉਂਦੇ ਨਾਲੇ ਠੱਪਾ ਲੱਗਾ ਰਹਿਣਾ ਸੀ ਯਾਰ ਬੰਦਾ ਹਾਰ ਗਿਆ। ਹੁਣ ਰਾਜਾ ਵੜਿੰਗ ਸਾਹਿਬ ਐਮਐਲਏ ਹੈਗੇ, ਐਮਐਲਏ ਉਹਨਾਂ ਨੇ ਫੇਰ ਰਹਿ ਜਾਣਾ, ਇਹ ਚਰਚਾ ਤਾਂ ਚੱਲ ਪਈ। ਅੱਛਾ, ਇੱਥੇ ਇੱਕ ਗੱਲ ਹੋਰ ਜਿਹੜੀ ਸਮਝਣ ਵਾਲੀ ਆ ਕਿ ਅਸੀਂ ਇਹ ਪਹਿਲਾਂ ਜ਼ਿਕਰ ਕਰ ਦਿੱਤਾ ਸੀ ਵੀ ਜੇ ਇਸ ਤਰ੍ਹਾਂ ਦੀ ਗੱਲਬਾਤ ਐਤਕੀ ਵੀ ਨਜ਼ਰ ਆਈ ਤੇ ਲੋਕਾਂ ਨੂੰ ਉਸ ਚੀਜ਼ ਦੇ ਵਿੱਚ ਫਿਰ ਵਿਸ਼ਵਾਸ ਹੋ ਜਾਣਾ ਕਿ ਯਾਰ 17 'ਚ ਵੀ ਗੇਮ ਰਲ ਕੇ ਖੇਡੀ ਸੀ। ਮੈਂ ਕਹਿੰਦਾ ਕਿ ਚੰਗਾ ਹੋਇਆ ਰਿਕਾਰਡਿੰਗ ਨਹੀਂ ਹੁੰਦੀ, ਚੰਗਾ ਹੋਇਆ ਪ੍ਰੋਗਰਾਮ ਨਹੀਂ ਚੱਲਦਾ, ਤੂੰ ਭੈਣੇ ਗਾਂ ਨਾ ਗੱਲ ਕਰੀ ਜਿਹੜੀ ਆਪਾਂ ਕੀਤੀ ਆ। ਨਹੀਂ ਆਪਾਂ ਤਾਂ ਗੱਲ ਕਰਦੇ ਸੱਥਾਂ ਵਾਲੀ। ਦੇਖੋ ਜੀ ਗੱਲ ਇਹ ਆ ਵੀ ਸਾਡੇ ਕੋਲੇ ਦੋ ਤਿੰਨ ਚੀਜ਼ਾਂ ਨੇ, ਇੱਕ ਤਾਂ ਸਾਡੀ ਸੁਮੋ ਸੁੱਖ ਨਾਲ ਰਹਿ ਗਈ ਯਾਰ, ਉੱਥੇ ਹੀ ਛੱਡ ਆਏ ਅਸੀਂ, ਨਹੀਂ ਤੇ ਇੱਕ ਗੇੜਾ ਅਸੀਂ ਸੁਮੋ ਤੇ ਲੈ ਆਉਣਾ ਸੀਗਾ ਤੇ ਹੁਣ ਤਾਂ ਟਰਾਲੀ ਵੀ ਕੋਈ ਮੱਸਿਆ ਤੇ ਨਹੀਂ ਜਾਂਦੀ ਵੀ ਚਲੋ ਚਾਰ ਗਾਂ ਇੱਧਰ ਉੱਧਰ ਫਿਰ ਤੁਰਾਈਏ। ਸੁੱਖ ਨਾਲ ਕਾਰਾਂ ਹੀ ਬੜੀਆਂ ਵੱਡੀਆਂ ਜਿਹੀਆਂ ਨੇ, ਉਹਨਾਂ ਦੇ ਗੇਅਰ ਵੀ ਕਹਿੰਦੇ ਇੱਕ ਰਾਂ ਗੁੱਲੀ ਵੀ ਨਹੀਂ ਸੱਚ, ਉਹ ਡਾਇਲ ਜਿਹਾ ਘੁਮਾਉਂਦੇ ਨੇ ਤੇ ਨਾਲ ਹੀ ਪੀਂ ਕਰਦੀਆਂ। ਮੈਨੂੰ ਨਾ ਇੱਕ ਬੜਾ ਫਿਕਰ ਆ, ਹੁਣ ਆਪਾਂ ਆਸਟ੍ਰੇਲੀਆ ਤੋਂ ਚੱਲੀਏ, ਮੈਂ ਕਹਿੰਦਾ ਕਿ ਆਪਾਂ ਮਾਲਕਾਂ ਨੂੰ ਕਹੀਏ ਕਿ ਟਿਕਟ ਸਾਡੀ ਕਰਾ ਦਿਓ। ਕਿਉਂ? ਮੈਨੂੰ ਬੱਕਰੀ ਦਾ ਬੜਾ ਫਿਕਰ ਆ, ਪਿੱਛੇ ਮੀਂਹ ਪਈ ਜਾਂਦਾ, ਦਾਣਾ ਫੱਕਾ ਵੀ ਸਾਂਭਣਾ, ਉੱਥੇ ਕਹਿੰਦੇ ਹਨੇਰੀਆਂ ਚੱਲੀ ਜਾਂਦੀਆਂ। ਮੈਂ ਤਾਂ ਅਜੇ ਡਰਮ ਵੀ ਧੋ ਕੇ ਸੁੱਕਣਾ ਪਾਉਣਾ, ਜਿਹੜੀ ਪੁਰਾਣੀ ਸੁਸਰੀ ਲੱਗੀ ਕਣਕ ਆ ਉਹਨੂੰ ਵੀ ਧੁੱਪ ਲਵਾ ਕੇ ਨਾ ਮੈਂ ਚੋਰੀ ਹੌਲੀ ਦੇਣੀ ਨਵੀਂ ਕਣਕ ਦੇ ਵਿੱਚ ਬੋਰੀ ਕਰਕੇ ਵੇਚਣੀ। ਐਡੀ ਇੱਕ ਡੱਬੀ ਨੇ ਕਾਲੇ ਰੰਗ ਦੀ ਲੈ ਆਇਓ, ਉਹ ਡਰਮ ਦੇ ਥੱਲੇ ਵਾਲੀ ਪੱਤੀ ਤੇ ਮਾਰ ਜ਼ਰੂਰ ਲਿਓ, ਕਈ ਵਾਰ ਜੰਗਾਲ ਲਾ ਕੇ ਨਾ ਥੱਲੇੋਂ ਕਣਕ ਲੀਕ ਹੋ ਜਾਂਦੀ ਤੇ ਸੁਸਰੀ ਵੀ ਕਹਿੰਦੇ ਉਧਰ ਦੀ ਚੜ੍ਹਦੀ, ਕਈ ਵਾਰ ਕੀੜੀ ਵੀ ਪੈ ਜਾਂਦੀ। ਅਸੀਂ ਨਾ ਕਈ ਵਾਰੀ ਸਿਆਣੇ ਬੰਦੇ ਦਾ ਇਹੋ ਫਾਇਦਾ, ਹੋਰ ਕੀ ਫਾਇਦਾ? ਨਹੀਂ, ਮੈਂ ਦੇਖਿਆ ਵੀ ਉਮਰੋਂ ਸਿਆਣੇ ਬੰਦੇ ਦਾ ਬੜਾ ਫਾਇਦਾ। ਹੁਣ ਮੇਰੀ ਗੱਲ ਸੁਣਿਓ, ਹੁਣ ਗੱਲ ਇਹ ਹੋਈ ਕਿ ਜਦੋਂ ਨਾ ਡਰਮ ਫਿਰ ਘਰਦਿਆਂ ਨੇ ਬਚਪਨ 'ਚ ਹੁੰਦੇ ਸੀ ਤਾਂ ਉਹ ਕਣਕ ਜਦੋਂ ਬਦਲਣੀ ਉਹਨੂੰ ਧੁੱਪ ਲਾਉਣ ਲਈ ਨਾ ਲੰਮਾ ਪਾ ਦੇਣਾ, ਉਹ ਲੰਮਾ ਪਾ ਦੇਣਾ ਤਾਂ ਫਿਰ ਨਿਆਣਿਆਂ ਦੇ ਇੱਕੋ ਕੰਮ ਹੁੰਦਾ ਸੀ ਕਿ ਬੇਬੇ ਨੇ ਜਦੋਂ ਚੌਂਕੇ 'ਚ ਚਲੇ ਜਾਣਾ ਤੇ ਘਰਦਿਆਂ ਨੇ ਜਾਣੀ ਕਿ ਵੱਡੇ ਬਜ਼ੁਰਗਾਂ ਨੇ ਜਦੋਂ ਖੇਤਾਂ ਨੂੰ ਚਲੇ ਜਾਣਾ ਡਰਮ ਨੂੰ ਧੱਕਾ ਲਾਉਣ ਲੱਗ ਪੈਣਾ, ਪਤਾ ਉਦੋਂ ਲੱਗਣੀ ਉਹ ਗਿੱਚੀ 'ਚ ਥਾੜ ਦੇਣੀ ਆਣ ਕੇ ਪੈਣੀ ਕਿ ਹਾਗੀ ਕਰੀ ਜਾਂਦੇ, ਅਸੀਂ ਧੁੱਪ ਲਾਉਣੀ ਸੀ। ਡਰਮ ਨੂੰ ਧੱਕਾ ਵੀ ਲਾਉਣਾ ਤੇ ਕਈ ਰਾਂ ਖੈਰ ਹੋਣ ਤੋਂ ਬਾਅਦ ਨਿੱਕੇ ਮੂੰਹ ਵਾਲੇ ਰੱਖਣ ਲੱਗ ਪਏ, ਜਦੋਂ ਵੱਡੇ ਮੂੰਹ ਵਾਲਾ ਡਰਮ ਹੁੰਦਾ ਡਰਮ ਦੇ ਵਿੱਚ ਵੀ ਵੜ ਜੇ ਤੇ ਉਹ ਪੰਗਾ ਤਾਂ ਹੁੰਦਾ ਸੀ ਵੀ ਪਰ ਧੁੱਪੇ ਪਿਆ ਡਰਮ ਅੰਦਰੋਂ ਜ਼ਿਆਦਾ ਤਪਿਆ ਹੁੰਦਾ ਸੀ ਵੀ ਅੰਦਰ ਜਾ ਕੇ ਚੀਕਾਂ ਮਾਰਨੇ ਫਟਾਫਟ ਨਿਕਲੋ ਫਟਾਫਟ ਬਾਹਰ। ਸੋ ਇਹ ਜੇ ਪੰਗੇ ਲੈਂਦੇ ਰਹੇ ਆ, ਪਰ ਚਲੋ ਗੱਲ ਇਹ ਆ ਵੀ ਬਚਪਨ ਹੈ, ਹੁਣ ਤਾਂ ਬਚਪਨ ਕੁਝ ਹੋਰ ਦਾ ਹੋਰ ਹੀ ਬਣਦਾ ਜਾਂਦਾ। ਉਦੋਂ ਕਿਹੜਾ ਫਨ ਪਾਰਕ ਹੁੰਦੇ ਸੀ? ਫਨ ਪਾਰਕ, ਇਹ ਵੀ ਗੱਲ ਠੀਕ ਹੈ। ਉਦੋਂ ਹੁਣ ਤਾਂ ਬੱਚਿਆਂ ਦੇ ਲਈ ਸਹੂਲਤਾਂ ਹੀ ਬਹੁਤ, ਚਿਲ ਕਰਨ ਦਾ ਉਹੀ ਤਰੀਕਾ ਹੁੰਦਾ ਸੀ ਉਦੋਂ ਤਾਂ ਭਗਵੰਤ ਮਾਨ ਦੇ ਕਹਿਣਾ ਕੋਈ ਇੱਕੋ ਹੀ ਇੱਛਾ ਹੁੰਦੀ ਸੀ ਕਿ ਮੇਲੇ ਦੇ ਵਿੱਚ ਜਾਣਾ, ਕੀ ਲਿਆ ਦੇ ਮੈਨੂੰ ਰਬੜ ਦੇ ਨਾਲੇ ਵਾਲਾ ਨਿੱਕਰ ਲੈ ਦੇ ਭਾਈ। ਵੈਸੇ ਉਹ ਵੀ ਵਧੀਆ ਵੇਲਾ ਸੀ ਬਾਠ ਸਾਹਿਬ, ਪਰ ਚਲੋ ਮੈਂ ਨਾ ਵੀ ਆਪਾਂ ਆਪਣੀ ਪੀੜ੍ਹੀ ਨੇ ਖਾਸ ਕਰਕੇ ਬੜੀ ਤਰ੍ਹਾਂ ਦੀਆਂ ਚੇਂਜਿਸ ਦੇਖੀਆਂ ਨੇ ਜਿਹੜੀਆਂ ਕਿ ਸ਼ਾਇਦ ਬਾਅਦ ਵਾਲੀ ਪੀੜ੍ਹੀ ਨੇ ਨਹੀਂ ਦੇਖੀਆਂ ਜਾਂ ਉਸ ਤੋਂ ਪਹਿਲਾਂ ਵਾਲੀ ਪੀੜ੍ਹੀ ਨੇ ਨਹੀਂ ਦੇਖੀਆਂ।
ਅੱਛਾ, ਹੁਣ ਜਦੋਂ ਆਪਾਂ ਸਿਆਸਤ ਦੀ ਗੱਲ ਕਰਦੇ ਨਾ ਉਹਦੇ ਨਾਲ ਮੈਨੂੰ ਐਂ ਕਿ ਆਪਾਂ ਆਸਟ੍ਰੇਲੀਆ ਦੀ ਗੱਲਬਾਤ ਵੀ ਸੁਣਾਈ ਜਾਈਏ। ਇੱਕ ਗੱਲ ਜਿਹੜੀ ਮੈਨੂੰ ਆਸਟ੍ਰੇਲੀਆ ਦੀ ਲੱਗੀ ਵੀ ਤੁਸੀਂ ਨੋਟ ਕੀਤਾ ਹੋਣਾ, ਅੱਜ ਆਪਾਂ ਜਦੋਂ ਗਏ ਸੀ ਤਾਂ ਉੱਥੇ ਇੱਕ ਅੱਗ ਲੱਗੀ ਸੀ, ਹੈ ਨਾ, ਅਤੇ ਵਾਹਵਾ ਦਿਨਾਂ ਦਾ ਆਪਾਂ ਉਹ ਦੇਖੀ ਜਾਂਦੇ ਸੀ ਵੀ ਯਾਰ ਹੁਣ ਤਾਂ ਮੌਸਮ ਚੇਂਜ ਹੋ ਗਿਆ, ਹੁਣ ਸ਼ਾਇਦ ਅੱਗ ਨਾ ਲੱਗਦੀ ਹੋਵੇ। ਪਰ ਦੇਖੋ ਕਿੰਨਾ ਪ੍ਰਬੰਧ ਹੈ ਇਸ ਮੁਲਕ ਦਾ ਵੀ ਸੜਕਾਂ ਦੇ ਉੱਪਰ ਸਾਈਨ ਲੱਗੇ ਹੋਏ ਆ ਜਿਹੜਾ ਇਹ ਦੱਸਦਾ ਕਿ ਜੇ ਤੂੰ ਹੁਣ ਇਸ ਪਾਸੇ ਨੂੰ ਜਾ ਰਿਹਾ ਹੈ ਤਾਂ ਇਸ ਏਰੀਏ 'ਚ ਅੱਗ ਲੱਗਣ ਦੇ ਕਿੰਨੇ ਚਾਂਸਿਸ ਨੇ, ਹੈ ਨਾ। ਇੱਕ ਐਸੀ ਗੱਲ ਹੈ। ਅਤੇ ਆਪਣੇ ਵਾਲੇ ਉੱਧਰ ਤੁਹਾਨੂੰ ਪਤਾ ਵਿਆਹ ਹੁਣ ਤਾਂ ਕਣਕ ਸੜਨ ਦੀਆਂ ਵੀ ਮਾੜੀਆਂ ਖਬਰਾਂ ਆਉਣ ਲੱਗ ਪਈਆਂ। ਨਹੀਂ ਉਹਦੀ ਗੱਲ ਛੱਡ ਦਿਓ, ਸਾਡੇ ਤਾਂ ਇੱਕ ਪੱਕਾ ਹੀ ਸਾਈਨ ਹੈ, ਜਿੱਧਰਲੇ ਪਾਸੇ ਕਿਤੇ ਲਿਖਿਆ ਹੋਵੇ ਨਾ ਐ ਕੋਈ ਹੱਥ ਜੋੜ ਕੇ ਲੀਡਰ ਦਾ ਹੋਰਡਿੰਗ ਲੱਗਾ ਕਿ ਇੰਨੀ ਤਰੀਕ ਨੂੰ ਇੱਥੇ ਲੀਡਰਾਂ ਨੂੰ ਸਮਝ ਲਓ ਉੱਥੇ ਅੱਗ ਲੱਗਣ ਦੇ ਚਾਂਸ ਨੇ। ਉਹ ਵੱਖਰੀ ਗੱਲ ਹੈ ਕਿ ਕਿਸੇ ਘਾਹ ਨੂੰ, ਕਿਸੇ ਰੁੱਖ ਨੂੰ, ਕਿਸੇ ਘਰ ਨੂੰ ਨਾ ਲੱਗੇ, ਲੋਕਾਂ 'ਚ ਲੱਗ ਜੂ, ਲੋਕਾਂ 'ਚ ਲੱਗ। ਇਸ ਕਰਕੇ ਸਾਨੂੰ ਲਿਖਣ ਦੀ ਲੋੜ ਨਹੀਂ, ਕਿਉਂਕਿ ਜਿੱਥੇ ਹੱਥ ਜੁੜੇ ਆ ਸਮਝ ਲਓ ਕਿ ਬਸ ਹੀ ਆ ਰਹੇ ਨੇ। ਨਹੀਂ ਆਪਾਂ ਕਿਉਂ ਕਰਨੀ, ਲੋੜ ਹੀ ਨਹੀਂ, ਓਕੇ ਨਹੀਂ, ਸਾਨੂੰ ਕੋਈ ਲੋੜ ਪਈ ਹੈ। ਨਾਲੇ ਗੱਲ ਪਤਾ ਕੀ ਹੈ, ਰੈਲੀਆਂ ਤੇ ਕਿਹੜਾ ਕੋਈ ਜਾਂਦਾ ਨਾ, ਆਪਣੇ ਘਰਾਂ 'ਚੋਂ ਕੋਈ ਜਾਵੇ, ਨਾ ਭੈਣ ਭਰਾਵਾਂ 'ਚੋਂ ਜਾਵੇ, ਨਾ ਪਿੰਡਾਂ 'ਚੋਂ ਜਾਵੇ। ਲੀਡਰ ਤਾਂ ਮੰਗਲ ਗ੍ਰਹਿ ਤੋਂ ਹੀ ਬੰਦੇ ਲੈ ਆਉਂਦੇ ਨੇ। ਨਹੀਂ ਲੋੜ ਹੀ ਕੋਈ ਨਹੀਂ। ਬਾਕੀ ਇੱਕ ਗੱਲ ਹੋਰ ਦੱਸ ਦਈਏ ਭਾਈ, ਜਿਹੜੇ ਇੱਥੇ ਆਸਟ੍ਰੇਲੀਆ ਦੇ ਵਿੱਚ ਵਿਦਿਆਰਥੀ ਆਉਂਦੇ ਆ, ਉਹ ਵਿਦਿਆਰਥੀ ਬੜੇ ਮਿਹਨਤੀ ਨੇ, 4-5 ਘੰਟੇ ਪੜ੍ਹਾਈ ਕਰਦੇ ਆ, ਮੁੜ ਕੇ 5-6 ਘੰਟੇ ਕੰਮ ਵੀ ਕਰਦੇ ਆ, ਘਰੇ ਜਾ ਕੇ ਰੋਟੀ ਟੁੱਕ ਵੀ ਆਪ ਕਰਦੇ ਆ। ਆਪਾਂ ਇਹ ਨਹੀਂ ਕਹਿੰਦੇ ਕਿ ਬਹੁਤ ਔਖਾ, ਪਰ ਅਸਲ ਦੇ ਵਿੱਚ ਉਹਨਾਂ ਨੇ ਆਪਣੇ ਸਮੇਂ ਨੂੰ ਵੰਡਿਆ ਹੋਇਆ। ਬਿਲਕੁਲ ਸਹੀ। ਭਾਵੇਂ ਪਹਿਲੇ 4-5 ਸਾਲ ਮੁਸ਼ੱਕਤ ਬਹੁਤ ਕਰਨੀ ਪੈਂਦੀ ਹੈ, ਪਰ ਉਹਦੇ ਤੋਂ ਬਾਅਦ ਆਸਟ੍ਰੇਲੀਆ 'ਚ ਮੌਕੇ ਬਹੁਤ ਨੇ। ਤੁਸੀਂ ਜਿੱਧਰਲੇ ਪਾਸੇ ਨੂੰ ਮਰਜ਼ੀ ਤੁਰ ਪਾਓ, ਤਰੱਕੀਆਂ ਜਿਹੜੀਆਂ ਨੇ ਨਾ ਉਹ ਤੁਹਾਡੇ ਕਦਮ ਆਪ ਚੁੰਮਣਗੀਆਂ। ਪਰ ਇੱਕੋ ਹੀ ਗੱਲ ਹੈ ਕਿ ਇੱਥੇ ਕੋਈ ਬੰਦਾ ਸਵੇਰ ਨੂੰ ਡਾਲਰ ਦੇਣ ਘਰੇ ਨਹੀਂ ਆਉਂਦਾ। ਅਸੀਂ ਬਾਰ-ਬਾਰ ਰੋਜ਼ ਇਸ ਕਰਕੇ ਕਹਿੰਦੇ ਆ ਤਾਂ ਜੋ ਕੋਈ ਆਉਣ ਵਾਲੇ ਸਮੇਂ 'ਚ ਭੁਲੇਖੇ 'ਚ ਨਾ ਰਹੇ। ਭਾਈ ਤੜਕਾ ਤੁੜਕਾ ਲਾਉਣਾ ਸਿੱਖ ਲਓ, ਆਲੂ ਜਿਹੜੇ ਉਬਾਲਣੇ ਸਿੱਖ ਲਓ, ਪਰੌਂਠੇ ਬਣਾਉਣੇ ਸਿੱਖ ਲਓ, ਸਲਾਦ ਕੱਟਣਾ ਸਿੱਖ ਲਓ, ਕਿਵੇਂ ਛੇਤੀ ਜਿਹੜਾ ਪਿਆਜ਼ ਕੱਟਣਾ ਫੱਟੇ ਜਾਂ ਤੇ ਰੱਖ ਕੇ ਉਹ ਵੀ ਸਿੱਖ ਲਓ, ਕੱਪੜੇ ਜਿਹੜੇ ਕਿਵੇਂ ਧੋਣੇ ਆ ਤੇ ਸੁਕਾਉਣੇ ਕਿਵੇਂ ਆ, ਕਰੀਜ਼ ਇੱਕ ਕਿਵੇਂ ਬੰਨਣੀ ਆ ਪ੍ਰੈਸ ਕਰਦੇ ਆ ਉਹ ਵੀ ਸਿੱਖ ਲਓ। ਕਿਉਂਕਿ ਕੱਲ ਇਹਨਾਂ ਨੇ ਪੈਂਟ ਪ੍ਰੈਸ ਕੀਤੀ ਸੀ ਭਾਈ ਸਾਹਿਬ ਨੇ, ਤੇ ਮੈਂ ਬਾਅਦ ਚ ਦੱਸਿਆ ਕਿ ਭਾਈ ਨਵਾਂ ਡਿਜ਼ਾਈਨ ਪੈ ਗਿਆ। ਦੇਖੋ ਯਾਰ ਹੁਣ ਮੈਨੂੰ ਨਹੀਂ ਹਿਸਾਬ ਕੀ ਕਰੀਏ, ਦੱਸੋ ਕਮਾਲ ਹੋ ਗਈ। ਬੰਦੇ ਜੇ ਤੁਹਾਨੂੰ ਉੱਥੇ ਲੋੜ ਆ ਪੈਂਦੀ ਨਹੀਂ, ਪ੍ਰੈਸ ਕੀਤੇ ਕੱਪੜੇ ਆ ਜਾਂਦੇ ਆ, ਧੋਬੀ ਘਰ ਦੇ ਕੇ ਜਾਂਦਾ ਹੈ, ਘੰਟੀ ਮਾਰਨ ਦੀ ਵੀ ਹਿੰਮਤ ਨਹੀਂ ਹੁੰਦੀ ਉਹ 'ਚ। ਪ੍ਰਾਈਮ ਏਸ਼ੀਆ ਟੀਵੀ ਦੀ ਮੋਬਾਈਲ ਐਪ ਡਾਊਨਲੋਡ ਕਰੋ ਤੇ $2000 ਜਿੱਤਣ ਦਾ ਮੌਕਾ ਪਾਓ। ਸਿਰਫ ਸਾਈਨ ਅਪ ਤੇ ਕਲਿੱਕ ਕਰਕੇ ਇੱਕ ਸਿੰਪਲ ਜੁਆਇਨਿੰਗ ਫਾਰਮ ਭਰ ਕੇ ਤੁਸੀਂ ਮੈਂਬਰ ਆਈਡੀ ਜਨਰੇਟ ਕਰ ਸਕਦੇ ਹੋ, ਜਿਸ ਨਾਲ ਤੁਸੀਂ ਐਲੀਜੀਬਲ ਹੋ ਜਾਓਗੇ $2000 ਕੈਸ਼ ਜਿੱਤਣ ਲਈ। ਇਸ ਕੰਟੈਸਟ ਲਈ ਸ਼ਰਤ ਇਹ ਵੀ ਹੈ ਕਿ ਪ੍ਰਾਈਮ ਏਸ਼ੀਆ ਟੀਵੀ ਦਾ YouTube ਚੈਨਲ ਸਬਸਕ੍ਰਾਈਬ ਕਰਨਾ ਜਾਂ Facebook ਪੇਜ ਲਾਈਕ ਕਰਨਾ ਜ਼ਰੂਰੀ ਹੈ। ਤੇ ਜੇਕਰ ਤੁਹਾਡੇ ਦੁਆਰਾ ਰੈਫਰ ਕੀਤਾ ਕੋਈ ਹੋਰ ਮੈਂਬਰ ਇਨਾਮ ਜਿੱਤਦਾ ਹੈ ਤਾਂ ਉਸ ਦੇ ਇਨਾਮ ਚੋਂ ਅੱਧਾ ਇਨਾਮ ਤੁਹਾਡਾ ਹੋਏਗਾ। ਤੇ ਹੁਣ ਦੇਖਦੇ ਕੀ ਹੋ, ਕਰ ਦਿਓ ਸ਼ੁਰੂ ਸ਼ੇਅਰ ਕਰਨਾ। ਫॉर मोर इन्फो विजिट primeasiatv.com। ਸਰਦਾਰ ਸਾਹਿਬ ਬੋਲੋ ਵੀ, ਹੁਣ ਤਾਂ ਚਾਹ ਦੇ ਕੱਪ 2 ਪਿਆਤੇ ਆ। ਯਾਰ ਬੋਲਣ ਜੋਗਾ ਛੱਡ ਦੇ, ਤੁਸੀਂ ਕਮਾਲ ਹੋ ਗਈ। ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਨਿੱਜੀ ਗੱਲਾਂ ਨਹੀਂ ਦੱਸੀ ਦੀਆਂ। ਮੈਂ ਨਿੱਜੀ ਗੱਲ ਹੁਣ ਮੈਂ ਦੱਸਿਆ ਕਿ 4 ਬਿਸਕੁਟ ਵੀ ਤੁਸੀਂ ਖਾ ਲਏ। ਮੈਂ ਯਾਰ ਉਹ ਹੈ ਵਧੀਆ ਸੀ, ਮੈਨੂੰ ਕੀ ਦੇਖੋ ਚੱਕਰ ਪਤਾ ਕੀ, ਮੈਨੂੰ ਉਹ ਬਿਸਕੁਟ ਤੁਸੀਂ ਕਿਹਾ ਤੇ ਤਾਂ ਲੱਗਿਆ ਜਿਵੇਂ ਆਪਾਂ ਜਵਾਕ ਨੇ ਜੀ ਕਿਸੇ ਵੇਲੇ ਘਰ ਘਰ ਖੇਡਦੇ ਹੋਈਏ ਤੇ ਪਾਥੀ ਜੀ ਪੱਥਣ ਨੂੰ ਜੀ ਕਰ ਦਿੰਦਾ, ਉਹ ਮੈਨੂੰ ਐਂ ਲੱਗਦਾ ਵੀ ਆਟਾ ਗੁੰਨ ਲੈਂਦੇ ਹੋਣੇ, ਉਸ ਤੋਂ ਬਾਅਦ ਐਂ ਸੁੱਟੀ ਜਾਂਦੇ ਹੋਣੇ ਵੀ ਆਹ ਲੈ ਯਾਰ ਬਿਸਕੁਟ ਬਣ ਗਿਆ ਜੀ। ਪਰ ਹੈ ਟੇਸਟੀ ਸੀ। ਜਿਨ੍ਹਾਂ ਨੇ ਚੌਂਕੇ 'ਚ ਬਹਿ ਕੇ ਰੋਟੀ ਖਾਧੀ ਆ, ਜਿਨ੍ਹਾਂ ਨੂੰ ਪਤਾ ਕਿ ਕਈ ਵਾਰੀ ਨਾ ਆਖਰੀ ਪੀੜਾ ਜਦੋਂ ਛੋਟਾ ਰਹਿ ਜਾਂਦਾ ਤੇ ਬੀਬੀਆਂ ਉਹਦੀ ਵੀ ਰੋਟੀ ਪਕਾਉਂਦੀਆਂ, ਓਡਾ ਬਿਸਕੁਟ ਭਾਈ ਇੱਥੇ ਹੈਗਾ। ਸਹੀ ਗੱਲ। ਬਾਕੀ ਮੈਂ ਇਹ ਗੱਲ ਬਿਲਕੁਲ ਨਹੀਂ ਦੱਸਣੀ ਕਿ ਸਵੇਰੇ ਉੱਠ ਕੇ ਜਦੋਂ ਤੁਸੀਂ ਆਸਟ੍ਰੇਲੀਆ 'ਚ ਆਏ ਆ ਪਾਣੀ ਜਗ੍ਹਾ ਵੀ ਸੁੱਕਣਾ ਜੂਸ ਹੀ ਪੀਂਦੇ ਆ। ਪਰ ਇੱਕ ਗੱਲ ਆ ਬਾਟ ਸਾਹਿਬ, ਮੈਨੂੰ ਨਾ ਇਤਰਾਜ਼ ਹੈਗਾ ਇਹਨਾਂ ਬੰਦਿਆਂ ਤੇ, ਕਿਉਂਕਿ ਦੇਖੋ ਆਪਣੇ ਇੰਡੀਆ ਵਾਲਾ ਜਿਹੜਾ ਬਿਸਕੁਟ ਆ ਨਾ, ਉਹਨੂੰ ਤੁਸੀਂ ਇਦਾਂ ਫੜੋ, ਕੱਪ ਤਾਂ ਸੁੱਖਣਾ ਨਾਲ ਹੀ ਹੁੰਦਾ, ਪਹਿਲਾਂ 3-4 ਗੋਤੇ ਦਵਾ ਸਕਦੇ ਆ। ਹੁਣ ਉਹ ਬਿਸਕੁਟ ਵੱਡਾ ਤੇ ਕੱਪ ਛੋਟਾ, ਉਹ ਮੈਂ ਕਈ ਨਾ ਹਿਸਾਬ ਲਾਇਆ ਪਹਿਲਾਂ ਸੁੱਕਾ ਖਾਣਾ ਪੈਂਦਾ, ਥੋੜਾ ਜਿਹਾ ਖਾਣਾ ਪੈਂਦਾ, ਡੋਬ ਕੇ ਬਿਸਕੁਟ ਖਾਣ ਦਾ ਜਿਹੜਾ ਸਵਾਦ ਹੈ ਉਹ ਨਹੀਂ ਆਉਂਦਾ। ਮੈਂ ਇੱਕ ਗੱਲ ਹੋਰ ਦੇਖੀ, ਇਹ ਜਦੋਂ ਕਿਸੇ ਨਵੇਂ ਥਾਂ ਜਾਂਦੇ ਆ ਨਾ, ਉੱਥੇ ਜਾ ਕੇ ਇੱਕ ਕੰਮ ਜ਼ਰੂਰ ਕਰਦੇ ਆ। ਜਦੋਂ ਇਹਨਾਂ ਨੇ ਬਿਸਕੁਟ ਚੱਕ ਲਿਆ, ਮੈਨੂੰ ਪਤਾ ਹੁੰਦਾ ਇਹਨਾਂ ਨੇ ਕਹਿਣਾ ਅੱਛਾ ਉਹ ਫੋਟੋ ਬੜੀ ਵਧੀਆ ਲੱਗੀ, ਸਾਰਿਆਂ ਨੂੰ ਉਧਰ ਦੇਖਣੀ ਨੇ ਜਾਂ ਤੇ ਡੋਬ ਕੇ ਮੂੰਹ 'ਚ ਪਾਉਣਾ। ਨਹੀਂ ਮੈਂ ਤਾਂ ਕਹਿ ਹੀ ਦਿੰਦਾ ਨਾ ਵੀ ਭਾਈ ਮੈਨੂੰ ਆਦਤ ਹੈਗੀ ਇਦਾਂ ਦੀ। ਇਹ ਵੈਸੇ ਕਈਆਂ ਨੂੰ ਹੈਗੀ ਹੈ, ਮੈਂ ਸੰਗਣ ਵਾਲੀ ਕਿਹੜੀ ਗੱਲ ਹੈ ਯਾਰ। ਨਹੀਂ ਸੰਗਣ ਵਾਲੀ ਗੱਲ ਕੋਈ ਨਹੀਂ, ਦੇਖੋ ਤਾਂ ਹੀ ਕਹਿ ਦੇਣਾ ਨਾ ਮੈਨੂੰ ਚਮਚਾ ਲਿਆ ਦਿਓ, ਕਿਉਂਕਿ ਅੱਧੇ ਬਿਸਕੁਟ ਤਾਂ ਮੈਂ ਵਿੱਚ ਸਿੱਟ ਲੈਣੇ, ਮੁੜ ਕੇ ਐਂ ਖਾਣ ਦਾ ਸਵਾਦ ਵੀ ਵੱਖਰਾ। ਹਾਏ ਹਾਏ ਹਾਏ। ਅੱਛਾ ਗੱਲ ਸੁਣੋ ਮੇਰੀ, ਆਪਾਂ ਕੋਈ ਖਬਰਾਂ ਵਾਲੇ ਪਾਸੇ ਵੀ ਧਿਆਨ ਮਾਰੀਏ। ਸਿੱਧੂ ਸਾਹਿਬ ਨੂੰ ਪ੍ਰਚਾਰਕ ਬਣਾਇਆ ਨਾ, ਸਟਾਰ ਪ੍ਰਚਾਰਕ। ਇਲੈਕਸ਼ਨ ਕਮਿਸ਼ਨ ਨੇ ਕਹਿੰਦੇ ਰੋਕ ਲਾਤੀ ਉਹਨਾਂ ਦੇ ਬੋਲਣ ਤੇ ਥੋੜੇ ਚਿਰ ਲਈ। ਨਹੀਂ ਦੇਖੋ ਸੰਧਾਲੀਆ ਸਾਹਿਬ, ਮੈਂ ਕਹਿੰਦਾ ਕਿ ਚੋਣ ਕਮਿਸ਼ਨ ਇਸ ਮੁੱਦੇ ਤੇ ਚੰਗਾ ਕੰਮ ਕਰ ਰਿਹਾ। ਰੋਕ ਭਾਵੇਂ ਨਵਜੋਤ ਸਿੰਘ ਸਿੱਧੂ ਤੇ ਲੱਗੇ, ਤੇ ਭਾਵੇਂ ਬੀਬੀ ਮਾਇਆਵਤੀ ਤੇ ਲੱਗੇ, ਤੇ ਭਾਵੇਂ ਰਾਮ ਗੋਪਾਲ ਯਾਦਵ ਤੇ ਲੱਗੇ, ਤੇ ਭਾਵੇਂ ਕਿਸੇ ਹੋਰ ਲੀਡਰ ਤੇ ਲੱਗਣੀ ਚਾਹੀਦੀ ਹੈ। ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਦੋਸ਼ ਕੀ ਲੱਗਾ ਸੀ? ਦੋਸ਼ ਇਹ ਲੱਗਾ ਸੀ ਕਿ ਉਹ ਬਿਹਾਰ ਗਏ, ਉੱਥੇ ਜਾ ਕੇ ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਜੇਪੀ ਜਿਹੜੀ ਹੈ ਉਹ ਮੁਸਲਮਾਨ ਵਿਰੋਧੀ ਹੈ, ਜਾਂ ਇਦਾਂ ਕੁਝ ਕਹਿਤਾ ਕਿ ਮੁਸਲਮਾਨੋਂ ਇਕੱਠੇ ਹੋ ਕੇ ਮੋਦੀ ਸਾਹਿਬ ਨੂੰ ਹਰਾਉਣ ਲਈ ਵੋਟਾਂ ਪਾਓ। ਸ਼ਿਕਾਇਤ ਹੋ ਗਈ ਤੇ ਚੋਣ ਕਮਿਸ਼ਨ ਨੇ ਮਹਿਸੂਸ ਕੀਤਾ ਕਿ ਭਾਈ ਸੱਚੀ ਮੁੱਚੀ ਇਦਾਂ ਦੀ ਟਿੱਪਣੀ ਜਿਹੜੀ ਹੈ ਨਾ, ਸਾਡੇ ਨਿਯਮਾਂ ਦੇ ਮੁਤਾਬਕ, ਸ਼ਰਤਾਂ ਦੇ ਮੁਤਾਬਕ, ਮਿਆਰਾਂ ਦੇ ਮੁਤਾਬਕ ਠੀਕ ਨਹੀਂ,
ਤੇ ਹੁਣ 72 ਘੰਟਿਆਂ ਦੇ ਲਈ ਨਵਜੋਤ ਸਿੰਘ ਸਿੱਧੂ ਦੇ ਉੱਤੇ ਰੋਕ ਲਾਤੀ ਚੋਣ ਕਮਿਸ਼ਨ ਨੇ ਕਿ ਭਾਈ ਤੁਸੀਂ ਕਿਤੇ ਵੀ ਜਾ ਕੇ ਪ੍ਰਚਾਰ ਨਹੀਂ ਕਰ ਸਕਦੇ, ਕਿਸੇ ਸਿਆਸੀ ਸਰਗਰਮੀ 'ਚ ਹਿੱਸਾ ਨਹੀਂ ਲੈ ਸਕਦੇ। ਵੈਸੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਲੋਕ ਸੁਣਨ ਆਉਂਦੇ ਆ, ਪਰ ਹੁਣ ਉਹਨਾਂ ਤੇ ਇਸ ਗੱਲ ਦੀ ਵੀ 72 ਘੰਟਿਆਂ ਲਈ ਪਾਬੰਦੀ ਹੈ ਕਿ ਤੁਸੀਂ ਆ ਕੇ ਚੁੱਪ ਕਰਕੇ ਵੀ ਨਹੀਂ ਬਹਿ ਸਕਦੇ। ਪਰ ਇਹ ਇੱਕ ਬਹੁਤ ਵੱਡਾ ਸਬਕ ਹੈ। ਮਸਲਾ ਸਾਨੂੰ 2019 ਦੀਆਂ ਲੋਕ ਸਭਾ ਚੋਣਾਂ ਦਾ ਜਿਹੜਾ 23 ਮਈ ਨੂੰ ਨਤੀਜਾ ਆਉਣਾ ਉਹਦਾ ਨਹੀਂ ਹੈ। ਮਸਲਾ ਹੈ ਕਿ ਭਾਰਤੀ ਲੋਕਤੰਤਰ ਦੇ ਵਿੱਚ ਜੇ ਕੋਈ ਗਲਤ ਪਿਰਤ ਪੈ ਗਈ ਹੈ, ਜਾਣੇ ਅਣਜਾਣੇ ਜੇ ਕੋਈ ਗਲਤੀ ਕਰ ਲੈਂਦਾ ਤਾਂ ਭਾਈ ਉਹਨੂੰ ਉਹਦੀ ਠੋਕ ਕੇ ਸਜ਼ਾ ਮਿਲਣੀ ਚਾਹੀਦੀ ਆ, ਤਾਂ ਜੋ ਭਵਿੱਖ ਦੇ ਵਿੱਚ ਲੀਡਰ ਇੱਕ ਚੀਜ਼ ਬੋਲਣ ਲੱਗੇ 100 ਵਾਰੀ ਸੋਚਣ। ਚਲੋ ਨਵਜੋਤ ਸਿੰਘ ਸਿੱਧੂ ਹੁਣ ਚੁੱਪ ਰਹਿਣਗੇ, ਬੀਜੇਪੀ ਵਾਲੇ 72 ਘੰਟੇ ਖੁਸ਼ ਹੋਣਗੇ, ਪਰ ਭਾਈ ਅਗਲੇ ਨੇ ਬੜਕਾ ਮਾਰਦੇ ਨੇ ਫਿਰ ਆ ਹੀ ਜਾਣਾ। ਪਰ ਇੱਕ ਗੱਲ ਆ, ਨਹੀਂ ਵਧੀਆ ਚੀਜ਼ ਹੈ, ਕਿਉਂਕਿ ਚੱਕਰ ਪਤਾ ਕੀ ਹੈ ਬਾਠ ਸਾਹਿਬ, ਜੇ ਤਾਂ ਕੋਈ ਰੋਕਣ ਵਾਲਾ ਨਾ ਹੋਵੇ ਤਾਂ ਫਿਰ ਇਹ ਮੈਂ ਤਾਂ ਆਪਣਾ ਲੀਡਰਾਂ ਦਾ ਹਿਸਾਬ ਲਾ ਲਿਆ, ਭਾਵੇਂ ਕੋਈ ਪਾਰਟੀ ਹੋਵੇ, ਉਹ ਉੱਪਰ ਵਾਲਾ ਤਾਂ ਉਹਨਾਂ ਨੇ ਮਿਆਰ ਕੋ ਸੈੱਟ ਕਰਨਾ ਹੀ ਨਾ, ਦਿਨੋਂ ਦਿਨ ਥੱਲੇ ਵਾਲਾ ਸੈੱਟ ਕਰਦੇ ਨੇ ਵੀ ਅੱਛਾ ਹੁਣ ਆਹ ਕਰਕੇ ਦੇਖੀਏ ਕੋਈ ਕੁਸਕਦਾ ਤਾਂ ਨਹੀਂ, ਓਕੇ ਅੱਛਾ ਹੁਣ ਉਹ ਤੋਂ ਥੱਲੇ ਆ ਜੀ ਆਹ ਤਾਂ ਨਹੀਂ ਕੁਸਕਦਾ, ਕੋਈ ਹੋਰ ਥੱਲੇ ਕਰ ਲਈ, ਕਿਤੇ ਨਾ ਕਿਤੇ ਤਾਂ ਰੋਕ ਲੱਗਣੀ ਚਾਹੀਦੀ ਆ। ਅੱਛਾ ਇੱਕ ਚੀਜ਼ ਆਪਾਂ ਹੋਰ ਡਿਸਕਸ ਕਰਨੀ ਆ ਸਰਦਾਰ ਸਾਹਿਬ, ਮੇਰੇ ਵਾਹਵਾ ਦਿਨਾਂ ਦੀ ਦਿਮਾਗ 'ਚ ਘੁੰਮੀ ਜਾਂਦੀ ਸੀ। ਅੱਛਾ ਨਹੀਂ ਉਹ ਤੋਂ ਪਹਿਲਾਂ ਇੱਕ ਸੱਚ ਕੱਲ੍ਹ ਜਿਹੜੀ ਆਪਾਂ ਗੱਲ ਕਰਦੇ ਸੀ ਖਹਿਰਾ ਸਾਹਿਬ ਵਾਲੀ, ਉਹ ਬੀਬੀ ਖਾਲੜਾ ਨੂੰ ਕਹਿੰਦੇ ਯਾਰ ਤੁਸੀਂ ਆਜ਼ਾਦ ਲੜਾ ਲਓ, ਤੇ ਉਹ ਮੰਨੇ ਨਹੀਂ, ਉਹ ਕਹਿੰਦੇ ਨਾ ਭਾਈ ਸਾਡੀ ਪਾਰਟੀ ਦੇ ਕੈਂਡੀਡੇਟ। ਦੇਖੋ ਹੁਣ ਸੁਖਪਾਲ ਸਿੰਘ ਖਹਿਰਾ ਨੇ ਲਕੀਰ ਖਿੱਚ ਦਿੱਤੀ, ਕਿਉਂਕਿ ਪਹਿਲਾਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਬੀਬੀ ਪਰਮਜੀਤ ਕੌਰ ਖਾਲੜਾ ਦਾ ਅਸੀਂ ਸਤਿਕਾਰ ਕਰਦੇ ਹਾਂ, ਪਰ ਸਾਡੀ ਪਾਰਟੀ ਦੇ ਕੁਝ ਨਿਯਮ ਨੇ, ਕੁਝ ਸ਼ਰਤਾਂ ਨੇ, ਕੁਝ ਸੰਵਿਧਾਨ ਹੈ। ਅਸੀਂ ਆਪਣੀ ਪਾਰਟੀ ਵੱਲੋਂ 13 ਦੀਆਂ 13 ਸੀਟਾਂ ਤੇ ਚੋਣ ਲੜਨੀ ਆ, ਪਰ ਜੇ ਬੀਬੀ ਪਰਮਜੀਤ ਕੌਰ ਖਾਲੜਾ ਆਜ਼ਾਦ ਉਮੀਦਵਾਰ ਦੇ ਰੂਪ 'ਚ ਚੋਣ ਲੜਦੇ ਤਾਂ ਅਸੀਂ ਸੋਚ ਸਕਦੇ ਹਾਂ ਕਿ ਉਹਨਾਂ ਦੀ ਹਮਾਇਤ ਕਰਦੀ ਹੈ, ਕਿਉਂਕਿ ਕੁਰਬਾਨੀ ਵੱਡੀ। ਉਧਰ ਰਣਜੀਤ ਸਿੰਘ ਬ੍ਰਹਮਪੁਰਾ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਨੇ ਪਹਿਲੀ ਵਾਰੀ ਅਕਾਲੀ ਦਲ ਬਾਦਲ ਤੋਂ ਵੱਖ ਹੋ ਕੇ ਆਏ ਨੇ, ਉਹਨਾਂ ਨੇ ਕਹਿਤਾ ਸੀ ਕਿ ਅਸੀਂ ਹਮਾਇਤ ਦਿੱਤੀ ਤੇ ਨਾਲ ਬੇਨਤੀ ਕਰਤੀ ਸੀ ਸੁਖਪਾਲ ਸਿੰਘ ਖਹਿਰਾ ਨੂੰ ਕਿ ਖਹਿਰਾ ਸਾਹਿਬ ਜੇ ਸੱਚੀ ਮੁੱਚੀ ਸੁਹਿਰਦ ਹੋ, ਖਹਿਰਾ ਸਾਹਿਬ ਜੇ ਸੱਚੀ ਮੁੱਚੀ ਖਾਲੜਾ ਪਰਿਵਾਰ ਦੀ ਕੁਰਬਾਨੀ ਨੂੰ ਸਮਝਦੇ ਹੋ ਤਾਂ ਫਿਰ ਆਜ਼ਾਦ ਚੋਣ ਲੜਾਓ, ਐਂ ਚੰਗਾ ਨਹੀਂ ਲੱਗਦਾ, ਅਸੀਂ ਆਮ ਆਦਮੀ ਪਾਰਟੀ ਤੋਂ ਹਮਾਇਤ ਦਵਾ ਦਿਆਂਗੇ। ਬਿਲਕੁਲ ਸਹੀ। ਪਰ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਕਾਨਫਰੰਸ ਕਰਤੀ, ਉਹ ਕਹਿੰਦੇ ਜੇ ਬੀਬੀ ਪਰਮਜੀਤ ਕੌਰ ਖਾਲੜਾ ਦਾ ਇਹਨਾਂ ਨੇ ਮੁੱਲ ਪਾਉਣਾ ਹੁੰਦਾ ਆਮ ਆਦਮੀ ਪਾਰਟੀ ਨੇ ਤਾਂ ਪਹਿਲਾਂ ਪਾ ਦਿੰਦੇ। ਉਹ ਕਹਿੰਦੇ ਜੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਪਰਿਵਾਰ ਦੀ ਮਨੁੱਖੀ ਅਧਿਕਾਰਾਂ ਦੇ ਵਿਸ਼ੇ ਤੇ ਕੁਰਬਾਨੀ ਦਾ ਇਹਨਾਂ ਨੂੰ ਸੱਚ ਪਤਾ ਹੁੰਦਾ ਤਾਂ ਪਹਿਲਾਂ ਪਤਾ ਲੱਗ ਜਾਣਾ ਸੀ। ਅਸੀਂ ਕਹਿੰਦੇ ਬਿਲਕੁਲ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਉਮੀਦਵਾਰ ਦੇ ਰੂਪ ਦੇ ਵਿੱਚ ਹੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਚੋਣ ਲੜਾਉਣੀ ਹੈ, ਪਰ ਹੋ ਸਕਦਾ ਇਸ ਮੁੱਦੇ ਦੇ ਉੱਤੇ ਘਾਟਾ ਪਵੇ, ਕਿਉਂਕਿ ਉਮੀਦਵਾਰ 3 ਨੇ ਮੁਕਾਬਲੇ 'ਚ। ਜਸਵੀਰ ਸਿੰਘ ਡਿੰਪਾ ਕਾਂਗਰਸ ਪਾਰਟੀ ਵੱਲੋਂ ਹੈ, ਭਾਵੇਂ ਉਹਨਾਂ ਦਾ ਚਿਹਰਾ ਮੋਹਰਾ ਪੰਥਕ ਨਹੀਂ, ਪਰ ਜਿਹੜੇ ਉਹਨਾਂ ਨੂੰ ਨੇੜਿਓਂ ਜਾਣਨ ਵਾਲੇ ਬੰਦੇ ਨੇ, ਜਿਹੜੇ ਉਹਨਾਂ ਦੇ ਬਿਆਸ ਹਲਕੇ ਦੇ ਵਿੱਚ ਪਹਿਲਾਂ ਰਹੇ ਹੋਏ ਵਸਨੀਕ ਨੇ, ਉਹਨਾਂ ਨੂੰ ਪਤਾ ਹੈ ਕਿ ਭਾਈ ਉਸ ਬੰਦੇ ਦੀ ਮੈਨੇਜਮੈਂਟ ਕਮਾਲ ਦੀ ਹੈ। ਨਹੀਂ ਮੈਨੇਜਮੈਂਟ ਕਮਾਲ ਦੀ ਆ, ਇੱਕ ਉਹਨਾਂ ਦਾ ਕਹਿੰਦੇ ਸੋਸ਼ਲ ਸਰਕਲ ਬੜਾ, ਤੇ ਸੋਸ਼ਲ ਸਰਕਲ ਤੇ ਕਹਿੰਦੇ ਦੂਜੀਆਂ ਪਾਰਟੀਆਂ ਤੱਕ ਵੀ ਜਾਂਦਾ। ਹੁਣ ਜੇ ਦੂਜੀਆਂ ਪਾਰਟੀਆਂ ਤੱਕ ਜਾਣ ਲੱਗ ਪਿਆ ਉਹਨਾਂ ਦਾ ਸੋਸ਼ਲ ਸਰਕਲ, ਤੇ ਇਹ ਨਾ ਹੋਵੇ ਕਿ ਵੀ ਇੱਕ ਪਾਸੇ ਪਾਰਟੀ ਦੀ ਹਮਾਇਤ ਦਾ ਕਰਕੇ ਜੇ ਇਹਨੂੰ ਹਮਾਇਤ ਕਰਨੀ ਆ ਤੇ ਲੋਕਲ ਲੀਡਰ ਕੇਵਲ ਸੋਚ ਹੀ ਲੈਂਦੇ ਵੀ ਯਾਰ ਜੇ ਸਾਡੀ ਪਾਰਟੀ ਇਹ ਬੰਦਿਆਂ ਨੂੰ ਨਹੀਂ ਦੱਸਣ ਦੀ ਵੀ ਕਿੱਧਰ ਨੂੰ ਜਾਣਾ, ਤੇ ਕਿਉਂ ਨਾ ਫਿਰ ਭਰਾਤਰੀ ਭਾਵ ਨਾਲ ਹੀ ਇੱਧਰ ਨੂੰ ਚੱਲੀ, ਸੋ ਕਾਂਗਰਸ ਨੂੰ ਫਾਇਦਾ ਹੋ ਸਕਦਾ ਉੱਥੋਂ। ਇਸ ਗੱਲ ਦਾ ਲਾਭ ਹੋਣਾ। ਦੂਸਰੇ ਪਾਸੇ ਬੀਬੀ ਜਗੀਰ ਕੌਰ ਹੋਰੀ ਅਕਾਲੀ ਦਲ ਦੇ ਨੇ, ਉੱਥੇ ਅਕਾਲੀ ਦਲ ਦਾ ਸੈਟਅਪ ਆਪਣਾ ਬਣਿਆ ਹੋਇਆ, ਪਰ ਕਿਉਂਕਿ ਅਕਾਲੀ ਦਲ ਦੇ ਵਿੱਚੋਂ ਸਾਰਾ ਟਕਸਾਲੀ ਦਲ ਜਿਹੜਾ ਤੁਰ ਪਿਆ ਪਰਲੇ ਪਾਸੇ ਨੂੰ ਹੋ ਗਿਆ, ਇਸ ਕਰਕੇ ਬੀਬੀ ਜਗੀਰ ਕੌਰ ਵੀ ਮੁਕਾਬਲਤਨ ਪਿਛਲੀਆਂ 4 ਚੋਣਾਂ ਦੇ ਅਕਾਲੀ ਦਲ ਦੇ ਕਮਜ਼ੋਰ ਕੈਂਡੀਡੇਟ ਨੇ, ਕਿਉਂਕਿ ਪਹਿਲੀ ਵਾਰ ਅਕਾਲੀ ਦਲ ਏਡੀ ਵੱਡੀ ਫੁੱਟ ਦਾ ਉੱਥੇ ਸ਼ਿਕਾਰ ਹੋਇਆ। ਨਾਲੇ ਇੱਕ ਕੰਪੈਰੀਜ਼ਨ ਹੋਣ ਲੱਗ ਪਿਆ ਨਾ, ਦੇਖੋ ਹੁਣ ਤੁਸੀਂ ਦੇਖੋ ਕਰਨਾ ਕੀ ਹੈ, 2 ਫੋਟੋਆਂ ਹੀ ਲਾਉਣੀਆਂ ਨੇ, ਇੱਕ ਫੋਟੋ ਬੀਬੀ ਜਗੀਰ ਕੌਰ ਦੀ, ਦੂਜੀ ਬੀਬੀ ਖਾਲੜਾ ਦੀ, ਤੇ ਥੱਲੇ ਜਿੱਦਾਂ ਆਪਾਂ ਸੋਸ਼ਲ ਮੀਡੀਆ ਤੇ ਪੜ੍ਹ ਹੀ ਰਹੇ ਹਾਂ ਵੀ ਚੋਇਸ ਤੁਸੀਂ ਤੁਹਾਡੀ ਹੈ, ਮਤਲਬ ਪਸੰਦ ਤੁਸੀਂ ਕਰਨਾ ਜਾਂ ਫੈਸਲਾ ਤੁਸੀਂ ਲੈਣਾ, ਇਦਾਂ ਦੇ ਵਰਡ ਲਿਖੇ ਹੈ। ਇੱਕ ਫੈਕਟਰ ਹੋਰ ਬਹੁਤ ਵੱਡਾ ਇੱਥੇ, ਪਿਛਲੀ ਵਾਰ ਜਦੋਂ 2014 ਦੇ ਵਿੱਚ ਵੋਟਾਂ ਪਈਆਂ ਸੀ ਨਾ, ਬਹੁਤ ਸਾਰੇ ਪ੍ਰਵਾਸੀ ਪੰਜਾਬੀਆਂ ਦਾ ਜ਼ੋਰ 13 ਦੀਆਂ 13 ਲੋਕ ਸਭਾ ਸੀਟਾਂ ਤੇ ਲੱਗਾ ਸੀ, ਪਰ ਐਤਕੀ ਬਹੁਤੇ ਪ੍ਰਵਾਸੀ ਤਾਂ ਰਾਜਨੀਤੀ ਦੇ ਵਿੱਚ ਸਰਗਰਮ ਹੀ ਨਹੀਂ ਹੈਗੇ, ਬਿਲਕੁਲ ਸਹੀ, ਕਿਉਂਕਿ ਦਿਲ ਟੁੱਟਿਆ। ਪਰ ਜਿੰਨੇ ਵੀ ਸਰਗਰਮ ਨੇ ਉਹਨਾਂ ਦੇ ਵਿੱਚੋਂ ਬਹੁਤ ਗਿਣਤੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਹਲਕੇ 'ਚ ਸਰਗਰਮ ਆ। ਜੇ ਟੈਲੀਫੋਨ ਜਾ ਰਹੇ ਆ, ਜੇ ਕਿਤੇ ਫੰਡ ਦੀ ਗੱਲਬਾਤ ਹੋ ਰਹੀ ਹੈ, ਜੇ ਜਾ ਕੇ ਪ੍ਰਚਾਰ ਕਰਨ ਦੀ ਗੱਲ ਹੋ ਰਹੀ, ਤਾਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ 'ਚ ਹੋ ਰਹੀ ਹੈ। ਇਸ ਕਰਕੇ ਜੇ ਉਹਨਾਂ ਨੂੰ ਐਡਵਾਂਟੇਜ ਹੈ, ਉਹਨਾਂ ਨੂੰ ਲਾਭ ਹੈ, ਉਹਨਾਂ ਨੂੰ ਲੱਗਦਾ ਕਿ ਸਾਡੇ ਹੱਕ 'ਚ ਹੈ, ਤਾਂ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਜੇ ਆਪਣੀ ਗੱਲ ਤੇ ਅੜ ਗਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਮੀਕਰਨ ਕਿਸੇ ਹੋਰ ਪਾਸੇ ਨੂੰ ਵੀ ਜਾ ਸਕਦੇ। ਆਪਾਂ ਬੀਬੀ ਜਗੀਰ ਕੌਰ ਦੀ ਜਿਹੜੀ ਇੱਕ ਹੋਰ ਗੱਲ, ਨਹੀਂ ਉਹ ਗੱਲ ਤਾਂ ਕਰਾਂਗੇ, ਪਰ ਤੁਹਾਨੂੰ ਨਹੀਂ ਲੱਗਦਾ ਬਾਠ ਸਾਹਿਬ ਕਿ ਜੇ ਹੁਣ ਮੰਨ ਲਓ ਇੰਨੀ ਸਪੋਰਟ ਦੇਖਦੇ ਆ ਖਹਿਰਾ ਸਾਹਿਬ ਨੂੰ ਲੱਗਦਾ ਹੋਵੇ ਵੀ ਯਾਰ ਜੇ ਸਪੋਰਟ ਇੰਨੀ ਹੈ, ਪਾਰਟੀ ਮੇਰੀ ਨਵੀਂ ਹੈ, ਤੇ ਜੇ ਮੈਂ ਮੰਨ ਲਓ ਆਪਣੇ ਚੋਣ ਨਿਸ਼ਾਨ ਤੇ ਉਹਨਾਂ ਨੂੰ ਲੜਾਵਾਂ, ਕੱਲ੍ਹ ਨੂੰ ਗੱਲ ਬਣ ਜਾਵੇ ਤਾਂ ਬੜੀ ਵੱਡੀ ਪ੍ਰਾਪਤੀ ਹੋ ਜਾਣੀ ਹੈ ਵੀ ਮੈਂ ਆਮ ਆਦਮੀ ਪਾਰਟੀ ਤੋਂ ਵੱਖ ਹੋਇਆ, ਪਾਰਟੀ ਵੀ ਨਵੀਂ ਸੀ ਤੇ ਮੇਰਾ ਇੱਕ ਕੈਂਡੀਡੇਟ ਜਿੱਤ ਗਿਆ ਹੈ ਨਾ, ਲੋਕ ਸਭਾ ਤੱਕ ਪਹੁੰਚ ਗਿਆ। ਮਤਲਬ ਤਾਂ ਖਹਿਰਾ ਸਾਹਿਬ ਕਿਤੇ ਉਹ ਵਾਲਾ ਟਰੈਕ ਤਾਂ ਨਹੀਂ ਦੇਖ ਰਹੇ। ਦੇਖੋ ਪਹਿਲੀ ਗੱਲ ਤਾਂ ਸੰਧਾਲੀਆ ਸਾਹਿਬ ਇਹ ਆ ਕਿ ਦੇਸ਼ ਭਰ ਦੀਆਂ 543 ਦੀਆਂ 543 ਸੀਟਾਂ 'ਚੋਂ
ਜਿੱਥੇ ਕੋਈ ਸਿਆਣਾ ਬੰਦਾ, ਕੋਈ ਵਿਗਿਆਨੀ, ਕੋਈ ਸਮਾਜ ਸੇਵੀ, ਕੋਈ ਮਨੁੱਖੀ ਅਧਿਕਾਰਾਂ ਵਾਲਾ ਬੰਦਾ, ਕੋਈ ਵਿਦਿਆਰਥੀ ਲੀਡਰ, ਜਿਹਦਾ ਕਿਸੇ ਪਾਰਟੀ ਨਾਲ ਸੰਬੰਧ ਨਾ ਹੋਵੇ, ਜਿਹਨੂੰ ਲੋਕ ਪਸੰਦ ਕਰਦੇ ਹੋਣ, ਸਾਰੀਆਂ ਪਾਰਟੀਆਂ ਨੂੰ ਹਮਾਇਤ ਦੇਣੀ ਚਾਹੀਦੀ ਹੈ। ਕਿਉਂਕਿ ਭਾਰਤ ਤਾਂ ਬਚਣਾ, ਭਾਰਤ ਨੇ ਵਿਕਾਸ ਤਾਂ ਕਰਨਾ ਜੇ ਸਿਆਣੇ ਬੰਦੇ ਲੋਕ ਸਭਾ 'ਚ ਹੋਣਗੇ। ਬਿਲਕੁਲ ਸਹੀ। ਤਾਂ ਜੇ ਪਹਿਲਾਂ ਅਸੀਂ ਇਹ ਵੇਖਾਂਗੇ ਨਹੀਂ ਸਾਡੀ ਪਾਰਟੀ ਜਿੱਤੇ, ਫਿਰ ਅਸੀਂ ਇਹ ਵੇਖਾਂਗੇ ਪਾਰਟੀ 'ਚ ਸਾਡਾ ਧੜਾ ਜਿੱਤੇ, ਫਿਰ ਧੜੇ 'ਚ ਵੀ ਅਸੀਂ ਇਹ ਵੇਖਾਂਗੇ ਕਿ ਮੇਰੇ ਬੰਦੇ ਜਿੱਤਣ, ਕਿਉਂਕਿ ਧੜਿਆਂ 'ਚ ਵੀ ਧੜਾ ਹੁੰਦਾ ਨਾ, ਫਿਰ ਤਾਂ ਭਾਰਤ ਦਾ ਵਿਕਾਸ ਹੋ ਗਿਆ, ਫਿਰ ਤਾਂ ਮਹਾਸ਼ਕਤੀ ਅਸੀਂ ਬਣ ਗਏ, ਫਿਰ ਤਾਂ ਮੇਕ ਇਨ ਇੰਡੀਆ ਹੋ ਗਿਆ, ਫਿਰ ਤਾਂ ਚੰਦ ਤੱਕ ਸਾਡੀ ਪਹੁੰਚ ਜਿਹੜੀ ਉਹ ਹੋ ਗਈ। ਇੱਥੇ ਸੁਖਪਾਲ ਸਿੰਘ ਖਹਿਰਾ ਸਾਹਿਬ ਨੂੰ ਤੇ ਬਾਕੀ ਬੰਦਿਆਂ ਨੂੰ ਬਹੁਤ ਸ਼ਿੱਦਤ ਨਾਲ ਸੋਚਣਾ ਚਾਹੀਦਾ ਕਿ ਭਾਈ ਪੰਜਾਬ ਦੇ ਲੋਕ ਨਾ ਐਨ ਆਖਰੀ ਲਕੀਰ ਤੇ ਬੈਠੇ ਆ। ਪੰਜਾਬ ਦਾ ਪਾਣੀ ਵੀ ਐਨ ਆਖਰੀ ਪਰਤ ਦੇ ਉੱਤੇ ਹੈਗਾ, ਤੇ ਜੇ ਅਸੀਂ ਇੱਥੇ ਆਪਸੀ ਲੜਾਈਆਂ ਦੇ ਵਿੱਚੋਂ, ਸਿਆਸੀ ਲੜਾਈਆਂ ਦੇ ਵਿੱਚੋਂ ਬਾਹਰ ਨਾ ਨਿਕਲੇ, ਫਰਕ ਕੀ ਪਊਗਾ? ਇੰਨਾ ਹੋ ਜਾਊਗਾ ਨਾ ਕਿ ਪੰਜਾਬ ਏਕਤਾ ਪਾਰਟੀ, ਉਹਦਾ ਇੱਕ MP ਜਾਂ 2 MP ਜਾਂ ਕੋਈ ਵੀ ਨਹੀਂ MP, ਜਾਂ ਉਹਦੇ ਕੈਂਡੀਡੇਟ ਨੇ ਇੰਨੀਆਂ ਵੋਟਾਂ ਲੈ ਲਈਆਂ ਜਿਹਦੇ ਨਾਲ ਆਪਾਂ ਨੂੰ ਬਾਰਗੇਨਿੰਗ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਸੀਟਾਂ ਲੈਣ ਦੇ ਵਿੱਚ ਚੰਗੀ ਕਰਨੀ ਪੈ ਸਕਦੀ। ਹਾਂ, ਮਤਲਬ PDA ਹੁਣ 13 ਸੀਟਾਂ ਦੇ ਲਈ ਬਣਿਆ, ਤੇ ਫਿਰ 2022 ਦੇ ਵਿੱਚ PDA 117 ਸੀਟਾਂ ਲਈ ਬਣਾਉਣਾ ਸੌਖਾ ਹੋ ਜੇ, ਤੇ ਉਦੋਂ ਪਤਾ ਲੱਗੇ ਵੀ ਆਹ ਦੇਖੋ ਜੀ ਸਾਡੀ ਪਰਸੈਂਟੇਜ ਜ਼ਿਆਦਾ, ਇਸ ਕਰਕੇ ਸਾਨੂੰ 4 ਸੀਟਾਂ ਵੱਧ ਚਾਹੀਦੀਆਂ। ਮਤਲਬ ਜੇ ਤਾਂ ਸੋਚ ਇਹ ਆ ਤੇ ਫਿਰ ਮਾੜੀ ਆ। ਦੇਖੋ ਗੱਲ ਸਿੱਧੀ ਪੱਧਰੀ ਹੈ। ਹੁਣ ਭਾਰਤੀ ਫੌਜ ਦੇ ਸਾਬਕਾ ਮੁਖੀ JJ ਸਿੰਘ ਹੋਰੀ 10 ਦਿਨ ਪਹਿਲਾਂ ਤੱਕ ਲੋਕਾਂ ਦੇ ਵਿਊ ਕੀ ਸੀ, ਤੇ ਜਦੋਂ ਉਹਨਾਂ ਨੇ ਕਹਿਤਾ ਕਿ ਮੈਂ ਬੀਬੀ ਖਾਲੜਾ ਦੇ ਹੱਕ 'ਚ ਬਹਿ ਗਿਆ ਤਾਂ ਉਦੋਂ ਵਿਊ ਕੀ ਆ? ਹਾਂ, ਬਿਲਕੁਲ। ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦੀ ਪਾਰਟੀ ਨੇ ਜਦੋਂ ਤੱਕ ਇਹ ਨਹੀਂ ਸੀ ਕਿਹਾ ਕਿ ਭਾਈ ਅਸੀਂ ਇਹਨਾਂ ਦੇ ਹੱਕ 'ਚ ਬਹਿ ਜੰਨੇ ਆ, ਉਦੋਂ ਤੱਕ ਲੋਕਾਂ ਦਾ ਦ੍ਰਿਸ਼ਟੀਕੋਣ ਕੀ ਸੀ? ਤੇ ਹੁਣ ਜਦੋਂ ਉਹ ਕਹਿੰਦੇ ਕਿ ਭਾਈ ਅਸੀਂ ਹਮਾਇਤ ਦਿੱਤੀ ਤੇ ਲੋਕਾਂ ਦਾ ਦ੍ਰਿਸ਼ਟੀਕੋਣ ਕੀ ਹੈ? ਹਾਲਾਂਕਿ ਅਜੇ ਤੱਕ ਅਕਾਲੀ ਦਲ ਟਕਸਾਲੀ ਨੇ ਇੱਕ ਵਾਰ ਵੀ ਪੰਜਾਬ ਦੇ ਪ੍ਰਤੀ ਆਪਣੀ ਨੀਤੀ ਨਹੀਂ ਦੱਸੀ ਕਿ ਪੰਜਾਬ ਦੇ ਪਾਣੀਆਂ ਪ੍ਰਤੀ ਕੀ ਨੀਤੀ ਹੈ, ਖੇਤੀ ਪ੍ਰਤੀ ਕੀ ਨੀਤੀ ਹੈ, ਉਦਯੋਗਾਂ ਪ੍ਰਤੀ ਕੀ ਨੀਤੀ ਹੈ, ਪਰ ਫਿਰ ਵੀ ਪਹਿਲਾਂ ਵਰਗਾ ਵਿਰੋਧ ਰਿਹਾ ਨਹੀਂ। ਇਸ ਕਰਕੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਪਾਰਟੀ ਨੂੰ ਸੋਚਣਾ ਚਾਹੀਦਾ। ਦੇਖੋ, ਇੱਕ ਗੱਲ ਆਪਾਂ ਫਿਰ ਸਪਸ਼ਟ ਕਰ ਦਈਏ, ਜ਼ਰੂਰੀ ਨਹੀਂ ਕਿ ਜਿਹੜਾ ਵੀ ਬੰਦਾ MP ਬਣ ਜਾਏ, ਭਾਵੇਂ ਬੀਬੀ ਖਾਲੜਾ ਆ, ਭਾਵੇਂ ਬੀਬੀ ਜਗੀਰ ਕੌਰ ਹੈ ਜਾਂ ਡਿੰਪਾ ਸਾਹਿਬ ਹੈ, ਕਿ ਉਹ ਬਹੁਤ ਚੰਗਾ ਕੰਮ ਕਰਨਗੇ, ਕਿਉਂਕਿ ਪੈਸੇ ਤਾਂ ਲਿਮਟਿਡ ਮਿਲਣੇ ਆ, ਪੈਸੇ ਸੀਮਤ ਮਿਲਣੇ ਆ। ਅਸਲ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਦੀ ਡਿਊਟੀ ਜਿਹੜੀ ਹੈ ਨਾ, ਲੋਕਾਂ ਨੂੰ ਜੋੜ ਕੇ ਰੱਖਣ ਦੀ ਵੱਧ ਹੈ, ਭਾਈਚਾਰਕ ਤੌਰ ਤੇ ਸਾਂਝ ਬਣਾ ਕੇ ਰੱਖਣ ਦੀ ਵੱਧ। ਗੱਲ ਪਤਾ ਕੀ ਆ ਬਾਠ ਸਾਹਿਬ, ਗੱਲ ਤੇ ਇਮਾਨਦਾਰੀ ਦੀ। ਮੰਨ ਲਓ ਜੇ 100 ਰੁਪਏ ਨਾਲ ਵੀ ਮੈਂ ਇਮਾਨਦਾਰੀ ਨਾਲ ਕੋਈ ਕੰਮ ਕਰ ਦਵਾਂ ਤੇ ਉਹ ਨਜ਼ਰ ਆਉਣਾ ਚਾਹੀਦਾ, ਤੇ ਜੇ ਕਰੋੜਾਂ ਰੁਪਈਆ ਵੀ ਲਾਇਆ ਤੇ ਬਾਅਦ 'ਚ ਉੱਥੇ ਕੋਈ ਪਾਥੀਆਂ ਪੱਥੀ ਜਾਵੇ ਤੇ ਕੋਈ ਆਖੇ ਵੀ ਭਾਈ ਨੀ ਪੱਥਰ ਤਾਂ ਲੱਗਾ ਸੀ ਤੇ ਅਸੀਂ ਪਹਿਲਾਂ ਉੱਥੇ ਡੰਗਰ ਬੰਨ੍ਹਦੇ ਰਹੇ ਤੇ ਫਿਰ ਇੱਕ ਦਿਨ ਝੋਟਾ ਮੱਛਰ ਗਿਆ ਤੇ ਉਹਨੇ ਨੀ ਪੱਥਰ ਵੀ ਢਾਤਾ ਤੇ ਬਾਅਦ ਵਿੱਚ ਲੱਭੇਗਾ ਆਖ ਨਾ, ਉਹ ਤਾਂ ਮੇਰੇ ਖਿਆਲ ਨਾਲ ਗੱਲਾਂ ਮਾੜੀਆਂ। ਇੱਕ ਚੀਜ਼ ਹੋਰ ਜਿਹੜੀ ਮੈਨੂੰ ਲੱਗਦਾ ਕਿ ਆਪਾਂ ਡਿਸਕਸ ਕਰ ਲਈ, ਉਹ ਇਹ ਆ ਕਿ ਵੀ ਇੱਕ ਨਾ ਸੋਸ਼ਲ ਮੀਡੀਆ ਦੀ ਲਹਿਰ ਆ ਤੇ ਇੱਕ ਗਰਾਊਂਡ ਲੈਵਲ ਆ, ਇਹਦੇ 'ਚ ਫਰਕ ਹੈ ਜੀ। ਮੈਂ ਅੱਗੇ ਵੀ ਕਿਹੜਾ ਜ਼ਿਕਰ ਕਰਦਾ ਹੁੰਦਾ ਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਇੱਕ ਵਾਰ ਫਿਰ ਕਰ ਲੈਣਾ ਚਾਹੀਦਾ। ਸੋਸ਼ਲ ਮੀਡੀਆ ਜਿਹੜਾ ਹੈ ਉਹ, ਜੇ ਮੰਨ ਲਓ ਆਪਾਂ ਖਡੂਰ ਸਾਹਿਬ ਹਲਕੇ ਦੀ ਗੱਲ ਕਰਦੇ ਹਾਂ ਤਾਂ ਜੇ ਮੰਨ ਲਓ ਕੋਈ ਵੀ ਬੰਦਾ ABC ਆਖੇ ਜੀ ਬੀਬੀ ਖਾਲੜਾ ਜਿੱਤਣੇ ਚਾਹੀਦੇ ਨੇ, ਪਰ ਉਹ ਬੰਦਾ ਜਾਂ ਤਾਂ ਜਿੱਦਾਂ ਹੁਣ ਆਪਾਂ ਆਸਟ੍ਰੇਲੀਆ 'ਚ ਬੈਠੇ ਕੋਈ ਇੱਥੋਂ ਬੰਦਾ ਕਹੇ ਜਿੱਤਣੇ ਚਾਹੀਦੇ, ਉਹ ਤਾਂ ਵੋਟ ਨਹੀਂ ਪਾ ਸਕਦਾ, ਜਾਂ ਉਹਦੀ ਉੱਥੇ ਪੰਜਾਬ 'ਚ ਰਹਿ ਕੇ ਉਸ ਹਲਕੇ 'ਚ ਵੋਟ ਹੈ ਨਹੀਂ ਤਾਂ ਵੀ ਕੋਈ ਫਾਇਦਾ ਨਹੀਂ। ਦੂਜਾ ਕਈ ਵਾਰ ਇੱਦਾਂ ਹੁੰਦਾ ਵੀ ਹਾਂ ਵੀ ਫਲਾਨਾ ਬੰਦਾ ਆਪਾਂ ਜਿੱਤਣ ਨਹੀਂ ਦੇਣਾ, ਇੱਕ ਪਰਟੀਕੂਲਰ ਹਲਕੇ ਦੇ ਵਿੱਚ ਵਿਰੋਧ ਹੈ। ਹੋ ਸਕਦਾ ਵੀ ਤੁਸੀਂ ਵੀ ਆਖੋ ਮੈਂ ਨਹੀਂ ਜਿੱਤਣ ਦੇਣਾ, ਮੈਂ ਵੀ ਆਖਾਂ ਮੈਂ ਨਹੀਂ ਜਿੱਤਣ ਦੇਣਾ, ਤੇ ਵੋਟ ਆਪਣੇ ਦੋਵਾਂ ਦੀ ਨਹੀਂ ਉੱਥੇ, ਹੈ ਨਾ। ਇਹ ਤਾਂ ਹੁਣ ਫਰਕ ਹੈ ਵੀ ਜਿਹੜੀ ਗਰਾਊਂਡ ਰਿਐਲਿਟੀ ਉਹ ਕੁਝ ਹੋਰ ਹੈ, ਸੋਸ਼ਲ ਮੀਡੀਆ ਦਾ ਰੌਲਾ ਕੁਝ ਹੋਰ ਹੈ। ਮਤਲਬ ਇਹ ਆਪਾਂ ਜ਼ਰੂਰ ਮੰਨ ਕੇ ਚੱਲੀਏ ਵੀ ਕਿਉਂਕਿ ਇਹੀ ਚੀਜ਼ ਆਮ ਆਦਮੀ ਪਾਰਟੀ ਨਾਲ ਹੋਈ ਸੀ ਨਾ, ਰੌਲਾ ਤਾਂ ਐਂ ਸੀ ਵੀ 100 ਦੀਆਂ 100 ਸੀਟਾਂ ਸਾਡੀਆਂ। ਮਨਪ੍ਰੀਤ ਨਾਲ ਵੀ ਇਹ ਕੁਝ ਹੋਇਆ ਸੀ, ਉਦੋਂ ਵੀ ਇਹ ਹੋਇਆ ਸੀ, ਰਾਮਸੂ ਰਾਮੂ ਵਾਲੀ ਨਾਲ ਵੀ ਇਹ ਕੁਝ ਹੋਇਆ ਸੀ। ਹਾਂ, ਹੁਣ ਦੇਖੋ ਇਹ ਗੱਲ ਤੁਸੀਂ ਬਹੁਤ ਚੰਗੀ ਕੀਤੀ। ਅਕਾਲੀ ਦਲ ਦੇ ਕੋਲ ਉੱਥੇ ਹਰ ਪਿੰਡ 'ਚ ਵਰਕਰ ਹੈ। ਜਸਵੀਰ ਸਿੰਘ ਡਿੰਪਾ ਉਮੀਦਵਾਰ ਨੇ, ਉਹਨਾਂ ਦੀ ਪਾਰਟੀ ਕਾਂਗਰਸ ਦੇ ਕੋਲ ਵੀ ਹਰ ਪਿੰਡ 'ਚ ਵਰਕਰ ਹੈ। ਬਿਲਕੁਲ ਸਹੀ। ਪਰ ਬੂਥ ਮੈਨੇਜਮੈਂਟ ਕਰਨੀ ਪਊਗੀ ਨਾ। ਜ਼ਰੂਰੀ ਥੋੜੀ ਹੈ ਕਿ ਜੇ ਪਿੰਡ ਦੇ ਵਿੱਚ 800 ਵੋਟਾਂ ਨੇ ਤਾਂ 800 ਦੇ 800 ਬੰਦਿਆਂ ਨੂੰ ਬੀਬੀ ਪਰਮਜੀਤ ਕੌਰ ਖਾਲੜਾ ਦੇ ਬਾਰੇ ਪਤਾ ਹੈ। ਹੁਣ ਕਿੰਨੇ ਕੁ ਬੰਦੇ ਹੋਣਗੇ ਜਿਨ੍ਹਾਂ ਨੂੰ PDA ਦੀ ਫੁੱਲ ਫਾਰਮ ਪਤਾ? ਕਿੰਨੇ ਕੁ ਬੰਦੇ ਹੋਣਗੇ ਉਸ ਖਡੂਰ ਸਾਹਿਬ ਹਲਕੇ ਦੇ ਜਿਨ੍ਹਾਂ ਨੂੰ ਪਤਾ ਹੈ ਕਿ ਭਾਈ ਪੰਜਾਬ ਏਕਤਾ ਪਾਰਟੀ ਕਿਹਦੀ ਹੈ ਜਾਂ ਉਹ ਕਿਉਂ ਬਣੀ ਸੀ? ਕਿਉਂਕਿ ਇੱਕ ਬੰਦਾ, ਇੱਕ ਬੀਬੀ ਹੈ, ਉਹਨੂੰ 4 ਸਾਲ ਹੋ ਗਏ, ਉਹ ਘਰੋਂ ਬਾਹਰ ਬਹੁਤਾ ਘੱਟ ਨਿਕਲਦੀ ਹੈ, ਬਜ਼ੁਰਗ ਹੈ ਬੀਬੀ, ਉਹਨੂੰ ਜਾ ਕੇ ਦੱਸਣਾ ਤਾਂ ਪਊਗਾ ਨਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਆ। ਕੋਈ ਵੋਟ ਘਰੋਂ ਬੂਥ ਤੱਕ ਲਿਜਾਣੀ ਪੈਂਦੀ ਹੈ। ਆਖਰੀ ਮੌਕੇ ਦੇ ਉੱਤੇ ਜਾ ਕੇ ਪੰਜਾਬ ਦੀਆਂ 5-7% ਵੋਟਰਾਂ ਵੋਟ ਜਿਹੜਾ ਨਾ ਉਹ ਆਪਣਾ ਫੈਸਲਾ ਵੱਧਦਾ, ਪੈਂਡੂਲਮ ਹੁੰਦਾ। ਬਿਲਕੁਲ ਸਹੀ ਗੱਲ। ਉੱਥੇ ਬੂਥ ਹੀ ਨਾ ਲੱਗਾ ਹੋਵੇ, ਉੱਥੇ ਪੋਸਟਰ ਹੀ ਨਾ ਹੋਵੇ, ਕਿਉਂਕਿ ਸਾਡੇ ਸਿਆਸਤਦਾਨਾਂ ਨੂੰ ਬੜੀ ਚੰਗੇ ਤਰੀਕੇ ਸਮਝ ਹੈ। ਬਿਲਕੁਲ। ਨਾਲੇ ਇੱਥੇ ਨਾ ਇੱਕ ਗੱਲ ਹੋਰ ਆ ਬਾਠ ਸਾਹਿਬ ਜਿਹੜੀ ਆਪਾਂ ਨੂੰ ਕਰ ਲੈਣੀ ਚਾਹੀਦੀ ਹੈ। ਖੈਰ ਅਸੀਂ ਇਹ ਤਾਂ ਕਰਦੇ ਹੁੰਦੇ ਜੀ ਵੀ ਬਹੁਤੀਆਂ ਗੱਲਾਂ ਸੱਥਾਂ 'ਚ ਚਰਚਾ ਦਾ ਵਿਸ਼ਾ ਹੁੰਦੀਆਂ ਨੇ ਤੇ ਸਾਡਾ ਮੋਟਿਵ ਇਹ ਹੁੰਦਾ ਹੈ ਕਿ ਵੀ ਹਰ ਗੱਲ ਆਪ ਜੀ ਦੇ ਸਨਮੁਖ ਰੱਖ ਦੇਣੀ। ਉਹ ਇਹ ਆ ਬਾਠ ਸਾਹਿਬ ਕਿ ਇੱਕ ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਜਿੱਦਣ ਵੋਟਾਂ ਪੈਣੀਆਂ ਹੁੰਦੀਆਂ ਨੇ ਕਿਸੇ ਵੀ ਹਲਕੇ 'ਚ, ਆਖਰੀ ਦਿਨ
ਜਿਹੜਾ ਰੌਲਾ ਰੱਪਾ ਗੁਪਤ ਪੈਂਦਾ, ਇੱਕ ਤਾਂ ਉਹਨੇ ਆਖਰੀ ਦਿਨ ਸਪੀਕਰ ਨਹੀਂ ਲੱਗਣਾ ਜੀ, ਹੁਣ ਬਾਕੀ ਬੰਦੇ ਬਾਹਰ ਚਲੇ ਜਾਓ ਜੀ, ਬਸ ਹਲਕੇ ਵਾਲੇ ਬੰਦੇ ਅੰਦਰ ਰਹਿ ਜਾਣ ਜੀ, ਚੋਣ ਜ਼ਾਬਤਾ ਜਿਹਨੂੰ ਆਪਾਂ ਕਹਿੰਦੇ ਆਦਰਸ਼ ਚੋਣ ਜ਼ਾਬਤਾ। ਫਿਰ ਗੇਟਾਂ ਦੀਆਂ ਝੀਤਾਂ 'ਚੋਂ, ਫਿਰ ਇਸ ਤੋਂ ਇਲਾਵਾ ਇੱਧਰ ਉੱਧਰ ਕਿਤੇ ਸੱਦ ਕੇ ਫਲਾਨਿਆਂ ਦੇ ਘਰੇ ਆ ਜਾਈ, ਆਪਣਾ ਵੋਟਰ ਕਾਰਡ ਲੈ ਆਈ, ਅਤੇ ਫਿਰ ਪਰਨੇ 'ਚ ਲਪੇਟ ਕੇ ਲੈ ਕੇ ਜਾਈ, ਅਤੇ ਫਲਾਨੇ ਥਾਂ 'ਤੇ ਪ੍ਰਬੰਧ ਕਰਤਾ, ਹੈ ਨਾ। ਉਹ ਜਿਹੜੀਆਂ ਚੀਜ਼ਾਂ ਐਂਡ ਵਾਲੇ ਦਿਨਾਂ 'ਤੇ ਹੁੰਦੀਆਂ ਨੇ, ਉਹਨਾਂ ਦਾ ਬੜਾ ਫਰਕ ਪੈਂਦਾ। ਇਹ ਆਮ ਤੌਰ 'ਤੇ ਜਦੋਂ ਆਪਾਂ ਆਦਰਸ਼ਕ ਗੱਲਾਂ ਕਰਦੇ ਹਾਂ ਨਾ, ਵੀ ਆਹ ਦੇਖੋ ਜੀ ਕੈਂਡੀਡੇਟ ਦੇਖੋ ਜਾਂ ਉਹਦਾ ਕੰਮ ਦੇਖੋ, ਭਾਵੇਂ ਡਾਕਟਰ ਗਾਂਧੀ ਦੇ ਇੱਕ ਦਿਨ ਫੋਟੋ ਦੇਖੀ, ਉਹ ਭੁੰਜੇ ਬੈਠਾ ਵਿਚਾਰਾ ਪੈਰਾਂ ਭਾਰ, ਹੈ ਨਾ, ਕਹਿੰਦਾ ਸਦਕੇ ਉਹ ਜਵਾਨੋ ਆ ਵੀ ਤੁਸੀਂ MP ਚੁਣਿਆ। ਪਰ ਹੁਣ ਉਸ ਫੋਟੋ ਤੱਕ ਦੀ ਪਹੁੰਚ, ਉਹਨਾਂ ਦੇ ਕੰਮਾਂ ਤੱਕ ਦੀ ਪਹੁੰਚ, ਅਤੇ ਜਿਹੜਾ ਮੈਂ ਆ ਹੁਣੇ ਸਿਨੈਰੀਓ ਆਖਰੀ 24 ਘੰਟਿਆਂ ਵਾਲਾ ਦੱਸਿਆ, ਉਹਨਾਂ 'ਚ ਬੜਾ ਫਰਕ ਹੈ। ਦੇਖੋ ਇਹ ਤਾਂ ਹੈ ਹੀ ਆ, ਕਿਉਂਕਿ ਪੰਜਾਬ ਦੇ ਕਿੰਨੇ ਲੋਕ ਨੇ ਜਿਹੜੇ ਭੁੰਜੇ ਬੈਠੇ MP ਨੂੰ ਪਸੰਦ ਕਰਦੇ ਆ, ਤੇ ਕਿੰਨੇ ਬੰਦੇ ਉਹ ਨੇ ਜਿਹੜੇ ਕਹਿੰਦੇ ਆ ਕਿ ਭਾਈ MP ਸਾਡਾ ਤਾਂ ਥਾਣੇਦਾਰ ਦੇ ਬਰੋਬਰ ਸਾਡੀ ਕੁਰਸੀ ਕਿਉਂ ਨਹੀਂ ਰਹਿੰਦੀ, ਹਾਂ, ਕਿ ਸਾਡਾ ਥਾਣੇ ਜਾਂਦਿਆਂ ਕੰਮ ਕਿਉਂ ਨਹੀਂ ਹੁੰਦਾ। ਹੁਣ ਉਹਨਾਂ ਦੀ ਤੁਲਨਾ ਕਰਨੀ ਪਊਗੀ ਨਾ, ਕਿ ਕਿਹੜੀ ਮਾਨਸਿਕਤਾ ਵਾਲੇ ਲੋਕ ਵੱਧ ਨੇ ਤੇ ਕਿਹੜੀ ਮਾਨਸਿਕਤਾ ਵਾਲੇ ਲੋਕ ਘੱਟ ਨੇ। ਦੂਸਰੀ ਗੱਲ, ਸੰਧਾਲੀਆ ਸਾਹਿਬ, ਇੱਕ ਗੱਲ ਪੱਕੀ ਹੈ, ਐਤਕੀ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਸਮਝਣੀ ਪਊਗੀ ਕਿ ਭਾਈ ਤੁਹਾਡੇ ਕੋਲ ਨੋਟਾ ਵੀ ਹੈ, ਤੁਸੀਂ ਘੱਟੋ ਘੱਟ ਆਪਣੇ ਘਰ ਦੀਆਂ ਬਰੂਹਾਂ ਟੱਪ ਕੇ ਵੋਟ ਪਾਉਣ ਜ਼ਰੂਰ ਜਾਇਓ। ਤੁਸੀਂ ਕਿਸੇ ਦੀ ਰੈਲੀ ਤੇ ਜਾਂਦੇ ਹੋ ਨਹੀਂ ਜਾਂਦੇ ਹੋ, ਸਾਨੂੰ ਕੋਈ ਮਤਲਬ ਨਹੀਂ। ਤੁਸੀਂ ਕਿਸੇ ਦਾ ਪੋਸਟਰ ਹੱਥ ਦੇ ਵਿੱਚ ਫੜਦੇ ਹੋ ਨਹੀਂ ਫੜਦੇ ਹੋ, ਕੋਈ ਮਤਲਬ ਨਹੀਂ। ਦੋ ਚੀਜ਼ਾਂ ਦੇ ਨਾਲ ਸਾਡਾ ਸੱਚੀ ਮੁੱਚੀ ਮਤਲਬ ਹੈਗਾ। ਬਿਲਕੁਲ ਸਹੀ। ਪਹਿਲੀ ਗੱਲ, ਹਰ ਪਾਰਟੀ ਦੇ ਹਰ ਕੈਂਡੀਡੇਟ ਦਾ ਮੈਨੀਫੈਸਟੋ ਸਾਂਭ ਕੇ ਰੱਖਿਓ। ਦੂਸਰੀ ਗੱਲ ਕਿ ਵੋਟ ਪਾਉਣ ਜ਼ਰੂਰ ਜਾਇਓ। ਇਹ ਬੜਾ ਜ਼ਰੂਰੀ, ਵੋਟ ਪਾਉਣ ਜਾਓ। ਮੈਂ ਨਾ ਆਪਣੇ ਸਗੋਂ ਇੰਡੀਆ 'ਚ ਵੀ ਹੋ ਜਾਣਾ ਚਾਹੀਦਾ। ਇੱਥੇ ਆਪਾਂ ਜ਼ਿਕਰ ਕੀਤਾ ਹੀ ਸੀ ਵੀ ਇੱਥੇ 18 ਨੂੰ ਵੋਟਾਂ ਨੇ ਤੇ ਆਪਣੇ 19 ਨੂੰ ਵੋਟਾਂ ਨੇ ਪੰਜਾਬ 'ਚ, ਤੇ ਕਿੰਨਾ ਫਿਕਰ ਹੈ ਹਰੇਕ ਨੂੰ। ਉਹ ਕਹਿੰਦੇ ਵੀ ਸਾਨੂੰ ਨਹੀਂ ਪਤਾ ਕਿਹੜਾ ਲੀਡਰ ਖਲੋਤਾ ਹੈ, ਸਾਨੂੰ ਨਹੀਂ ਪਤਾ ਉਹਦਾ ਵਿਜ਼ਨ ਕੀ ਹੈ, ਸਾਨੂੰ ਨਹੀਂ ਪਤਾ ਪਾਰਟੀ ਕਿਹੜੀ ਹੈ, ਸਾਨੂੰ ਨਹੀਂ ਪਤਾ ਉਹਨੇ ਕੀ ਕੀਤਾ, ਸਾਨੂੰ ਇਹ ਵੀ ਨਹੀਂ ਪਤਾ ਵੀ ਉਹਨੇ ਕੀ ਕਰਨਾ, ਕਿਉਂਕਿ ਉਹਨਾਂ ਨੂੰ ਪਤਾ ਵੀ ਯਾਰ ਸਿਸਟਮ ਬਣਿਆ, ਸਿਸਟਮ ਤੋਂ ਬਾਹਰ ਤਾਂ ਉਹ ਜਾ ਨਹੀਂ ਸਕਦਾ। ਵਿਸ਼ਵਾਸ ਹੀ ਹੈ ਨਾ। ਤੇ ਉਹਨਾਂ ਨੂੰ ਇਹ ਪਤਾ ਵੀ ਜੇ ਮੈਂ ਵੋਟ ਨਾ ਪਾਈ ਤਾਂ ਜੁਰਮਾਨਾ ਪੈ ਜਾਣਾ, ਫਾਈਨ ਪੈ ਜਾਣਾ। ਹੁਣ ਜੇ ਇੱਥੇ ਵੋਟ ਪਾਉਣਾ ਇੰਨਾ ਨੈਸੈਸਿਟੀ ਆ, ਮਤਲਬ ਜ਼ਰੂਰੀ ਹੈ, ਤੇ ਮੇਰੇ ਖਿਆਲ ਨਾਲ ਇੰਡੀਆ 'ਚ ਵੀ ਕਰ ਦੇਣਾ ਚਾਹੀਦਾ ਵੀ ਵੋਟ ਪਾਉਣੀ ਜ਼ਰੂਰੀ ਹੈ ਭਾਈ। ਕਿਉਂਕਿ ਨਾ ਮੈਨੂੰ ਲੱਗਦਾ ਕਿ ਜਿਹੜਾ ਇੱਕ ਜਾਗਦੇ ਸਿਰਾਂ ਵਾਲਾ ਕੰਮ ਹੈ ਨਾ, ਜਾਗਦੇ ਸਿਰਾਂ ਦੇ ਵਿੱਚ ਮੋਸਟਲੀ ਪਹਿਲਾਂ ਤਾਂ ਉਲਾਂਭੇ ਬਹੁਤ ਹੁੰਦੇ ਨੇ, ਪਰ ਆਖਰੀ ਦਿਨ ਜਾਂ ਤਾਂ ਆਪਾਂ ਫਿਲਮ ਵੇਖਣ ਦਾ ਪ੍ਰੋਗਰਾਮ ਬਣਾ ਲੈਂਦੇ, ਜਾਂ ਫਿਰ ਘਰੇ ਸੁੱਤੇ ਰਹੀ ਦਾ ਦਫਾਕਾਰ, ਉੱਤੇ ਤਾਂ ਭੀੜ ਹੋਣੀ ਜਾਂ ਲਾਈਨ ਲੱਗੀ ਹੈ। ਦੇਖੋ ਭਾਈ, ਸਿਰ ਜਾਗਦੇ ਰੱਖਿਓ, ਉੱਦਾਂ ਨਾ ਜਾਗੇ ਜਿੱਦਾਂ ਅਸੀਂ ਬੀਤੇ ਕੱਲ ਦੇ ਪ੍ਰਾਈਮ ਫੋਕਸ ਦੇ ਵਿੱਚ ਚੰਗੇ ਤਰੀਕੇ ਜਾਗਣਾ। ਉਹਦਾ ਬੜਾ ਔਖਾ ਜਾਗੇ ਵੈਸੇ। ਬਸ ਸੰਧਾਲੀਆ ਸਾਹਿਬ, ਫਿਰ ਵੀ ਬਹੁਤ ਸਾਰੇ ਜਿਹੜੇ ਆਪਣੇ ਪ੍ਰਾਈਮ ਏਸ਼ੀਆ TV ਦੇ ਦਰਸ਼ਕ ਨੇ ਨਾ, ਉਹਨਾਂ ਨੇ ਪਿਆਰ ਬੜਾ ਦਿੱਤਾ ਕਿ ਭਾਈ ਤੁਸੀਂ ਔਖੇ ਹੋ ਕੇ ਵੀ ਭਾਵੇਂ ਫੋਕਸ ਕੀਤਾ। ਦੇਖੋ ਭਾਈ, ਅਜੇ ਸਾਡੇ ਕੁਝ ਦਿਨ ਹੋਰ ਨੇ ਆਸਟ੍ਰੇਲੀਆ 'ਚ, ਹੋ ਸਕਦਾ ਸਾਡੀਆਂ ਕਮੀਜ਼ਾਂ ਪ੍ਰੈਸ ਨਾ ਹੋਣ, ਹੋ ਸਕਦਾ ਸਾਡੇ ਜੈਕਟ ਦੇ ਉੱਤੇ ਮਾੜੀ ਮੋਟੀ ਮਿੱਟੀ ਪਈ ਹੋਵੇ, ਹੋ ਸਕਦਾ ਸਾਡੀਆਂ ਅੱਖਾਂ ਬੰਦ ਹੋਣ, ਪਰ ਅਸੀਂ ਚਾਹੁੰਦੇ ਹਾਂ ਕਿ ਪ੍ਰਾਈਮ ਫੋਕਸ ਜਿਹੜਾ ਉਹ ਤੁਹਾਡੇ ਤੱਕ ਵੇਲੇ ਸਿਰ ਅੱਪੜਦਾ ਰਹੇ। ਇੱਕ ਗੱਲ ਆਪਾਂ ਹੋਰ ਕਰ ਲਈਏ, ਉਹ ਇਹ ਆ ਕਿ ਵੀ ਕਮੀਜ਼ਾਂ ਪ੍ਰੈਸ ਹੋਣ ਭਾਵੇਂ ਨਾ ਹੋਣ, ਪਰ ਵੰਨ-ਸਵੰਨੀਆਂ ਹੋ ਸਕਦੀਆਂ। ਹੁਣ ਆਹ ਜਿਹੜਾ ਮੈਂ ਝੱਗਾ ਪਾਇਆ, ਇਹਦਾ ਘਰਦਿਆਂ ਨੇ ਪਛਾਣਿਆ ਹੋਣਾ ਵੀ ਇਹ ਕਿੱਥੋਂ ਲਿਆ। ਨਹੀਂ ਦੇਖੋ, ਇਹ ਗੱਲ ਹੁਣ ਆਪਾਂ ਕਰਨੀ ਨਹੀਂ, ਕਿਉਂਕਿ ਮੈਂ ਜੇ ਦੱਸ ਦਿੱਤਾ ਨਾ ਤਾਂ ਫਿਰ ਔਖਾ ਹੋ ਜਾਊਗਾ, ਕਿਉਂਕਿ ਤੁਸੀਂ ਕਿਸੇ ਦਾ ਪਾਇਆ ਅੱਜ। ਚਲੋ ਫਿਰ ਹਾਂਜੀ, ਕਿਉਂਕਿ ਉਹ ਫਿਰ ਮੈਂ ਨਹੀਂ ਦੱਸਣਾ। ਇਹਦਾ ਮਤਲਬ ਇਹ ਵੀ ਨਿਕਲਦਾ ਕਿ ਆਸਟ੍ਰੇਲੀਆ ਦੇ ਵਿੱਚ ਵੀ ਇਸ ਸਾਈਜ਼ ਦੇ ਬੰਦੇ ਹੈ। ਚਲੋ ਚੱਲ ਆਪਾਂ ਹੋਰ ਕਰ ਲਈਏ। ਕਰੋ ਜੀ, ਕਰੋ। ਬਠਿੰਡੇ ਜ਼ਰੂਰ ਜਾਣਾ। ਬਠਿੰਡੇ ਤੋਂ ਪਹਿਲਾਂ ਮੈਂ ਚਾਹੁੰਦਾ ਸੀ ਪ੍ਰਿਅੰਕਾ ਗਾਂਧੀ ਦੀ ਗੱਲ ਕਰ ਲੈਂਦੀ। ਫਿਰ ਆਪਾਂ ਬਠਿੰਡਾ ਜੋੜੀ ਉਧਰ ਦਿੰਨੇ ਆ। ਬੜਾ ਜ਼ਰੂਰੀ ਹੈ ਵੀਰ ਜੀ। ਜੇ ਫੈਵੀਕੋਲ ਕਾ ਮਜ਼ਬੂਤ ਜੋੜਾ ਟੂਟੇਗਾ ਨਹੀਂ, ਅਗਲਿਆਂ ਤੋੜ ਦੇਣਾ ਵੀਰ ਜੀ। ਪਰ ਇੱਕ ਗੱਲ ਹੈ ਬਾੜ ਸਾਹਿਬ, ਇਹ ਸਮਝ ਨਹੀਂ, ਦੇਸ਼ ਤੋੜ ਦਿੱਤੇ, ਅਗਲਿਆਂ ਸਮਾਜਿਕ ਸਾਂਝ ਤੋੜ ਦਿੱਤੀ, ਭਾਈਚਾਰਾ ਤੋੜਤਾ। ਬਿਲਕੁਲ ਸਹੀ ਗੱਲ, ਫੈਵੀਕੋਲ ਨਾ ਟੁੱਟੂ। ਇਹ ਕਿੱਡੀ ਗੱਲਾਂ ਗੱਲ। ਅੱਛਾ ਮੇਰੀ ਗੱਲ ਸੁਣੋ, ਪ੍ਰਿਅੰਕਾ ਗਾਂਧੀ ਨੂੰ ਜਦੋਂ ਦਾ ਕਾਂਗਰਸ ਪਾਰਟੀ ਨੇ ਲਿਆਂਦਾ, ਉਹਨਾਂ ਨੂੰ ਐਂ ਲੱਗਦਾ ਵੀ ਸ਼ਾਇਦ ਗੱਲ ਬਣ ਜੇ। ਪਰ ਪਿਛਲੇ ਦਿਨੀ ਜਿੱਦਾਂ ਉਹ ਚੌਕੀਦਾਰ ਚੋਰ ਹੈ ਵਾਲੀ ਸਟੇਟਮੈਂਟ ਤੋਂ ਬਾਅਦ ਰਾਹੁਲ ਗਾਂਧੀ ਹੋਰੀ ਵਿਚਾਰੇ ਫਸੇ ਫਿਰਦੇ ਵੀ ਨਹੀਂ ਯਾਰ ਮੁਝੇ ਖੇਦ ਹੈ ਮੈਨੇ ਇਹ ਬੋਲ ਦਿਆ। ਹੁਣ ਕਾਂਗਰਸ ਪਾਰਟੀ ਨੂੰ ਐਂ ਲੱਗਦਾ ਵੀ ਰਾਹੁਲ ਗਾਂਧੀ ਨਾਲੋਂ ਪ੍ਰਿਅੰਕਾ ਗਾਂਧੀ ਨੂੰ ਆਪਾਂ ਪੰਜਾਬ 'ਚ ਲਿਆਈਏ ਤਾਂ ਯਾਰ ਸਾਡਾ ਕੋਈ ਮਤਲਬ 4 ਦਾਣੇ ਵੱਧ ਜਾਣਗੇ। ਇਹ ਉੱਦਾਂ ਨਹੀਂ ਹੁੰਦਾ ਵੀ ਜਿੱਦਾਂ ਮਤਲਬ ਉਹ ਨਾ ਜੀ ਫਲਾਨੀ ਸਪਰੇਅ ਕਰੀ ਜਾਂ ਫਲਾਨੀ ਖਾਦ ਪਾਈ ਤੇ ਝਾੜ ਵੱਧ ਹੋਊਗਾ। ਇਹ ਪੰਜਾਬ 'ਚ ਲੱਗਣ ਲੱਗ ਪਿਆ। ਤੁਹਾਨੂੰ ਕੀ ਲੱਗਦਾ ਇਹਦਾ ਹੋਊਗਾ ਫਰਕ? ਦੇਖੋ, ਇਹ ਉਦਾਹਰਨ ਜਿਹੜੀ ਆ ਨਾ ਉਹ ਮੈਂ ਹੁਣ ਦਿੰਦਾ ਇੱਕ, ਕਿਉਂਕਿ ਕਈ ਵਾਰੀ ਘਰ ਦੇ ਵਿੱਚ ਹੁੰਦਾ ਨਾ ਕਿ ਕਿਸੇ ਦੀ ਗੁਆਂਢਣ ਨਾਲ ਵੱਧ ਬਣੀ ਹੁੰਦੀ ਉਸ ਬੀਬੀ ਨੇ, ਜਾਂ ਫਿਰ ਸਵਰਨ ਕੋਰੇ ਦਾਲ ਦੀ ਕੌਲੀ ਨਾ ਉਹਨਾਂ ਦੇ ਤੂੰ ਮੰਗ ਕੇ ਲੈ, ਮੈਨੂੰ ਤਾਂ ਉਹਨਾਂ ਨੇ ਦੇਣੀ ਨਹੀਂ, ਕਿਉਂਕਿ ਜ਼ਬਾਨ ਦਾ ਵੀ ਰਸ ਹੁੰਦਾ। ਕਿਉਂਕਿ ਬੰਦਾ ਪਹਿਲਾਂ ਤੁਸੀਂ 100 ਵਾਰੀ ਅਗਲੇ ਦੇ ਮੰਗਿਆ ਚੀਜ਼, ਫਿਰ ਅਗਲਾ ਕਹਿੰਦਾ ਇਹਦਾ ਰੋਜ਼ ਦਾ ਕੰਮ ਹੈ ਨਹੀਂ, ਭਾਜਾ ਭਰਾ ਇੱਥੇ ਤੁਸੀਂ ਦੇਣੀ। ਹੁਣ ਦੇਖੋ, ਬੀਬੀ ਪ੍ਰਿਅੰਕਾ ਗਾਂਧੀ ਦੇ ਬਾਰੇ ਪਤਾ ਲੱਗਿਆ ਕਿ ਕਾਂਗਰਸ ਪਾਰਟੀ ਬੜੀ ਛੇਤੀ, ਕਾਂਗਰਸ ਪਾਰਟੀ ਦੀ ਤੱਤੀ ਨਵੀਂ ਬਣੀ ਜਨਰਲ ਸਕੱਤਰ ਜਿਹੜੀ ਬੀਬੀ ਹੈ ਪ੍ਰਿਅੰਕਾ ਗਾਂਧੀ, ਉਹਨੂੰ ਸੱਦਣ ਜਾ ਰਹੀ ਹੈ। ਕਿੱਥੇ ਲਈ? ਬਠਿੰਡੇ ਲਈ। ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਿਕਟ ਰਾਹੁਲ ਗਾਂਧੀ ਨੇ ਖਾਸ ਤੌਰ ਤੇ ਕਹਿੰਦੇ ਦਵਾਈ ਆ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਨੇ। ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੇ ਨੇੜਲੇ ਨੇ। ਵੈਸੇ ਵੀ ਦੇਰ ਨਾਲ ਟਿਕਟ ਮਿਲੀ ਹੈ, ਪ੍ਰਚਾਰ ਪਿੱਛੇ ਹੈ, ਤੇ ਹੁਣ ਪਤਾ ਲੱਗਾ ਹੈ ਕਿ 4 ਥਾਵਾਂ ਤੇ ਕੱਲੇ ਬਠਿੰਡੇ ਹਲਕੇ 'ਚ
4 ਸ਼ਹਿਰਾਂ ਦੇ ਵਿੱਚ ਰੋਡ ਸ਼ੋਅ ਬੀਬੀ ਪ੍ਰਿਯੰਕਾ ਗਾਂਧੀ ਦਾ ਕਰਾ ਕੇ ਜਿਹੜਾ ਅੱਗੇ ਨੂੰ ਵਧਾਉਣੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਚੋਣ ਮੁਹਿੰਮ। ਦੂਸਰੇ ਪਾਸੇ ਇਹ ਵੀ ਪਤਾ ਲੱਗਿਆ ਕਿ ਜਦੋਂ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਬੀ ਪ੍ਰਿਯੰਕਾ ਗਾਂਧੀ ਨੂੰ ਲਿਆਉਣਾ, ਅਗਲਿਆਂ ਨੇ ਕਹਿਤਾ ਕਿ ਪਹਿਲਾਂ ਡਾਕਟਰ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦਾ ਰੋਡ ਸ਼ੋਅ ਵੀ ਕਰਾਓ। ਅੱਛਾ, ਬਠਿੰਡੇ ਕਿਉਂਕਿ ਇੱਕ ਹੁੰਦਾ ਨਾ ਕਿ ਜਿੱਦਾਂ ਤੁਸੀਂ ਵੱਡੇ ਕਲਾਕਾਰ ਬਣ ਜਾਣਾ, ਉਹਦੇ ਤੋਂ ਪਹਿਲਾਂ ਮੇਰੇ ਵਰਗਾ ਜਿਹੜਾ ਸਖਾਂਦਰੂ ਹੈ, ਚੇਲਾ ਸਿੱਖਣ ਵਾਲਾ, ਉਹ ਇੱਕ ਗਾਣਾ ਉਹਨੂੰ ਨਾ ਥੋੜੀ ਜਿਹੀ ਆਵਾਜ਼ ਘੱਟ ਐਵੇਂ ਕਰ ਦਿੰਦੇ ਹੁੰਦੇ ਕਿ ਵੱਡੇ ਕਲਾਕਾਰ ਦੀ ਆਵਾਜ਼ ਫਿਰ ਵਧੀਆ ਲੱਗੇ। ਹੁਣ ਨਵਜੋਤ ਸਿੰਘ ਸਿੱਧੂ ਪਹਿਲਾਂ ਆਉਣਗੇ, ਡਾਕਟਰ ਸਿੱਧੂ ਨਾਲ ਹੋਣਗੇ, ਉਹਦੇ ਤੋਂ ਬਾਅਦ ਬੀਬੀ ਪ੍ਰਿਯੰਕਾ ਗਾਂਧੀ ਆਊ ਤੇ ਦੂਸਰੇ ਪਾਸੇ। ਇੱਕ ਮਿੰਟ ਮੇਰੀ ਗੱਲ ਸੁਣ, ਤੁਸੀਂ ਮੈਨੂੰ ਇਹ ਆਪਣੀ ਇਸ ਉਦਾਹਰਨ ਦੇ ਵਿੱਚ ਪ੍ਰਿਯੰਕਾ ਗਾਂਧੀ ਬਣਾਤਾ? ਨਹੀਂ, ਮੈਂ ਨਹੀਂ ਬਣਾਇਆ। ਇਹ ਤਾਂ ਵੈਸੇ ਲੜਨ ਵਾਲੀ ਗੱਲ ਹੀ ਹੈ ਨਾ ਬਦੋ ਬਦੀ। ਨਹੀਂ, ਤੁਸੀਂ ਕਿਹੜਾ ਪਹਿਲੀ ਵਾਰੀ ਲੜਨਾ ਯਾਰ? ਆਹ ਗੱਲ ਮਾੜੀ, ਬਦਨਾਮ ਕਿਉਂ ਕਰਦੇ ਨੇ ਵਾਟਸਐਪ? ਮੈਂ ਬਦਨਾਮ ਕਦੀ ਆਪਾਂ ਲੜੇ ਕਿੰਨਾ? ਮੈਂ ਤੁਹਾਡਾ ਸਤਿਕਾਰ ਕਰਦਾ, ਜੋ ਤੁਸੀਂ ਕਹਿੰਦੇ ਨੇ ਮੈਂ ਉਦਾਂ ਸਿਰ ਮੱਥੇ ਮੰਨ ਲੈਣਾ। ਨਹੀਂ, ਕੱਲ ਤੁਸੀਂ ਆਪਣੇ ਵੱਡੇ ਟੈਚੀ ਚੋਂ ਮੇਰੇ ਭਾਵੇਂ ਕੱਪੜੇ ਕੱਢ ਕੇ ਬਾਹਰ ਸਿੱਟ ਤੇ ਆਪਾਂ ਕਿਸੇ ਨੂੰ ਦੱਸਣਾ ਥੋੜੀ ਆਪਾਂ ਲੜੇ। ਤੁਸੀਂ ਮੇਰੀ ਤਾਂ ਸਰਦਾਰ ਜੀ ਮੈਂ ਤੁਹਾਨੂੰ ਤਾਂ ਕਿਹਾ ਵੀ ਧਵਾ ਲਓ ਇਹਨਾਂ ਨੂੰ। ਕੀ ਕਹਿੰਦੇ ਇੱਥੇ ਲਾਂਡਰੀ ਕਹਿੰਦੇ ਇਹਨੂੰ, ਲਾਂਡਰੀ ਕਹਿੰਦੇ ਆ। ਬਸ ਉਹ ਗਰੀਬ ਲੋਕ, ਤੁਸੀਂ ਉਹੀ ਮਤਲਬ ਦੇਸੀ ਸਾਬਣ ਵਿੱਚ ਤੀਲਾ ਗੱਡ ਵਾਲੀ ਕੌਮ ਆ, ਤੁਹਾਨੂੰ ਕੀ ਪਤਾ ਲਾਂਡਰੀ ਕਿਹਨੂੰ ਆਂਦੇ? ਦੇਖੋ ਜੀ, ਸਿੱਧੇ ਤੌਰ ਤੇ ਮੈਂ ਟਾਈਆਂ ਗੁਆਂਢੀ ਤੋਂ ਬਣਾ ਕੇ ਲਿਆ ਸੀ, ਇਹਨਾਂ ਨੇ ਲੜ ਕੇ ਮੇਰੀ ਟਾਈ ਦੀਆਂ ਗੰਢਾਂ ਖੋਲ ਦਿੱਤੀਆਂ। ਨਾ ਹੁਣ ਇਹਨਾਂ ਨੂੰ ਆਉਂਦੀ ਬੰਨਣੀ ਤੇ ਨਾ ਮੈਨੂੰ। ਉਹ ਬਣਾ ਲਾਂਗੇ, ਇੱਥੇ ਬਦੇ ਪੜ੍ਹੇ ਲਿਖੇ ਬਥੇਰੇ ਨੇ, ਆਪਾਂ ਚੰਗੇ ਦੇਸ਼ ਚ ਆਏ। ਆਪਣੇ ਪਿੰਡ ਵਾਲਾ ਕੰਮ ਥੋੜਾ ਹੈਗਾ ਇੱਥੇ ਵੀ। ਇੱਥੇ ਹਾਂ, ਮੁਲਕ ਚੰਗਾ ਹੈ ਨਾ। ਇੱਥੇ ਬਹੁਤ ਬੰਦੇ ਨੇ ਆਪਾਂ ਨੂੰ ਟਾਈਆਂ ਮਤਲਬ ਬੰਨ ਕੇ ਦੇਣ ਵਾਲੇ। ਨਹੀਂ, ਇੱਥੇ ਮੈਂ ਦੇਖਿਆ ਲੋਕਾਂ 'ਚ ਕੰਮ ਕਰਨ ਲਈ ਅੱਗ ਬੜੀ ਜੇ, ਬਹੁਤ। ਅੱਛਾ, ਆਪਾਂ ਕੱਲ ਗੱਲ ਕੀਤੀ ਨਾ, ਅੱਗ ਬਹੁਤ ਹੈ। ਉਦੋਂ ਬਾਅਦ ਆਪਾਂ ਇੱਕ ਚਰਚਾ ਹੋਰ ਚਲਾਈ ਵੀ ਫੰਡ ਬਹੁਤ ਹੈ। ਉਹ ਫੰਡ ਬਹੁਤ ਵਾਲੀ ਗੱਲ ਵੀ ਚਲਾ ਲਈਏ, ਕਿਉਂਕਿ ਐਤਕੀ ਲੱਗਦਾ ਵੀ ਕਹਿੰਦੇ ਅਕਾਲੀ ਦਲ ਨੇ ਜਿਹੜੀਆਂ 2 ਸੀਟਾਂ ਨੇ ਖਾਸ ਕਰਕੇ ਫਿਰੋਜ਼ਪੁਰ ਤੇ ਬਠਿੰਡਾ, ਉਹ ਜਿੱਤ ਲੈਣੀਆਂ ਨੇ ਫੰਡਾਂ ਦੇ ਸਿਰ ਤੇ, ਕਿਉਂਕਿ ਕਹਿੰਦੇ ਫੰਡ ਬਹੁਤ ਹੈ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ, ਕਿਉਂਕਿ ਨਾ ਵਿਰੋਧੀ ਪਾਰਟੀਆਂ ਵੀ ਕਹਿਣ ਲੱਗ ਪਈਆਂ, ਜਿੱਥੇ ਕਿਤੇ ਪ੍ਰਚਾਰ ਕਰਨ ਜਾਂਦੇ ਖਹਿਰਾ ਸਾਹਿਬ, ਬੀਬੀ ਬਲਜਿੰਦਰ ਕੌਰ, ਇੱਥੋਂ ਤੱਕ ਕਿ ਰਾਜਾ ਵੜਿੰਗ ਵੀ, ਉਹ ਕਹਿੰਦੇ ਸਾਡਾ ਟੱਕਰ ਅਮੀਰਾਂ ਨਾਲ ਹੈ, ਅਸੀਂ ਤੁਹਾਡੇ ਨਾਲ ਦੇ ਹਾਂ। ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੇ ਤੇ ਇੱਕ ਬਿਆਨ ਦੇ ਦਿੱਤਾ, ਉਹ ਕਹਿੰਦੇ ਜੀ ਦੇਖੋ, ਦੁਨੀਆ ਦੇ ਸਭ ਤੋਂ ਅਮੀਰ ਸਿੱਖ ਬਾਦਲ ਪਰਿਵਾਰ ਨਾਲ ਟੱਕਰ ਤੇ ਮੇਰਾ ਜੀ ਕਰਦਾ ਸੀ ਮੈਂ ਇਹਨਾਂ ਨੂੰ ਹਰਾਵਾਂ, ਤੇ ਮੈਂ ਹਰਾ ਦੇਣ ਲੱਗਾ। ਮੈਂ ਇੱਕ ਗੱਲ ਹੋਰ ਕਰ ਦੇਣੀ ਸੀ, ਬੀਬੀ ਪ੍ਰਿਯੰਕਾ ਗਾਂਧੀ ਨੇ ਆਉਣਾ ਨਾ, ਰੌਲਾ ਪੈ ਗਿਆ ਤੇ ਉਧਰੋਂ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਵੀ ਸੱਦਾ ਦੇ ਦਿੱਤਾ ਕਿ ਭਾਈ ਅਕਾਲੀ ਦਲ ਬਾਦਲ ਤੇ ਭਾਜਪਾ ਦੀ ਸਾਂਝੀ ਉਮੀਦਵਾਰ ਬਠਿੰਡੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਕ 'ਚ ਪ੍ਰਚਾਰ ਕਰਨ ਤੁਸੀਂ ਆਓ। ਤੀਜੇ ਪਾਸੇ ਇਹ ਵੀ ਪਤਾ ਲੱਗਾ ਕਿ 1.5 ਦਿਨ ਲਗਾਤਾਰ ਅਰਵਿੰਦ ਕੇਜਰੀਵਾਲ ਜਿਹੜੇ ਨੇ ਨਾ, ਉਹ ਬੀਬੀ ਬਲਜਿੰਦਰ ਕੌਰ ਦੇ ਹੱਕ 'ਚ ਪ੍ਰਚਾਰ ਕਰਨਗੇ। 1.5 ਦਿਨ ਕਰਨਗੇ ਸੰਗਰੂਰ ਤੋਂ ਭਗਵੰਤ ਮਾਨ ਦੇ ਹੱਕ 'ਚ। ਇਹਦਾ ਮਤਲਬ ਹੈ ਕਿ ਭਾਈ ਬਠਿੰਡੇ ਵਾਲਿਓ ਤਿਆਰ ਹੋ ਜਾਓ, ਵੱਡੇ ਵੱਡੇ ਹੋਰਡਿੰਗ ਲੱਗਣਗੇ, ਜਾਮ ਲੱਗਣਗੇ, ਰੋਡ ਸ਼ੋਅ ਹੋਣਗੇ, ਰੈਲੀਆਂ ਹੋਣਗੀਆਂ, ਕਦੇ ਕੇਜਰੀਵਾਲ ਸਾਹਿਬ, ਕਦੇ ਮੋਦੀ ਸਾਹਿਬ, ਕਦੇ ਪ੍ਰਿਯੰਕਾ ਗਾਂਧੀ, ਕਦੇ ਨਵਜੋਤ ਸਿੰਘ ਸਿੱਧੂ, ਫੇਰਾ ਕੈਪਟਨ ਸਾਹਿਬ ਵੀ ਪਾਉਣਗੇ। ਵੱਡੇ ਬਾਦਲ ਸਾਹਿਬ ਦੇ ਆਉਣ ਦੀ ਆਸ ਪੂਰੀ ਹੈ। ਪੱਠੇ ਪੁੱਠੇ ਲੈ ਆਇਆ ਕਰੋ। ਤੇ ਬਾਕੀ ਸੰਧਾਲੀਆ ਸਾਹਿਬ, ਇੱਕ ਗੱਲ ਮੈਂ ਹੋਰ ਦੱਸ ਦਿਆਂ, ਜੀ ਮੀਂਹ ਬਾਹਰ ਪੈਣ ਲੱਗ ਪਿਆ, ਮੈਨੂੰ ਪਤਾ ਫਿਕਰ ਤੁਹਾਨੂੰ ਆਪਣੀ ਕੱਟੀ ਦਾ। ਤੇ ਦੇਖੋ ਗੱਲ ਪਤਾ ਕੀ ਹੈ, ਇੱਥੋਂ ਦੇ ਮੌਸਮ ਦਾ ਨਹੀਂ ਪਤਾ ਲੱਗਦਾ। ਦੇਖੋ ਅਸੀਂ ਜਦੋਂ ਸ਼ੁਰੂ ਹੋਏ ਸੀ ਉਦੋਂ ਸੁੱਖ ਨਾਲ ਧੁੱਪ ਵੀ ਸੀ ਤੇ ਚਾਨਣ ਵੀ ਵਿੱਚੋਂ ਜੋ ਹੋਇਆ, ਆਪਣੇ ਪਰਛਾਵੇਂ ਜਿਹੇ ਵੀ ਦਿਸੇ। ਹੁਣ ਐ ਹੀ ਆ, ਮੈਂ ਨਾ ਘੁੱਪ ਹਨੇਰਾ ਜਿਹਾ ਹੋ ਗਿਆ, ਤੁਸੀਂ ਦੇਖੋ ਬਾਹਰ ਕੋਈ ਪਤਾ ਨਹੀਂ ਲੱਗਦਾ। ਇਹ ਵੈਸੇ ਇੱਕ ਗੱਲ ਹੈ, ਇੱਦਾਂ ਦਾ ਅਨਪ੍ਰੈਡਿਕਟਡ ਜਿਹਾ ਜਿਹੜਾ ਮੌਸਮ ਹੈ, ਜੇ ਆਪਣੇ ਵੱਲ ਹੋਏ ਤੇ ਆਪਣੇ ਤੇ ਸਾਹ ਹੀ ਸੁੱਕੇ ਰਿਹਾ ਕਰਨਾ ਹੈ ਨਾ। ਦੁਪਹਿਰੇ ਧੁੱਪ ਜੀ ਲੱਗੀ, ਲੈ ਬਈ ਅੱਜ ਲੱਗਦਾ ਵੱਤਰ ਆ ਜਾਣੀ ਹੂੰ, ਸ਼ਾਮ ਨੂੰ ਵਾਵਾਂਗੇ। ਜਦੋਂ ਸ਼ਾਮ ਨੂੰ ਵਾਹ ਗਏ ਜੇ ਮਤਲਬ ਸੋਚਣਾ ਹੀ ਆ, ਤੇ ਉਹਨੇ ਜਿਹਨੂੰ ਬੱਦਲ ਗੜਗੜ ਕਰਦੇ ਆਉਂਦੇ ਹੁਣ। ਇਹ ਤੁਹਾਡਾ ਔਖਾ ਮੈਂ ਦੇਖਿਆ। ਕਿਉਂ? ਇਹਨਾਂ ਨੂੰ ਨਾਲ ਦਾ ਮੰਜਾ ਮੇਰੇ ਮਿਲਦਾ, ਖੇਸੀ ਇਹ ਡੱਬੀਆਂ ਵਾਲੀ ਭਾਲਦੇ ਨੇ। ਚਲੋ ਅਗਲਿਆਂ ਨੇ ਕੋਈ ਜੁਗਾੜ ਕਰ ਦਿੱਤਾ। ਜਦੋਂ ਬਾਹਰ ਬਿਜਲੀ ਗੜਕਦੀ ਹੈ, ਮਾੜੀਆਂ ਮੋਟੀਆਂ ਵੀ ਛਿੱਟਾਂ ਪੈਂਦੀਆਂ, ਇਹ ਉੱਠ ਕੇ ਭੱਜਦੇ। ਮੈਂ ਕੱਟੀ ਤੇ ਝੁੱਲ ਦੇਣ ਚੱਲਾ ਸੀ। ਗੱਲ ਫਿਕਰ ਨਾ ਕਰਿਆ ਕਰ। ਪਤਾ ਇੱਕ ਕਾਰਨ ਆ ਬਾੜ ਸਾਹਿਬ, ਦੇਖੋ ਮਾੜੇ ਬੰਦੇ ਆ, ਇਹ ਫਿਕਰ ਕਰਨਾ ਚਾਹੀਦਾ। ਆਪਾਂ ਕਿਹੜਾ ਇੱਥੇ ਰਹਿਣਾ ਜੀ। ਇਹਦਾ ਇੱਥੋਂ ਵਾਲੇ ਦੇਖੋ, ਜਿਹੜੇ ਭਾਵੇਂ ਕੋਈ ਸਟੂਡੈਂਟ ਆਇਆ ਜਾਂ ਜਿਵੇਂ ਮਰਜ਼ੀ ਆਇਆ, ਉਹਨਾਂ ਨੇ ਮਿਹਨਤਾਂ ਕਰਕੇ ਆਪਣੇ ਕੰਮ ਕਾਰੋਬਾਰ ਸੈੱਟ ਕਰ ਲਿਆ। ਆਪਣਾ ਤਾਂ ਮਤਲਬ ਜੁੱਲੀ ਬਿਸਤਰਾ ਉੱਥੇ ਹੀ ਹੈ, ਉਹੋ ਹੀ ਮਤਲਬ ਖਾਣਾ, ਉਹੋ ਹੀ ਕਮਾਉਣਾ। ਦੇਖੋ ਬੇਨਤੀਆਂ ਇੱਕ ਦੋ ਕਰਦੇ ਨੇ ਕੀ ਕਿ ਭਾਈ ਜਿਹੜੇ ਵਿਦਿਆਰਥੀ ਨੇ, ਕੰਮਕਾਰ ਉਹ ਕਰਦੇ ਨੇ, ਬੜੇ ਔਖੇ ਨੇ, ਫੀਸਾਂ ਦੇਣੀਆਂ ਹੁੰਦੀਆਂ, ਇਸ ਕਰਕੇ ਭਾਈ ਡਾਲਰ ਦਾ ਜਿਹੜਾ ਭਾਅ ਆ, ਜਿਹੜਾ ਘੱਟੋ ਘੱਟ ਮਜ਼ਦੂਰੀ ਦੀ ਦਰ ਆ, ਉਹਨਾਂ ਨੂੰ ਪੂਰੀ ਮਿਲ ਜਾਵੇ ਤਾਂ ਅਸੀਂ ਬਹੁਤ ਖੁਸ਼ ਹੋਵਾਂਗੇ। ਕਿਉਂਕਿ ਆਪਾਂ ਜਿਹੜੇ ਘੱਟੋ ਘੱਟ ਪੰਜਾਬੀ ਆ, ਬਿਲਕੁਲ ਸਹੀ, ਬਾਬੇ ਨਾਨਕ ਦੀ ਗੱਲ ਕਰਦੇ ਆ, ਇਸ ਕਰਕੇ ਉਸ ਮੁੱਦੇ ਤੇ ਘੱਟੋ ਘੱਟ 13 ਵਾਲਾ ਕਨਸੈਪਟ ਆਪਾਂ ਨਾ ਭੁੱਲੀਏ। ਕਿਉਂਕਿ ਬੜੇ ਵਿਦਿਆਰਥੀ ਨੇ, ਸਾਡੇ ਆਪਣੇ ਹੀ ਨੇ ਸਾਰੇ। ਕਿਉਂਕਿ ਕਿਸੇ ਹੋਰ ਮੁਲਕ ਦੇ ਵਿੱਚੋਂ ਵੀ ਜੇ ਆਏ ਹੋਣ, ਇੰਨੀ ਕੁ ਘੱਟੋ ਘੱਟ ਜਿਹੜੀ ਆਸ ਆਪਾਂ ਰੱਖੀਏ। ਬੜੇ ਵੱਡੇ ਕਾਰੋਬਾਰ ਨੇ, ਭਾਗ ਲੱਗੇ ਰਹਿਣ ਭਾਈ, ਬਰਕਤਾਂ ਰਹਿਣ ਭਾਈ ਅੱਜ ਜ਼ਮਾਨਾ। ਕਿਉਂਕਿ ਮੈਂ ਇਦਾਂ ਸੋਚਦਾ ਸੀ ਕਿ ਅੱਜ ਤੁਸੀਂ ਖੁਸ਼ ਹੋ ਸਕਦਾ ਕਿ ਰੁਪਈਆ ਧੇਲੀ ਜਿਹੜੀ ਮੇਰੇ ਹੱਥ ਵੀ ਆ ਜਾਏ। ਇੱਥੋਂ ਦਾ ਰੁਪਈਆ ਬਹੁਤ ਮਹਿੰਗਾ ਵੀਰ ਜੀ, ਇਦਾਂ ਨਹੀਂ ਮਿਲਣਾ। ਕਿਉਂਕਿ ਮੈਂ ਰੁਪਈਆ ਦੇਣਾ, ਤੁਸੀਂ ਸਾਂਭ ਲੈਣਾ, ਤੇ ਇੰਡੀਆ ਜਾ ਕੇ ਉਹਦੇ ਐਂ ਖਿਲਾਰਨੇ ਨਾ, ਉਹ 50-52 ਜਾ ਕੇ ਖਿਲਰ ਜਾਣੇ। ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ, ਕੀ? ਪੰਜਾਬ ਦੇ ਵਿੱਚ ਢੋਲੀ ਅੱਜ ਸੱਚੀ ਨਹੀਂ ਲੱਭਦਾ। ਕਿਉਂ?
ਨਾਮਜ਼ਦਗੀ ਪਰਚੇ 'ਚ ਦਾਖਲ ਕੀਤੇ ਜਾ ਰਹੇ ਆਓ ਸੱਚ ਇਹ ਬਾਬਾ ਚੱਲਣਾ ਜੇ ਕੰਮ ਐਨ ਬਰਾਤਾਂ ਵਾਂਗੂ ਜਿੱਦਾਂ ਮੂਹਰੇ ਲਾੜੇ ਦੀ ਟੌਰ ਹੁੰਦੀ ਨਾ ਬਰਾਤ ਦੇ, ਇਦਾਂ ਹੀ ਉਮੀਦਵਾਰ ਹੁੰਦਾ 35 36 ਉਹਦੇ ਹਾਰ ਆਹ। ਤੇ ਇੱਕ ਬੰਦਾ ਰਜਿਸਟਰ ਲੈ ਕੇ ਹੁੰਦਾ। ਇਹਨਾਂ ਨੂੰ ਨਹੀਂ ਪਤਾ ਪਰ ਉਹ ਚੋਣ ਕਮਿਸ਼ਨ ਦਾ ਬੰਦਾ ਹੁੰਦਾ, ਉਹ ਗਿਣਦਾ ਅੱਛਾ 35 ਹਾਰ 10 ਨਾਲ ਗੁਣਾ ਕਰਕੇ 350 ਦਾ ਖਰਚਾ ਇਹ ਪਾ ਦਿਓ, ਆਹ। ਅੱਛਾ ਢੋਲੀ 250 ਦਿਹਾੜੀ ਢੋਲੀ ਦੀ ਪਾ ਦਿਓ। ਇਸ ਕਰਕੇ ਭਾਈ ਐਵੇਂ ਨਾ ਲੱਡੂਆਂ ਨਾਲ ਕੈਂਡੀਡੇਟ ਦੇ ਮੂੰਹ ਤੁੰਨੀ ਜਾਓ, ਬਾਅਦ 'ਚ ਹਿਸਾਬ ਦੇਣਾ ਤੁਹਾਨੂੰ ਔਖਾ ਹੋ ਜੂ। ਪਰ ਇੱਕ ਗੱਲ ਹੋਰ ਵੀ ਹੈ ਨਾ, ਤੁਸੀਂ ਨੋਟ ਕੀਤਾ ਹੋਣਾ ਜਦੋਂ ਕੈਂਡੀਡੇਟ ਇਦਾਂ ਜਾਂਦਾ ਨਾ ਪਿੰਡਾਂ ਥਾਵਾਂ ਦੇ ਉੱਪਰ, ਇਹ ਕਹਿੰਦਾ ਗੁਥਲੀ ਦੇਣੀ ਆ ਜੀ, ਹੈ ਨਾ ਜੀ, ਗੁਥਲੀ ਅਗਲੇ ਨੂੰ ਜਾਂ ਦੇਣੀ ਆ ਵੀ ਅਸੀਂ ਚੋਣ ਫੰਡ ਦੇ ਰਹੇ ਹਾਂ, ਉੱਤੇ ਵੀ ਨਿਗਾਹ ਹੁੰਦੀ ਹੈ। ਵਾਹ ਵਾਹ ਵਾਹ, ਨਿਗਾਹ ਤਾਂ ਦੇਖੋ ਚਾਹੀਦੀ ਹੈ ਨਾ। ਹੁਣ ਅੱਗੇ ਕੋਈ ਪਰ ਇਹ ਜੋ ਮਰਜ਼ੀ ਹੋਵੇ ਤੁਹਾਨੂੰ ਪਤਾ ਹਿਸਾਬ ਕਿਤਾਬ ਤਾਂ ਅਗਲਿਆਂ ਨੂੰ ਕਰਨਾ ਆਉਂਦਾ ਹੀ ਹੈ ਨਾ। ਇੱਕ ਹੁੰਦਾ ਵਰਡ CA, ਤੁਸੀਂ ਤਾਂ BA ਕੀਤੀ ਹੈ ਨਾ, ਤੁਸੀਂ ਪੜ੍ਹੇ ਲਿਖੇ, ਉਹ ਤੋਂ ਵੀ ਅੱਗੇ ਇੱਕ ਵਰਡ ਹੋਰ ਲਾਓ ਨਾ, ਉਹ ਹੁੰਦਾ CA, ਚਾਰਟਰਡ ਅਕਾਊਂਟੈਂਟ। ਅਕਾਊਂਟੈਂਟ। ਉਹ ਫਿਰ ਹਿਸਾਬ ਮੇਲ ਦਿੰਦੇ ਨੇ, ਜੋੜ ਦਿੰਦੇ ਨੇ। ਦੇਖੋ ਭਾਈ ਸਾਨੂੰ ਤਾਂ ਜੋ ਮਿਲਦਾ ਅਸੀਂ ਸ਼ਾਮ ਤਾਈਂ ਖਰਚ ਲਈਦਾ, ਤੁਸੀਂ ਟੈਕਸ ਟੁਕਸ ਭਰਨੇ, ਅਸੀਂ ਤਾਂ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਬੰਦੇ। ਮਤਲਬ ਤੁਸੀਂ ਹੁਣ ਕਾਰਡ ਭਾਲਦੇ ਹੋ? ਨਹੀਂ ਕਾਰਡ ਨਹੀਂ, ਅਸੀਂ ਤੁਸੀਂ ਭਾਲਦੇ ਆਟਾ, ਹਾਂ ਬਿਲਕੁਲ ਬਿਲਕੁਲ। ਦਾਲ ਦਵਾਈਏ ਫਿਰ ਤੁਹਾਨੂੰ। ਦੇਖੋ ਮੈਂ ਇਦਾਂ ਪਰ ਬਾਟ ਸਾਹਿਬ ਇਹ ਗੱਲ ਹੈ ਯਾਰ, ਇੱਧਰ ਵੀ ਚਾਹੀਦਾ ਇਹ ਪ੍ਰੋਗਰਾਮ, ਜੇ ਕਿਤੇ ਬਣ ਜੇ ਨਾ ਮੈਂ ਧਰਮੀ ਗੱਲ ਕਾਰਡ ਬਣਾ ਲਾਂ ਇੱਥੇ। ਚਲੋ ਸੰਧਾਲੀਆ ਸਾਹਿਬ ਤੁਹਾਡੇ ਕਾਰਡ ਦੇ ਫਾਰਮ ਉਹ ਪਰਲੇ ਪਾਸੇ ਪਏ ਆ, ਫਾਰਮ ਆਪਾਂ ਭਰ ਦੇਣੇ। ਹੁਣ ਆਪਾਂ ਸਤਿ ਸ੍ਰੀ ਅਕਾਲ ਕਹੀਏ ਕਿਉਂਕਿ ਰੋਟੀਆਂ ਉਧਰ ਤਵੇ ਦੇ ਉੱਤੋਂ ਹੁਣ ਕਹਿੰਦੇ ਆਟਾ ਉਟਾ ਗੁੱਝ ਗਿਆ ਜੇ, ਤੇ ਆਪਾਂ ਹੁਣ ਰੋਟੀਆਂ ਫੁੱਲਮੀਆਂ 4-4 ਖਾਣੀ, ਮੈਂ 4 ਤੇ ਤੁਸੀਂ 8 ਖਾਣੀਆਂ ਜੇ। ਇੱਕ ਗੱਲ ਜਿਹੜੀ ਚਰਚਾ ਚੱਲੀ ਜੀ, ਤੁਸੀਂ ਬਰੈਕਆਊਟ ਸਾਡਾ ਲਾਈਵ ਵੀ ਦੇਖਿਆ ਹੋਣਾ। ਹੁਣ ਮੈਂ ਵਿਚਾਰਾ ਵੈਸ਼ਨੂ ਬੰਦਾ, ਮੇਰੇ ਲਈ ਔਖਾ ਕਿਉਂਕਿ ਮੇਰਾ ਕਰਕੇ ਇਹਨਾਂ ਨੂੰ ਰੋਟੀ ਖਾਣੀ ਪੈਂਦੀ ਹੈ, ਕਿਉਂਕਿ ਜਦੋਂ ਬਾਹਰ ਗਏ ਰੈਸਟੋਰੈਂਟ ਤੇ ਜਾਈਦਾ ਤੇ ਅਗਲਾ ਬੰਦਾ ਕਹਿੰਦਾ ਭਾਈ ਸਾਹਿਬ ਇਹ ਜਿੰਨੇ 99% ਮੈਨਿਊ ਨੇ ਇਹ ਸਭ ਮੀਟ ਮੂਡ ਵਾਲੇ ਹੈ, ਤੇ ਜੇ ਤੂੰ ਕਾਕਾ ਖਾਣਾ ਤੇ ਵੱਲ ਤੋਂ ਬਾਅਦ ਤੈਨੂੰ ਪਾਲਕ ਜੀ ਤੇ ਉਹ ਵਿੱਚ ਕੌਰਨ ਜੇ ਪਾ ਦਿੰਦੇ ਆ। ਨਹੀਂ ਅਸੀਂ ਤਰਸ ਨਹੀਂ ਆਉਂਦਾ ਮੇਰੇ ਤੇ? ਨਹੀਂ ਤੁਸੀਂ ਦੱਸੀ ਕਿ ਅਸੀਂ ਵੀ ਸਪੈਸ਼ਲ ਬਾਕੀ ਸਾਰਾ ਕੁਝ ਛੱਡ ਕੇ ਤੁਹਾਡੇ ਨਾਲ ਉਸ ਥਾਂ ਤੇ ਜਾਈਦਾ ਜਿੱਥੇ ਵੈਸ਼ਨੂ ਖਾਣਾ ਹੋਵੇ। ਨਹੀਂ ਤੇ ਉਹ ਜਾਂ ਤੇ ਵੈਸ਼ਨੂ ਖਾਇਆ ਵੀ ਕਰੋ ਮੇਰੇ ਨਾਲ। ਨਹੀਂ ਮੈਂ ਦੇਖੋ ਮੈਂ ਹੈ ਉਦੋਂ ਦੇ ਆਨੇ ਵੀ ਭਾਈ ਸਾਹਿਬ ਉਹ ਸਬੂਤਾ ਕੋਕੜ ਲਿਆਓ ਜਿਹਦੇ ਢਿੱਡ ਵਿੱਚ ਦੀ ਸੀਖ ਲੰਘਾਈ ਹੁੰਦੀ। ਨਹੀਂ ਦੇਖੋ ਮੈਂ ਤਾਂ ਇਹ ਗੱਲ ਸੋਚੀ ਚੌਂਕ ਦਿਨਾਂ 'ਚ ਨਾ ਫਿਰ ਉਹ ਮੂੰਗੀ ਮਸਰੀ ਖਾ ਕੇ ਟੱਬਰ ਦੀ ਸਿਹਤ ਡਾਊਨ ਜੀ ਹੋ ਗਈ, ਮੈਂ ਫਿਰ ਜੁੱਸਾ ਤਕੜਾ ਡੋਲੇ ਛੋਲੇ ਬਣੇ ਆ। ਗੱਲ ਕਿਹੜੀ ਅਸੀਂ ਹੁਣ ਚੱਲੀਏ ਜੀ ਕਿਉਂਕਿ ਵੇਲਾ ਮੁੱਕ ਗਿਆ ਤੇ ਬਾਹਰ ਵੀ ਹਨੇਰਾ ਹੋ ਗਿਆ। ਸੁੱਖ ਨਾ ਅਸੀਂ ਵੀ ਕੋਈ ਲੱਭੀਏ ਬੰਦਾ ਬੋਂਦਾ ਜਿਹੜਾ ਸਾਨੂੰ ਕਿਤੇ ਆਪਣੇ ਢੋ ਮੇਲੇ ਵਾਲੀ ਥਾਂ ਤੇ ਪਹੁੰਚਾਵੇ, ਕਿਉਂਕਿ ਅੱਜ ਅਸੀਂ ਕਿਤੇ ਹੋਰ ਬੈਠੇ ਸੀ ਤੇ ਅਸੀਂ ਇੱਥੇ ਹੀ ਸ਼ੁਰੂ ਹੋ ਗਏ ਤੇ ਸਾਨੂੰ ਐਂ ਸੀ ਵੀ ਚਲੋ ਗੱਲਾਂ ਬਾਤਾਂ ਕਰਨੀਆਂ ਜ਼ਰੂਰੀ, ਅਸੀਂ ਆਪਣੇ ਟਾਈਮ ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਸਾਰਾ ਪਿਆਰ ਤੁਸੀਂ ਦੇ ਰਹੇ ਹੋ। ਆਉਣ ਵਾਲੇ ਸਮੇਂ 'ਚ ਆਸਟ੍ਰੇਲੀਆ ਭ੍ਰਮਣ ਅਸੀਂ ਕਰਨਾ, ਹੋਰਨਾਂ ਥਾਵਾਂ ਦੀਆਂ ਗੱਲਾਂ ਬਾਤਾਂ ਵੀ ਸੁਣਾਉਂਦੇ ਰਹਾਂਗੇ। ਫਿਲਹਾਲ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।